ਆਨ ਮਤ ਕਰਮ ਨਿਰਣੇ। ਵੇਦ ਪੜ੍ਹੈ ਹਰ ਰਸ ਨਹੀਂ ਆਇਆ, ਵਾਦ ਵਖਾਣੈ ਮੋਹਿ ਮਾਇਆ। ਅਗਿਆਨ ਮਤੀ ਸਦਾ ਅੰਧਿਆਰਾ, ਗੁਰਮੁਖ ਬੂਝ ਹਰ ਗਾਵਣਿਆ। ਤ੍ਰੈਗੁਣ ਪੜ੍ਹੈ ਹਰ ਤਤ ਨ ਜਾਣੈ, ਮੂਲੋਂ ਭੁੱਲੇ ਗੁਰ ਸ਼ਬਦ ਨ ਪਛਾਣੈ। ਮੋਹ ਵਿਆਪੇ ਕਿਛ ਸੂਝੈ ਨਾਹੀਂ, ਗੁਰ ਸ਼ਬਦੀ ਹਰ ਪਾਵਣਿਆ। ਵੇਦ ਪੁਕਾਰੈ ਤ੍ਰਿਭਿਦ ਮਾਇਆ, ਮਨਮੁਖ ਨ ਬੂਝੈ ਦੂਜੈ ਭਾਇਆ। ਤ੍ਰੈਗੁਣ ਪੜ੍ਹੈ ਹਰ ਏਕ ਨ ਜਾਣੈ, ਬਿਨ ਬੂਝੈ ਦੁਖ ਪਾਵਣਿਆ। ਮਾਝ ਮਹਲਾ ਤੀਜਾ। ਭਾਵ ਲੋਕੀ ਵੇਦ ਪੜ੍ਹਦੇ ਹਨ ਅਤੇ ਪੜ੍ਹ ਵੇਦਾਚਾਰੀ ਕਰਮ ਕਮਾਉਂਦੇ ਹਨ। ਐਸੇ ਵੇਦ ਪੜ੍ਹ ਵੇਦਾਚਾਰੀ ਆਨਮਤ ਕਰਮ ਕਮਾਉਣ ਵਾਲਿਆਂ ਨੂੰ ਹਰ ਰਸ ਨਹੀਂ ਆਉਂਦਾ, ਆ ਹੀ ਨਹੀਂ ਸਕਦਾ, ਕਿਉਂਕਿ ਵੇਦ ਪੜ੍ਹਨਾ ਵਾਦ ਹੀ ਵਖਾਨਣਾ ਹੈ। ਵੇਦਾਂ ਅੰਦਰ ਵਾਦਾਂ ਦੀਆਂ ਹੀ ਕਹਾਣੀਆਂ ਹਨ, ਤਾਂ ਤੇ ਉਹ ਵੇਦ ਪੜ੍ਹ ਵਾਦ ਹੀ ਵਖਾਣਦੇ ਹਨ। ਮੋਹ ਮਾਇਆ ਦੀ ਸਿੱਖਿਆ ਹੀ ਵੇਦ ਦੜਾਉਂਦੇ ਹਨ, ਤਾਂ ਤੇ ਵੇਦ ਪੜ੍ਹਨ ਵਾਲਾ ਪੁਰਸ਼ ਮੋਹ ਮਾਇਆ ਵਿੱਚ ਹੀ ਮੜਿਆ ਜਾਂਦਾ ਹੈ। ਵਾਦ ਵਖਾਣਨ ਵਾਲਾ ਪੁਰਸ਼ ਵਾਦ ਵਿਵਾਦ ਦੇ ਮਾਇਆਵੀ ਝਗੜਿਆਂ ਵਿੱਚ ਹੀ ਪੈ ਜਾਂਦਾ ਹੈ। ਇਹ ਵੇਦ ਆਦਿਕ ਆਨਮਤੀ ਪੁਸਤਕ ਅਗਿਆਨਮਤੀ ਪੁਸਤਕ ਹੀ ਹਨ। ਅਗਿਆਨਮਤੀ ਪੁਸਤਕਾਂ ਦੇ ਪੜ੍ਹਨ ਵਖਾਣਨ ਨਾਲ ਸਦਾ ਅਗਿਆਨ ਅੰਧਾਰਾ ਹੀ ਰਹਿੰਦਾ ਹੈ। ਆਪਾ ਖੁਦ ਦੀ ਆਤਮ ਗਿਆਨ ਵਾਲੀ ਸੂਝ-ਬੂਝ ਵੇਦ ਪੜ੍ਹਿਆਂ ਨਹੀਂ ਆਉਂਦੀ। ਇਹ ਬੂਝ ਆਤਮ ਗਿਆਨ ਦੀ ਗੁਰਮਤਿ ਗਿਆਨੀ ਗੁਰਮੁਖ ਜਨਾਂ ਨੂੰ ਹੀ ਆਉਂਦੀ ਹੈ। ਗੁਰਮੁਖ ਗਿਆਨੀ ਜਨ ਹੀ ਸਿਫਤ ਸਲਾਹੀ ਗੁਰਮਤਿ ਕਰਮ ਕਰਕੇ ਪਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹਨ। ਵੇਦਾਂ ਅੰਦਰ ਰਜ ਤਮ ਸਤ ਇਹਨਾਂ ਤਿਹਾਂ ਗੁਣਾਂ ਦੀ ਹੀ ਪੜ੍ਹਾਈ ਹੈ। ਇਹਨਾਂ ਤ੍ਰੈ ਗੁਣਾਂ ਨੂੰ ਪੜ੍ਹ ਕੇ ਆਤਮ ਪਰਮਾਤਮ ਪਰਮ ਤਤ ਦੀ ਗਿਆਤ ਨਹੀਂ ਹੁੰਦੀ, ਤਾਂ ਤੇ ਵੇਦ ਪੜ੍ਹਨ ਹਾਰੇ ਮੂਲੋਂ ਹੀ ਭੁੱਲੇ ਹੋਏ ਹਨ। ਗੁਰਮਤਿ ਗਿਆਨ ਤਤ ਦੀ ਉਹਨਾਂ ਨੂੰ ਸੋਝੀ ਸਮਝ ਹੀ ਨਹੀਂ ਆ ਸਕਦੀ। ਪਰਮਾਤਮ ਮੂਲ ਤਤ ਦਾ ਸੱਚਾ ਗਿਆਨ ਗੁਰ ਸ਼ਬਦ ਦੁਆਰਾ ਹੁੰਦਾ ਹੈ। ਗੁਰ ਸ਼ਬਦ ਦਾ ਵੇਦਾਂ ਅੰਦਰ ਜ਼ਿਕਰ ਹੀ ਨਹੀਂ। ਮੂਲੋਂ ਭੁੱਲੇ ਹੋਏ ਗੁਰ ਸ਼ਬਦ ਪਛਾਣ ਹੀ ਨਹੀਂ ਸਕਦੇ। ਮੋਹ ਵਿਆਪਿਆਂ ਨੂੰ ਇਹ ਸੂਝ ਪਛਾਣ ਆ ਹੀ ਨਹੀਂ ਸਕਦੀ। ਵੇਦ ਦੀ ਪੜ੍ਹਾਈ ਮੋਹ ਵਿਆਪਤ ਵਿਦਿਆ ਹੀ ਪੜ੍ਹਾਉਂਦੀ ਹੈ ਅਤੇ ਮੋਹ ਵਿਆਪਤ ਕਰਮ ਹੀ ਕਰਾਉਂਦੀ ਹੈ, ਜਿਸ ਦੁਆਰਾ ਕਦੇ ਵੀ ਕਲਿਆਣ ਨਹੀਂ ਹੋ ਸਕਦੀ। ਗੁਰਮਤਿ ਨਾਮ ਗੁਰ ਸ਼ਬਦ ਦੁਆਰਾ ਹੀ ਵਾਹਿਗੁਰੂ ਪ੍ਰਾਪਤੀ ਰੂਪੀ ਸਚੜੀ ਕਲਿਆਣ ਸੰਭਵ ਹੈ। ਹੂਰਤ ਕਿਸੇ ਵੀ ਆਨਮਤ ਕਰਮ ਦੁਆਰਾ ਇਹ ਸੰਭਵ ਨਹੀਂ। ਵੇਦ ਰੂਪ ਆਨਮਤ ਵਿਦਿਆ ਪੜ੍ਹਨ ਹਾਰਾ ਪ੍ਰਾਣੀ ਤਿਹਾਂ ਗੁਣਾ ਰਜੋ ਤਮੋ ਸਤੋ ਵਾਲੀ ਮਾਇਆ ਦਾ ਹੀ ਉਪਾਸ਼ਕ ਬਣਦਾ ਹੈ, ਕਿਉਂਕਿ ਵੇਦ ਕੇਵਲ ਤ੍ਰਿਬਿਦ ਮਾਇਆ ਹੀ ਪੁਕਾਰਦਾ ਹੈ, ਅਰਥਾਤ ਤ੍ਰਿਬਿਦ ਮਾਇਆ ਦਾ ਹੀ ਉਪਦੇਸ਼ ਕਰਦਾ ਹੈ। ਇਸ ਤ੍ਰਿਬਿਦ ਮਾਇਆ ਦੀ ਆਨਮਤ ਪੜ੍ਹਾਈ ਪੜ੍ਹਨ ਹਾਰਾ ਪੁਰਸ਼ ਮਨਮੁਖ ਹੋ ਜਾਂਦਾ ਹੈ, ਮਨਮੁਖ ਬਣ ਜਾਂਦਾ ਹੈ। ਦੂਜੇ ਭਾਏ ਵਿੱਚ ਗਸੇ ਮਨਮੁਖ ਨੂੰ ਆਤਮ ਤਤ ਗਿਆਨ ਦੀ ਸੂਝ-ਬੂਝ ਹੀ ਨਹੀਂ ਆ ਸਕਦੀ। ਉਹ ਤਾਂ ਬਸ ਦੂਜੇ ਭਾਏ ਦੇ ਕਰਮ ਕਮਾਉਣ ਵਿੱਚ ਹੀ ਪ੍ਰਵਿਰਤ ਹੋ ਜਾਂਦਾ ਹੈ। ਤ੍ਰੈ ਗੁਣ ਪੜ੍ਹਨ ਹਾਰਿਆਂ ਨੂੰ ਤੁਰਿਆ ਗੁਣ ਚੌਥੇ ਪਦ ਦੀ ਪ੍ਰਾਪਤੀ ਹੀ ਨਹੀਂ ਹੋ ਸਕਦੀ। ਤੁਰਿਆ ਗੁਣੀ ਆਤਮ ਗਿਆਨ ਗੁਰਮਤ ਦੁਆਰਾ ਇੱਕ ਅਕਾਲ ਨੂੰ ਪਛਾਣੇ ਤੇ ਹੀ ਆਉਂਦਾ ਹੈ ਅਤੇ ਇੱਕੇ ਨਾਮ ਦੀ ਅਭਿਆਸ ਕਮਾਈ ਕੀਤਿਆਂ ਹੀ ਆਉਂਦਾ ਹੈ। ਇਸ ਇੱਕ ਨਾਮ ਦੀ ਕਮਾਈ ਸੰਬੰਧੀ ਵਿਦਿਆ ਤ੍ਰੈ ਗੁਣੀ ਪੜ੍ਹਾਈ ਵਾਲੇ ਵੇਦਾਂ ਵਿੱਚ ਹੀ ਨਹੀਂ। ਇਸ ਸੱਚੀ ਨਾਮ ਵਿਦਿਆ ਦੀ ਬੂਝ ਬੁੱਝੇ ਬਿਨਾ ਦੁੱਖ ਹੀ ਦੁੱਖ ਹੈ, ਸੁਖ ਕਦੇ ਨਹੀਂ। ਤ੍ਰਿਬਿਦ ਮਾਇਆ ਦੇ ਕਰਮ ਕਮਾਇਆਂ ਵੀ ਕਦੇ ਕਿਸੇ ਨੇ ਸੁਖ ਪਾਇਆ ਹੈ? ਕਦਾਚਿਤ ਨਹੀਂ ਪਾ ਸਕਦਾ। ਤੀਰਥ ਵਰਤ ਸੁਚ ਸੰਜਮ ਆਦਿਕ ਇਹ ਸਭ ਦੂਜੇ ਭਾਏ ਵਾਲੇ ਆਨਮਤ ਕਰਮ ਹਨ। ਇਹ ਗੁਰਮਤ ਅਨੁਸਾਰ ਕਰਨਯੋਗ ਕਰਮ ਨਹੀਂ। ਇਹਨਾਂ ਦੇ ਕੀਤਿਆਂ ਦੁਬਿਧਾ ਵਿਆਪ ਜਾਂਦੀ ਹੈ। ਯਥਾ ਗੁਰਵਾਕ ਤੀਰਥ ਵਰਤ ਸੁਚ ਸੰਜਮ ਨਾਹੀਂ, ਕਰਮ ਧਰਮ ਨਹੀਂ ਪੂਜਾ। ਨਾਨਕ ਭਾਏ ਭਗਤ ਨਿਸਤਾਰਾ, ਦੁਬਿਧਾ ਵਿਆਪੈ ਦੂਜਾ। ਸ੍ਰੀ ਰਾਗ ਮਹਲਾ ਪਹਿਲਾ। ਇਹ ਆਨਮਤੀ ਕਰਮ ਧਰਮ ਸਭ ਫੋਕਟ ਭਰਮ ਕਰਮ ਹੀ ਹਨ। ਇਹਨਾਂ ਦੁਆਰਾ ਨਿਸਤਾਰਾ ਨਹੀਂ। ਨਿਸਤਾਰਾ ਹੈ ਤਾਂ ਭਾਏ ਭਗਤ ਦੁਆਰਾ ਹੀ ਹੈ। ਅਹਨਿਸ ਭਾਏ ਭਗਤ ਦਾ ਦਰਵਾਜ਼ਾ ਕੇਵਲ ਗੁਰੂ ਘਰ ਵਿਖੇ ਹੀ ਖੁੱਲਦਾ ਹੈ। ਗੁਰੂ ਨਾਨਕ ਸਾਹਿਬ ਨੇ ਹੀ ਖੋਲਿਆ ਹੈ, ਕਲ ਯੁਗ ਦੇ ਉਧਾਰ ਲਈ ਹੀ ਖੋਲਿਆ ਹੈ। ਹੇਠਾਂ ਦਿੱਤੇ ਗੁਰ ਪ੍ਰਮਾਣ ਅੰਦਰ ਆਏ ਆਨਮਤ ਕਰਮ ਸਭ ਭਰਮ ਰੂਪ ਨਿਸਫਲ ਕਰਮ ਹਨ। ਸਾਸਤ ਸਿਮਰਿਤ ਵੇਦ ਚਾਰ ਮੁਖ ਅਗਰ ਵਿਚਰੇ, ਤਪੀ ਤਪੀਸਰ ਜੋਗੀਆਂ ਤੀਰਥ ਗਵਨ ਕਰੇ। ਖਟ ਕਰਮਾਂ ਤੇ ਦੁੱਗਣੇ ਪੂਜਾ ਕਰਤਾ ਨਹਾਏ, ਰੰਗ ਨ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ। ਰਾਜ ਮਿਲਖ ਸਿਕਦਾਰੀਆਂ ਰਸ ਭੋਗਣ ਬਿਸਥਾਰ, ਬਾਗ ਸੁਹਾਵੇ ਸੋਹਣੇ ਚੱਲੈ ਹੁਕਮ ਅਫਾਰ। ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਹਾ, ਚਿਤ ਨ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ। ਬਹੁਤ ਧਨਾੜ ਅਚਾਰਵੰਤ ਸੋਭਾ ਨਿਰਮਲ ਰੀਤ, ਮਾਤ ਪਿਤਾ ਸੁਤ ਭਾਈਆਂ ਸਾਜਨ ਸੰਗ ਪ੍ਰੀਤ। ਲਸਕਰ ਤਰਕਸ ਬੰਦ ਬੰਦ ਜਿਉ ਜਿਉ ਸਗਲੀ ਕੀਤ, ਚਿਤ ਨ ਆਇਓ ਪਾਰ ਬ੍ਰਹਮ ਤਾਂ ਖੜ ਰਸਾ ਤਲਦੀਤ।
ਸ੍ਰੀ ਰਾਗ ਮਹਲਾ ਪੰਜਵਾਂ। ਭਾਵ ਚਾਹੇ ਕੋਈ ਸਾਰੇ ਸ਼ਾਸਤਰਾਂ, ਸਾਰੀਆਂ ਸਿਮਰਤੀਆਂ ਅਤੇ ਚਾਰੇ ਵੇਦਾਂ ਦਾ ਬਖਤਾ ਤੇ ਗਿਆਤਾ ਹੋਵੇ ਅਤੇ ਵਿਚਾਰ ਕੇ ਉਹਨਾਂ ਉੱਤੇ ਚੱਲਣਹਾਰਾ ਹੋਵੇ, ਤਾਂ ਕਿਸੇ ਲੇਖੇ ਨਹੀਂ। ਤਪੇ ਤਪੀਸਰਾਂ ਦੇ ਤਪ ਕੀਤੇ ਹੋਏ, ਜੋਗੀਆਂ ਜੋਗੀਸ਼ਰਾਂ ਦੇ ਜੋਗ ਸਾਧੇ ਹੋਏ, ਤੀਰਥ ਗਵਨੀਆਂ ਦੇ ਤੀਰਥ ਕੀਤੇ ਹੋਏ ਅਤੇ ਤੀਰਥ ਨਹਾਤੇ ਹੋਏ ਅਤੇ ਤੀਰਥ ਨਹਾ ਕੇ ਖਟ ਕਰਮਾਂ ਤੋਂ ਵੀ ਦੂਣੇ ਪੂਜਾ ਕਰਮ ਕੀਤੇ ਹੋਏ, ਕਿਸੇ ਲੇਖੇ ਨਹੀਂ। ਇਹ ਉੱਪਰ ਦੱਸੇ ਕਰਮ ਧਰਮ ਇਹਨਾਂ ਦੇ ਕਰਨਹਾਰਿਆਂ ਨੂੰ ਓੜਕ ਸਿੱਧੇ ਨਰਕਾਂ ਨੂੰ ਲੈ ਜਾਂਦੇ ਹਨ, ਕਿਉਂਕਿ ਇਹਨਾਂ ਆਨਮਤ ਕਰਮਾਂ ਦੇ ਕੀਤਿਆਂ ਪਾਰ ਬ੍ਰਹਮ ਨਾਲ ਰੰਗ ਨਹੀਂ ਲੱਗਦੇ। ਇਹ ਕਰਮ ਕੀਤੇ ਸਭੇ ਨਿਸਫਲ ਹਨ। ਨਿਸਫਲ ਹੀ ਨਹੀਂ, ਸਗੋਂ ਕਰਨਹਾਰੇ ਨੂੰ ਨਰਕਾਂ ਦਾ ਪਾਤਰ ਬਣਾਉਂਦੇ ਹਨ, ਕਿਉਂਕਿ ਇਹਨਾਂ ਕਰਮਾਂ ਦੇ ਕੀਤਿਆਂ ਕਰਨਹਾਰੇ ਦਾ ਅਹੰਮਯੋ ਅਹੰਕਾਰ ਹੀ ਵੱਧਦਾ ਹੈ, ਜੋ ਉਹਨਾਂ ਨੂੰ ਓੜਕ ਨਰਕਾਂ ਵਿੱਚ ਹੀ ਸਿੱਧਾ ਲੈ ਜਾਂਦਾ ਹੈ। ਬੜੇ ਬੜੇ ਰਾਜਿਆਂ ਦੇ ਰਾਜ ਕੀਤੇ ਹੋਏ, ਉੱਗੇ ਉੱਗੇ ਮਿਲਖਵੰਤਾਂ ਦੀਆਂ ਮਿਲਖਾਂ ਰੋਕੀਆਂ ਹੋਈਆਂ ਅਤੇ ਇਹਨਾਂ ਮਿਲਖਾਂ ਦੇ ਤਾਣ ਸਰਦਾਰੀਆਂ ਕੀਤੀਆਂ ਹੋਈਆਂ ਅਤੇ ਨਾਨਾ ਪ੍ਰਕਾਰ ਦੀਆਂ ਰਸ ਭੋਗਣੀਆਂ ਐਸ਼ ਇਸ਼ਰਤਾਂ ਕੀਤੀਆਂ ਹੋਈਆਂ ਅਤੇ ਬੜੇ ਬੜੇ ਸੁਹਾਵੇ ਸੋਹਣੇ ਬਾਗਾਂ ਦੇ ਮਹਿਲ ਮਾੜੀਆਂ ਤੇ ਕਬਜ਼ੇ ਕੀਤੇ ਹੋਏ ਅਤੇ ਹਾਕਮ ਬਣ ਕੇ ਹੁਕਮ ਚਲਾਉਣ ਦੇ ਅਫਰੇਮੇ ਚੜੇ ਹੋਏ ਅਤੇ ਬਹੁ-ਵਿਧੀਆਂ ਦੇ ਰੰਗਾਂ ਤਮਾਸ਼ਿਆਂ, ਸਿਨੇਮਿਆਂ, ਥੀਏਟਰਾਂ ਦੇ ਦੇਖਣ ਦੀਆਂ ਚਾਉ ਰਲੀਆਂ ਮਾਨਣ ਦੇ ਚਸਕਿਆਂ ਵਿੱਚ ਲੱਗਿਆਂ ਹੀ ਸਾਰੀ ਉਮਰ ਵਿਹਾਉਂਦਿਆਂ ਬੀਤ ਗਈ ਹੋਵੇ, ਤਾਂ ਇਹ ਰਾਜਸੀ ਗ੍ਰਸਤ ਧਰਮੀਆਂ ਦੇ ਕਰਮ ਇਹਨਾਂ ਉੱਪਰਲੇ ਕਰਮ ਕਰਨਹਾਰਿਆਂ ਨੂੰ ਸੱਪ ਦੀ ਜੂਨੀ ਵਿੱਚ ਸਿੱਟਦੇ ਹਨ, ਕਿਉਂਕਿ ਉੱਪਰਲੇ ਕਰਮ ਕਰਨਹਾਰਿਆਂ ਦੇ ਚਿੱਤ ਉਹਨਾਂ ਕਰਮਾਂ ਵਿੱਚ ਹੀ ਖਚਤ ਰਹਿੰਦੇ ਹਨ। ਪਾਰ ਬ੍ਰਹਮ ਪਰਮੇਸ਼ਰ ਦੀ ਯਾਦ ਵਿੱਚ ਨਹੀਂ ਲੱਗਦੇ, ਲੱਗ ਹੀ ਨਹੀਂ ਸਕਦੇ। ਵਾਸ਼ਨਾਵਾਂ ਵੱਧਦੀਆਂ ਹੀ ਜਾਂਦੀਆਂ ਹਨ। ਪ੍ਰਬਲ ਵਾਸ਼ਨਾਵਾਂ ਦੇ ਕਾਰਨ ਅੰਤ ਸਮੇਂ ਉਹਨਾਂ ਦੀ ਸੁਰਤੀ ਉਹਨਾਂ ਕੰਮਾਂ ਵਿੱਚ ਰਸੀ ਫਸੀ ਚਸਕਦੀ ਰਹਿੰਦੀ ਹੈ, ਜੋ ਉਹਨਾਂ ਨੂੰ ਸੱਪ ਦੀ ਜੂਨੀ ਵਿੱਚ ਲੈ ਜਾਂਦੇ ਹਨ। ਇਸ ਵਿੱਚ ਰੰਚਕ ਸੰਦੇਹ ਨਹੀਂ। ਧਨਾੜ ਧਨਵੰਤ ਹੋਣ ਦੇ ਬਹੁਤੇ ਅਭਿਮਾਨੀ ਅਤੇ ਉੱਚ ਕਰਨੀਆਂ ਦੇ ਮੰਨੇ ਦੰਨੇ ਅਚਾਰ ਵਾਲਿਆਂ ਦੀਆਂ ਕਰਤੂਤਾਂ, ਦੁਨਿਆਵੀ ਸ਼ੋਹਰਤਾਂ ਅਤੇ ਸੋਭਾ, ਨਿਰਮਲ ਰੀਤਾਂ, ਮਾਤਾ ਪਿਤਾ ਪੁੱਤਾਂ ਭਾਈਆਂ ਦੀਆਂ ਬਹੁ ਬਾਹੂ ਹਮਾਇਤਾਂ ਅਤੇ ਸੱਜਣਾ ਸੰਗੀਆਂ ਦੀਆਂ ਮਾਇਕ ਪ੍ਰੀਤਾਂ, ਲਸ਼ਕਰਾਂ ਫੌਜਾਂ ਦੀਆਂ ਬਹੁ ਫੁਰਮਾਨੀ ਰੀਤਾਂ, ਅਨੇਕ ਪ੍ਰਕਾਰ ਦੇ ਸ਼ਸਤਰ ਚਲਾਉਣ ਦੀਆਂ ਅਤੇ ਤੀਰ ਅੰਦਾਜ਼ੀ ਦੀਆਂ ਨਿਪੁੰਨਤਾਈਆਂ, ਤਰਕਸ਼ਬੰਦ ਯੋਧਿਆਂ ਦੇ ਲਸ਼ਕਰਾਂ ਦੀਆਂ ਜਿਉ ਜਿਉ ਕਹਿ ਕੇ ਲੈਣ ਵਾਲੀਆਂ ਸਲਾਮੀਆਂ ਕਿਸੇ ਲੇਖੇ ਨਹੀਂ ਆਉਣੀਆਂ, ਸਗੋਂ ਡੂੰਘੇ ਨਰਕ ਰਸਾਤਲ ਵਿੱਚ ਲਿਜਾ ਸੁੱਟਣਗੀਆਂ। ਇਹਨਾਂ ਉੱਪਰ ਦੱਸੇ ਅਡੰਬਰਾਂ ਵਿੱਚ ਪੈ ਕੇ ਅਤੇ ਲੱਥ-ਪੱਥ ਹੋ ਕੇ ਇੱਕ ਨਿਮਖ ਮਾਤਰ ਹੀ ਉਹਨਾਂ ਨੇ ਕਦੇ ਸਿਰਜਣਹਾਰ ਪਾਰ ਬ੍ਰਹਮ ਚੇਤਿਆ ਨਹੀਂ। ਸਾਰੀ ਉਮਰ ਐਵੇਂ ਹੀ ਗਵਾਈ। ਪਾਰ ਬ੍ਰਹਮ ਦਾ ਚਿੱਤ ਕਰਕੇ ਸਿਮਰਨ ਕਰਨ ਤੋਂ ਬਿਨਾਂ ਹੋਰ ਜਿਤਨੇ ਵੀ ਝੂਠ ਅਡੰਬਰੀ ਕਰਮ ਹਨ, ਸਭ ਰਸਾਤਲ ਵਿੱਚ ਹੀ ਲੈ ਕੇ ਡਿੱਗਣਗੇ ਅਜਿਹੇ ਕਰਮਾਚਾਰੀਆਂ ਨੂੰ। ਤਾਂ ਤੇ ਸਗਲੇ ਆਨਮਤ ਕਰਮ ਕਿਸੇ ਵੀ ਲੇਖੇ ਨਹੀਂ ਲੱਗਣੇ, ਸਗੋਂ ਉਲਟੇ ਗਲ ਫਾਂਸ ਹੋ ਕੇ ਚਿੰਮੜ ਜਾਂਦੇ ਹਨ। ਅਗਲੇ ਗੁਰਪ੍ਰਮਾਣ ਅੰਦਰ ਆਏ ਆਨਮਤ ਕਰਮ ਸਭ ਨਿਹਫਲ ਹਨ। ਕਾਇਆ ਸਾਧੈ ਉਰਦ ਤਪ ਕਰੈ, ਵਿੱਚੋਂ ਹਉਮੈ ਨਾ ਜਾਏ, ਅਧਿਆਤਮ ਕਰਮ ਜੇ ਕਰੇ, ਨਾਮ ਨਾ ਕਬ ਹੀ ਪਾਏ। ਤ੍ਰੈ ਗੁਣ ਸਭਾ ਧਾਤ ਹੈ, ਦੂਜਾ ਭਾਉ ਵਿਕਾਰ, ਪੰਡਿਤ ਪੜ੍ਹੈ ਬੰਧਨ ਮੋਹ ਬਾਧਾ, ਨਹਿ ਬੂਝੈ ਬਿਖਿਆ ਪਿਆਰ। ਇਹ ਮਨੁਆ ਅਤ ਸਬਲ ਹੈ, ਛੱਡੇ ਨਾ ਕਿਤੈ ਉਪਾਏ, ਦੂਜੈ ਭਾਏ ਦੁਖ ਲਾਇਂਦਾ, ਬਹੁਤੀ ਦੇ ਸਜ਼ਾਏ। ਨਾਨਕ ਨਾਮ ਲਗੇ ਸੇ ਉਬਰੇ, ਹਉਮੈ ਸ਼ਬਦ ਗਵਾਏ। ਸ੍ਰੀ ਰਾਗ ਮਹਲਾ ਤੀਜਾ। ਭਾਵ ਨਿਰੇ ਕਾਇਆ ਨੂੰ ਸਾਧਣ ਵਾਲੇ ਆਨਮਤ ਹੱਠ ਕਰਮ, ਪੁੱਠਾ ਹੋ ਕੇ ਲਟਕਣ ਵਾਲੇ, ਕਾਇਆ ਨੂੰ ਕਸ਼ਟ ਦੇਣ ਵਾਲੇ ਆਨਮਤ ਕਰਮ ਕੀਤਿਆਂ ਕਰਨਹਾਰੇ ਦੇ ਮਨ ਵਿਚਲੀ ਹਉਮੈ ਨਹੀਂ ਜਾਂਦੀ। ਆਤਮ ਗਿਆਨ ਦੇ ਸਾਧਨ ਲਈ ਨੇਤੀ ਧੋਤੀ ਆਦਿ ਸਰੀਰਕ ਇੰਦਰੀਆਂ ਦਾ ਦਮਨ ਕਰਨਾ ਅਧਿਆਤਮੀ ਕਰਮ ਸਭ ਬਿਅਰਥ ਹਨ। ਵਰਮੀ ਮਾਰੀ ਤੋਂ ਸੱਪ ਨਹੀਂ ਮਰਦਾ, ਮਨੁਆ ਵਸ ਨਹੀਂ ਆਉਂਦਾ। ਅਜਿਹੇ ਕਰਮ ਕਰਨ ਵਾਲਿਆਂ ਨੂੰ ਨਾਮ ਦੀ ਪ੍ਰਾਪਤੀ ਕਦੇ ਵੀ ਨਹੀਂ ਹੁੰਦੀ, ਸਗੋਂ ਅਜਿਹੇ ਕਰਮ ਕਾਂਡੀਆਂ ਦਾ ਹੰਕਾਰ ਦਿਨੋਂ ਦਿਨ ਵੱਧਦਾ ਜਾਂਦਾ ਹੈ। ਹਉਮੈ ਨੂੰ ਹੀ ਪੱਠੇ ਪੈਂਦੇ ਹਨ। ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਸਤੋ ਰਜੋ ਤਮੋ ਗੁਣਾਂ ਵਾਲੇ ਸਾਰੇ ਆਨਮਤ ਕਰਮ ਨਾਸ਼ਵੰਤ ਹਨ। ਇਹ ਸਭ ਦੂਜਾ ਭਾਉ ਹੈ ਅਤੇ ਵਿਕਾਰ ਰੂਪ ਹੈ। ਆਨਮਤ ਪੁਸਤਕਾਂ ਦੇ ਪੜ੍ਹਨਹਾਰੇ ਪੁਰਸ਼ ਭਾਵੇਂ ਇਹ ਆਨਮਤੀ ਪੁਸਤਕਾਂ ਪੜ੍ਹ ਕਿਤਨੇ ਵੀ ਪੰਡਿਤ ਬਣ ਜਾਣ, ਉਹਨਾਂ ਦੇ ਮੋਹ ਮਾਇਆ ਦੇ ਬੰਧਨ ਹੀ ਵੱਧਦੇ ਹਨ। ਆਨਮਤੀ ਪੁਸਤਕਾਂ ਪੜ੍ਹ ਤੱਤ ਵਿਚਾਰ ਦੀ ਤਿਨਾਂ ਨੂੰ ਸੱਚੀ ਬੂਝ ਹੀ ਨਹੀਂ ਆਉਂਦੀ। ਮਨੁਆ ਕਦੇ ਵਸ ਹੀ ਨਹੀਂ ਆਉਂਦਾ।
ਅਤ ਸਬਲ ਬਲ ਵਾਲਾ ਜੋ ਹੋਇਆ। ਇਹ ਕਿਸੇ ਵੀ ਉਪਾਏ ਕੀਤਿਆਂ, ਕਿਸੇ ਵੀ ਆਨਮਤ ਕਰਮ ਦਾ ਉਦਮ ਕੀਤਿਆਂ ਵਸ ਨਹੀਂ ਆਉਂਦਾ, ਪ੍ਰਬਲ ਹੀ ਰਹਿੰਦਾ ਹੈ। ਆਨਮਤ ਕਰਮ ਕਰਨ ਹਾਰੇ ਤੇ ਭਾਰੂ ਹੀ ਰਹਿੰਦਾ ਹੈ, ਕਦੇ ਖਹਿੜਾ ਨਹੀਂ ਛੱਡਦਾ ਸਭ ਯਤਨ ਕੀਤਿਆਂ। ਆਨਮਤ ਕਰਮਾਂ ਦੇ ਯਤਨ ਉਪਾਵ ਸਭ ਨਿਸਫਲ ਜਾਂਦੇ ਹਨ, ਸਗੋਂ ਦੂਜੇ ਭਾਏ ਵਿੱਚ ਪਾਈ ਰੱਖਦੇ ਹਨ, ਅਤੇ ਦੂਜੇ ਭਾਏ ਦੇ ਕਰਮਾਂ ਵਿੱਚ ਪਾਏ ਕੇ ਇਹ ਮਨ ਕਰਮ ਕਰਨ ਹਾਰੇ ਨੂੰ ਦੁੱਖ ਹੀ ਲਾਈ ਰੱਖਦਾ ਹੈ। ਦੁਖੀ ਹੀ ਨਹੀਂ ਰੱਖਦਾ, ਸਗੋਂ ਇੱਥੇ ਤਾਂ ਜਿਹੜੇ ਦੁੱਖ ਮਿਲਣੇ ਹਨ ਸੋ ਮਿਲਣੇ ਹਨ, ਅੱਗੇ ਜਾ ਕੇ ਅਗਲੀ ਦੁਨੀਆ ਪਰਲੋਕ ਵਿੱਚ ਸਗੋਂ ਹੋਰ ਬਹੁਤੀ ਸਜ਼ਾਏ ਮਿਲਦੀ ਹੈ। ਬਸ ਨਾਮ ਰਤੇ ਗੁਰਮੁਖ ਜਨ ਹੀ ਉਭਰਦੇ ਹਨ ਅਤੇ ਇਸ ਹਉਮੈ ਰੋਗ ਰੂਪੀ ਬਲਾ ਤੋਂ ਬਚਦੇ ਹਨ। ਇਹ ਹਉਮੈ ਕਿਸੇ ਵੀ ਆਨਮਤੀ ਕਰਮ ਕਮਾਇਆ ਗਵਾਈ ਨਹੀਂ ਜਾ ਸਕਦੀ। ਗਵਾਈ ਜਾ ਸਕਦੀ ਹੈ ਤਾਂ ਗੁਰ ਸ਼ਬਦ ਦੁਆਰਾ ਹੀ ਗਵਾਈ ਜਾ ਸਕਦੀ ਹੈ। ਗੁਰਮਤਿ ਨਾਮ ਅਭਿਆਸ ਕਮਾਈ ਕੀਤਿਆਂ। ਜਗ ਹਉਮੈ ਮੈਲ ਦੁਖ ਪਾਇਆ, ਮਲ ਲਾਗੀ ਦੂਜੈ ਭਾਏ। ਮਲ ਹਉਮੈ ਧੋਤੀ ਕਿਵੇਂ ਨਾ ਉਤਰੈ, ਜੇ 100 ਤੀਰਥ ਨਹਾਏ। ਬਹੁ-ਬਿਧ ਕਰਮ ਕਮਾਉਂਦੇ, ਦੂਣੀ ਮਲ ਲਾਗੀ ਆਏ। ਸ੍ਰੀ ਰਾਗ ਮਹਲਾ ਤੀਜਾ। ਭਾਵ ਇਸ ਸਾਰੇ ਸੰਸਾਰ ਜਗਤ ਨੇ ਅਰਥਾਤ ਆਮ ਸੰਸਾਰੀਆਂ ਨੇ ਆਨਮਤੀ ਕਰਮ ਕਰ ਕਰ ਹਉਮੈ ਦੀ ਮੈਲ ਹੀ ਮਨ ਨੂੰ ਲਾਈ ਹੈ, ਅਤੇ ਇਸ ਹਉਮੈ ਮੈਲ ਲੱਗਣ ਕਰਕੇ ਦੁੱਖ ਹੀ ਦੁੱਖ ਸਹੇੜਿਆ ਹੈ। ਦੂਜੇ ਭਾਏ ਦੇ ਆਨਮਤੀ ਕਰਮਾਂ ਦੇ ਕਰਨ ਕਰਾਉਣ ਕਰਕੇ ਮੈਲ ਹੀ ਲੱਗਦੀ ਹੈ। ਇਹ ਹਉਮੈ ਦੀ ਮੈਲ ਧੋਤੀ ਹੋਈ ਕਦੇ ਨਹੀਂ ਉਤਰਦੀ ਲੈਂਦੀ। ਜੇ ਸੈਂਕੜੇ ਤੀਰਥਾਂ ਵਿੱਚ ਮੁੜ ਮੁੜ ਨਹਾਤਾ ਜਾਏ, ਭਾਂਤ ਭਾਂਤ ਦੇ ਬਹੁ-ਬਿਧ ਆਨਮਤੀ ਕਰਮਾਂ ਦੇ ਕਰਨ ਕਰਕੇ ਸਗੋਂ ਹੋਰ ਦੂਣੀ ਮਲ ਲੱਗ ਜਾਂਦੀ ਹੈ। ਕਰਮ ਧਰਮ ਨੇਤ ਬ੍ਰਤ ਪੂਜਾ, ਪਾਰ ਬ੍ਰਹਮ ਬਿਨ ਜਾਨ ਨਾ ਦੂਜਾ। ਗੌੜੀ ਮਹਲਾ ਪੰਜਵਾਂ। ਉੱਤਮ ਜਗਿਆਸੂ ਜਨ ਨੂੰ ਉਚਿਤ ਹੈ ਕਿ ਪਾਰ ਬ੍ਰਹਮ ਪਰਮਾਤਮਾ ਦੀ ਪ੍ਰਾਪਤੀ ਵਾਲੇ ਗੁਰਮਤਿ ਕਰਮ ਬਿਨਾਂ ਨੇਮ ਬ੍ਰਤ ਪੂਜਾ ਆਦਿਕ ਆਨਮਤੀ ਕਰਮ ਧਰਮ ਦੇ ਰਾਹ ਨਾ ਪਵੇ, ਦੂਜੇ ਭਾਉ ਵਾਲੇ ਕਰਮਾਂ ਵੱਲ ਆਪਣੀ ਰੁਚੀ ਹੀ ਨਾ ਦੇਵੇ। ਬ੍ਰਹਮਾ ਮੂਲ ਵੇਦ ਅਭਿਆਸਾ, ਤਿਸ ਤੇ ਉਪਜੇ ਦੇਵ ਮੋਹ ਪਿਆਸਾ। ਤ੍ਰੈ ਗੁਣ ਭਰਮੇ, ਨਾਹੀ ਨਿਜ ਘਰ ਵਾਸਾ। ਹਮ ਹਰ ਰਾਖੇ ਸਤਿਗੁਰੂ ਮਿਲਾਇਆ, ਅੰਦਨ ਭਗਤ ਹਰ ਨਾਮ ਦ੍ਰਿੜਾਇਆ। ਰਹਾਉ। ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ, ਪੜ ਬਾਦ ਵਖਾਣੈ ਸਿਰ ਮਾਰੇ ਜਮ ਕਾਲਾ। ਤਤ ਨ ਚੀਨੈ ਬੰਨੈ ਪੰਡ ਪਰਾਲਾ। ਮਨਮੁਖ ਅਗਿਆਨ ਕੁਮਾਰਗ ਪਾਏ, ਹਰ ਨਾਮ ਵਿਸਾਰਿਆ। ਬਹੁ ਕਰਮ ਦ੍ਰਿੜਾਏ, ਭਵਜਲ ਡੂਬੇ ਦੂਜੇ ਪਾਏ। ਗੁਰਮੁਖ ਜਮ ਕਾਲ ਨੇੜ ਨ ਆਵੈ, ਹਉਮੈ ਦੂਜਾ ਸ਼ਬਦ ਜਲਾਵੈ। ਨਾਮੇ ਰਾਤੇ ਹਰ ਗੁਣ ਗਾਵੈ। ਗੌੜੀ ਮਹਲਾ ਤੀਜਾ। ਭਾਵ ਵੇਦਾਂ ਦਾ ਤੇ ਵੇਦਾਚਾਰੀ ਕਰਮਾਂ ਦੇ ਅਭਿਆਸ ਦਾ ਮੂਲ ਕਾਰਨ ਬ੍ਰਹਮਾ ਹੈ। ਤਿੰਨਾਂ ਵੇਦਾਚਾਰੀ ਕਰਮਾਂ ਦੇ ਅਭਿਆਸਾਚਾਰੀ ਲੋਕ ਜੋ ਬ੍ਰਹਮਾ ਦੀ ਵੇਦ ਵੇਤੀ ਸਿੱਖਿਆ ਤੋਂ ਉਤਪੰਨ ਹੋਏ, ਤਿਨਾਂ ਦਾ ਨਾਮ ਦੇਵਤੇ ਪੈ ਗਿਆ। ਪਰੰਤੂ ਵੇਦਾਂ ਵਿੱਚ ਮੋਹ ਮਾਇਆਵੀ ਤ੍ਰਿਸ਼ਨਾ ਦੀਆਂ ਹੀ ਕਹਾਣੀਆਂ ਹੋਣ ਕਰ ਜਿਹੜੇ ਇਹ ਦੇਵਤਾ ਕਹਾਉਣ ਵਾਲੇ ਲੋਕ ਵੇਦਾਚਾਰੀ ਕਰਮਾਂ ਦਾ ਅਭਿਆਸ ਕਰਨ ਲੱਗ ਪਏ, ਉਹ ਮਾਇਕ ਤ੍ਰੈ ਗੁਣਾਂ ਦੀ ਤ੍ਰਿਸ਼ਨਾਵੀ ਮੋਹ ਪਿਆਸ ਵਿੱਚ ਹੀ ਗ੍ਰਸੇ ਗਏ। ਐਸੇ ਵੇਦਾ ਕਰਮਾਚਾਰੀ ਲੋਕ ਦੇਵਤੇ ਕਹਾਉਣ ਵਾਲੇ ਤਿੰਨਾਂ ਗੁਣਾਂ ਰਜੋ ਸਤੋ ਤਮੋ ਵਿੱਚ ਹੀ ਭਰਮਦੇ ਰਹੇ। ਉਹਨਾਂ ਦਾ ਪਾਰ ਬ੍ਰਹਮ ਪਰਮਾਤਮਾ ਦੇ ਨਿਜ ਘਰ ਵਿੱਚ ਵਾਸ ਨਹੀਂ ਹੋਇਆ, ਨਾ ਹੀ ਕਦੇ ਹੋ ਸਕਦਾ ਹੈ ਵੇਦਾਚਾਰੀ ਕਰਮ ਕਮਾਉਣ ਵਾਲਿਆਂ ਦਾ। ਤਿਹਾਂ ਗੁਣਾਂ ਵਿੱਚ ਭਰਮਣ ਤੋਂ ਉਹੀ ਵਡਭਾਗੇ ਪੁਰਸ਼ ਬਚੇ ਰਹੇ ਜਿਨ੍ਹਾਂ ਨੂੰ ਪਰਮਾਤਮਾ ਨੇ ਸਤਿਗੁਰੂ ਦਾ ਮਿਲਾਪ ਕਰਾ ਕੇ ਬਚਾਇਆ। ਤਿਨਾਂ ਦੀ ਵਾਹਿਗੁਰੂ ਨੇ ਸਤਿਗੁਰੂ ਨੂੰ ਮਿਲਾ ਕੇ ਰੱਖਿਆ ਕੀਤੀ ਅਤੇ ਸਤਿਗੁਰੂ ਦੇ ਦੁਆਰਿਓਂ ਪ੍ਰੇਮਾ ਭਗਤੀ ਦਾ ਦਾਨ ਦਿਵਾ ਕੇ ਗੁਰਮਤਿ ਨਾਮ ਦਾ ਸਵਾਸ ਸਵਾਸ ਨਾਮ ਦੜਾਇਆ। ਬ੍ਰਹਮਾ ਦੀ ਰਚੀ ਹੋਈ ਤਿਹਾਂ ਗੁਣਾਂ ਸਤੋ ਰਜੋ ਤਮੋ ਗੁਣਾਂ ਵਾਲੀ ਵੇਦ ਬਾਣੀ ਨਿਰੀ ਜੰਜਾਲ ਰੂਪ ਹੀ ਹੈ। ਬ੍ਰਹਮਾ ਦੀ ਵੇਦ ਰੂਪੀ ਬਾਣੀ ਤ੍ਰੈ ਗੁਣਾਂ ਦੇ ਜੰਜਾਲ ਨਾਲ ਹੀ ਭਰੀ ਪਈ ਹੈ। ਤਿਸ ਵਿੱਚ ਦੇਵੀ ਦੇਵਤਿਆਂ ਦੇ ਮੋਹ ਮਾਇਆਵੀ ਤ੍ਰਿਸ਼ਨਾਵੀ ਵਾਦ ਵਿਵਾਦੀ ਝਗੜੇ ਅਤੇ ਕਰਮ ਕਾਂਡ ਦੀਆਂ ਫੋਕਟ ਗੱਲਾਂ ਹੀ ਵਰਣਨ ਹਨ। ਇਹਨਾਂ ਵੇਦਾਂ ਨੂੰ ਪੜ੍ਹਨ ਹਾਰੇ ਵੀ ਵਾਦ ਹੀ ਵਖਾਣਦੇ ਹਨ, ਝਗੜੇ ਦੀਆਂ ਗੱਲਾਂ ਵਿੱਚ ਹੀ ਉਲਝ ਜਾਂਦੇ ਹਨ। ਤਤ ਵਸਤੂ ਉਹਨਾਂ ਦੇ ਵੇਦ ਪੜ੍ਹਨ ਹਾਰਿਆਂ ਦੇ ਪੱਲੇ ਨਹੀਂ ਪੈਂਦੀ। ਜੰਜਾਲ ਦੀਆਂ ਗੱਲਾਂ ਪੜ੍ਹ ਕੇ ਮੋਹ ਮਾਇਆ ਦੇ ਜੰਜਾਲ ਵਾਲੇ ਹੀ ਕਰਮ ਕਮਾਉਂਦੇ ਹਨ, ਜਿਨ੍ਹਾਂ ਦੇ ਕਾਰਨ ਮੋਹ ਮਾਇਆ ਫਾਥੇ ਜੰਜਾਲਾਂ ਵਿੱਚ ਹੀ ਸਾਰੀ ਉਮਰ ਵਿਹਾ ਜਾਂਦੀ ਹੈ ਜੰਜਾਲੀ ਕਰਮ ਕਮਾਉਣ ਵਾਲਿਆਂ ਦੀ, ਜਿਸ ਦੇ ਕਾਰਨ ਅੰਤਕਾਲ ਸਮੇਂ ਜਮ ਦਾ ਠੇਂਗਾ ਉਹਨਾਂ ਦੇ ਸਿਰਾਂ ਤੇ ਵੱਜਦਾ ਹੈ। ਜਮ ਕਾਲ ਦਾ ਇਹ ਠੇਂਗਾ ਬੜਾ ਦੁਖਦਾਈ ਹੈ,
ਪਰ ਸਹਿਣਾ ਹੀ ਪੈਂਦਾ ਹੈ। ਜਮਕਾਲ ਤੋਂ ਬਚਾਉਣ ਵਾਲੀ ਇੱਕੋ ਇੱਕ ਵੱਥ ਨਾਮ ਦੀ ਹੈ, ਸੋ ਉਹਨਾਂ ਦੇ ਪੱਲੇ ਨਹੀਂ ਪੈਂਦੀ। ਆਲ ਜੰਜਾਲੀ ਫੂਸ ਪਰਾਲੀ ਦੀਆਂ ਕਰਮ ਕਰਾਲੀ ਪੰਡਾਂ ਬਨ ਕੇ ਹੀ ਤੁਰਦੇ ਲੱਗਦੇ ਹਨ। ਗੁਰਮਤ ਤੋਂ ਕੁੱਥੇ ਆਨਮਤ ਗ੍ਰਸੇ, ਗੁਰਮਤ ਗਿਆਨ ਮਾਰਗ ਤੋਂ ਮੁੱਠੇ ਗੁਮਰਾਹ, ਮਨਮੁਖ ਅੰਧਲੇ ਨਿਰਗੁਰਤਾ ਗੰਧਲੇ, ਅਭਾਗੇ ਪ੍ਰਾਣੀ ਅਗਿਆਨ ਰੂਪੀ ਉਹਨਾਂ ਦੇ ਆਪਣੇ ਕਰੂਰ ਕਰਮਾਂ ਨੇ ਕੁਮਾਰਗ ਵਿੱਚ ਪਾਏ ਹਨ। ਉਹਨਾਂ ਦੇ ਆਪ ਅਗਿਆਨ ਗੁਮਰਾਹੇ ਮੰਦ ਕਰਮਾਂ ਦੀ ਕਰਮ ਵਿਧਾਤੇ ਨੇ ਇਹੋ ਸਜ਼ਾ ਦਿੱਤੀ ਹੈ ਉਹਨਾਂ ਨੂੰ ਕੁਮਾਰਗੇ ਪਾਉਣ ਦੀ। ਵਾਹਿਗੁਰੂ ਦਾ ਨਾਮ ਵਿਸਾਰ ਕੇ, ਗੁਰਮਤ ਨਾਮ ਵਿਸਾਰ ਕੇ ਅਨੇਕ ਆਨਮਤ ਕਰਮਾਂ ਦੇ ਕਰਨ ਵਿੱਚ ਉਹਨਾਂ ਦੀ ਕਬੁੱਧੀ ਖਚਤ ਹੋ ਗਈ ਹੈ। ਇਹਨਾਂ ਦੂਜੇ ਭਾਏ ਦੇ ਕਰਮਾਂ ਦੇ ਕਰਨ ਕਰ ਉਹ ਭਵ ਸਾਗਰ ਵਿੱਚ ਹੀ ਗਰਕ ਹੋ ਜਾਂਦੇ ਹਨ ਅਤੇ ਅਜਿਹੇ ਮਨਮੁਖ ਅਗਾਹਾਂ ਜਾ ਕੇ ਜਮਕਾਲ ਦੀਆਂ ਚੋਟਾਂ ਖਾਣਗੇ। ਗੁਰੂ ਕੇ ਗੁਰਮੁਖ ਸਿੱਖਾਂ ਦੇ ਜਮਕਾਲ ਨੇੜੇ ਨਹੀਂ ਆਉਂਦਾ। ਗੁਰ ਸ਼ਬਦ ਗੁਰਮਤ ਨਾਮ ਦੇ ਪ੍ਰਤਾਪ ਕਰਕੇ ਉਹਨਾਂ ਦੇ ਅੰਦਰ ਹਉਮੈ ਦਾ ਉੱਕਾ ਹੀ ਅਭਾਵ ਹੋ ਜਾਂਦਾ ਹੈ ਅਤੇ ਦੂਜਾ ਭਾਵ ਉੱਡ ਜਾਂਦਾ ਹੈ। ਦੂਜੇ ਭਾਵ ਦਾ ਨਮੂਦ ਨਹੀਂ ਰਹਿੰਦਾ। ਉਹ ਨਾਮ ਦੇ ਰੰਗਾਂ ਵਿੱਚ ਰੱਤੇ ਹੋਏ ਵਾਹਿਗੁਰੂ ਦੇ ਸਿਫਤ ਸਲਾਹੀ ਗੁਣਾਂ ਦੇ ਗਾਉਣ ਵਿੱਚ ਹੀ ਜੁੱਟੇ ਰਹਿੰਦੇ ਹਨ। ਸਿਫਤ ਸਲਾਹ ਤੋਂ ਵਿਸਰਜਤ ਹੋਏ ਮਨਮੁਖ ਕਰਮਾਂ ਦੇ ਮਾਰੇ ਫਿਟਕਾਰੇ ਹੋਏ ਅਨੇਕ ਪ੍ਰਕਾਰੀ ਦੁੱਖਾਂ ਦੀਆਂ ਸੱਟਾਂ ਸਹਿੰਦੇ ਹੋਏ ਸਦਾ ਬਿਕਰਾਲ ਸਜ਼ਾਵਾਂ ਭੁਗਤਦੇ ਹਨ। ਇਸ ਤੋਂ ਅਗਲਾ ਗੁਰਵਾਕ ਵੀ ਆਨਮਤ ਕਰਮ ਤੇ ਉਹਨਾਂ ਦੇ ਕਰਨ ਵਾਲਿਆਂ ਦੀ ਦੁਰਗਤੀ ਕਿਸ ਤਰ੍ਹਾਂ ਖੂਬੀ ਨਾਲ ਪ੍ਰਗਟ ਕਰਦਾ ਹੈ, ਜ਼ਰਾ ਗੌਰ ਕਰਕੇ ਵਿਚਾਰੋ। ਬ੍ਰਹਮਾ ਵੇਦ ਪੜ੍ਹੈ ਵਾਦ ਵਖਾਣੈ, ਅੰਤਰ ਤਾਮਸ ਆਪ ਨਾ ਪਛਾਣੈ, ਤਾਂ ਪ੍ਰਭ ਪਾਏ ਗੁਰ ਸ਼ਬਦ ਵਖਾਣੈ। ਗੁਰ ਸੇਵਾ ਕਰੋ ਫਿਰ ਕਾਲ ਨਾ ਖਾਏ, ਮਨਮੁਖ ਖਾਧੇ ਦੂਜੈ ਭਾਏ। ਰਹਾਓ। ਗੌੜੀ ਮਹਲਾ ਤੀਜਾ। ਇਸ ਗੁਰਵਾਕ ਦਾ ਭਾਵ ਇਹ ਹੈ ਕਿ ਬ੍ਰਹਮਾ, ਜਿਸ ਨੂੰ ਵੇਦਾਂ ਦਾ ਕਰਤਾ ਤੇ ਬਖਤਾ ਸਮਝਿਆ ਜਾਂਦਾ ਹੈ, ਵੇਦ ਪੜ੍ਹਦਾ ਹੈ ਤੇ ਵਖਾਣਦਾ ਵੀ ਹੈ। ਵੇਦ ਬਾਣੀ ਉਚਾਰਦਾ ਹੈ ਪਰ ਨਿਰਾ ਵਾਦ ਹੀ ਵਾਦ ਵਖਾਣਦਾ ਹੈ। ਉਸ ਦੇ ਅੰਤਰਗਤ ਤਮੋ ਗੁਣ ਹੀ ਪ੍ਰਧਾਨ ਹੈ, ਜਿਸ ਦੇ ਕਾਰਨ ਉਹ ਆਪਾ ਹੀ ਨਹੀਂ ਚੀਨ ਸਕਦਾ। ਆਪੇ ਨੂੰ ਚੀਨ ਕੇ ਪ੍ਰਭੂ ਨੂੰ ਪਛਾਣ ਸਕੀਦਾ ਹੈ, ਪਰ ਪ੍ਰਭੂ ਨੂੰ ਤਾਂ ਪਛਾਣ ਸਕੀਦਾ ਹੈ ਜੇ ਵੇਦ ਰੂਪੀ ਵਾਦ ਫਲਸਫੇ ਦੇ ਥਾਂ ਗੁਰ ਸ਼ਬਦ ਨੂੰ ਵਖਾਣਨਾ ਉਸ ਦੇ ਭਾਗਾਂ ਵਿੱਚ ਹੋਵੇ। ਗੁਰ ਸ਼ਬਦ ਬਖਾਣੇ ਤੋਂ ਪ੍ਰਭੂ ਪਛਾਣਿਆ ਹੀ ਨਹੀਂ ਸਗੋਂ ਪਾਇਆ ਜਾ ਸਕਦਾ ਹੈ। ਗੁਰ ਸ਼ਬਦ ਦੀਖਿਆ ਗੁਰੂ ਕਾ ਸੇਵਕ ਸਿੱਖ ਬਣਿਆ ਹੀ ਮਿਲ ਸਕਦੀ ਹੈ। ਗੁਰੂ ਕਾ ਸਿੱਖ ਬਣੇ ਤੇ ਗੁਰੂ ਦੀਖਿਆ ਗੁਰਮਤ ਨਾਮ ਦਾ ਅਭਿਆਸ ਦ੍ਰਿੜ ਹੁੰਦਾ ਹੈ। ਗੁਰਮਤ ਨਾਮ ਦੀ ਅਭਿਆਸ ਰੂਪੀ ਸੇਵਾ ਕੀਤਿਆਂ ਫਿਰ ਕਾਲ ਨਹੀਂ ਖਾਂਦਾ। ਗੁਰ ਸ਼ਬਦ ਦੀ ਸੇਵਾ ਅਭਿਆਸ ਕਮਾਈ ਗੁਰੂ ਦੀ ਹੀ ਸੇਵਾ ਹੈ। ਬਸ ਕਾਲ ਤੋਂ ਛੁਟਕਾਰਾ ਜੇ ਹੋ ਸਕਦਾ ਹੈ ਤਾਂ ਗੁਰ ਸੇਵਾ ਭਗਤ ਕਮਾਈ ਤੇ ਹੀ ਹੋ ਸਕਦਾ ਹੈ, ਨਹੀਂ ਤਾਂ ਗੁਰ ਸ਼ਬਦ ਤੋਂ ਮੁਨਹਰਫ ਗੁਰੂ ਤੋਂ ਆਕੀ ਜੋ ਮਨਮੁਖ ਬੰਦੇ ਹਨ, ਸਾਰੇ ਕਾਲ ਦਾ ਹੀ ਲੁਕਮਾ ਹਨ, ਕਿਉਂਕਿ ਉਹ ਦੂਜੇ ਭਾਏ ਦੀ ਉਪਾਸ਼ਨਾਮਈ ਕਰਮ ਕਾਂਡ ਵਿੱਚ ਉਲਝੇ ਹੋਏ ਹਨ। ਹਿੰਦੂਆਂ ਦਾ ਮੁਖੀ ਦੇਵਤਾ ਬ੍ਰਹਮਾ ਵੀ ਮਨਮੁੱਖਾਂ ਦੀ ਮੂਰਲੀ ਸ਼੍ਰੇਣੀ ਵਿੱਚੋਂ ਹੈ ਅਤੇ ਕਾਲ ਦਾ ਖਾਜਾ ਹੈ। ਮੁੜ ਘਿੜ ਕੇ ਜੂਗ ਜਨਮਾਂ ਦੇ ਗੇੜ ਖਾ ਕੇ ਗੁਰ ਸ਼ਰਨੀ ਆਇਆ, ਗੁਰੂ ਨਾਨਕ ਦੇ ਘਰ ਦਾ ਸੇਵਕ ਸਿੱਖ ਬਣਿਆ ਹੀ ਉਸ ਦਾ ਉਧਾਰ ਨਿਸਤਾਰਾ ਉਸ ਦੇ ਮੁਕੱਦਰ ਵਿੱਚ ਲਿਖਿਆ ਹੋਇਆ ਹੈ। ਸੋਈ ਹੋਇਆ ਹੈ, ਸੋਈ ਹੁੰਦਾ ਹੈ ਅਤੇ ਹੋ ਕੇ ਰਹੇਗਾ ਜੋ ਭਾਗਾਂ ਵਿੱਚ ਹੈ, ਨਹੀਂ ਤਾਂ ਫੋਕਟ ਕਰਮਾਂ ਤੋਂ ਕਦੇ ਨਿਸਤਾਰਾ ਨਹੀਂ ਹੁੰਦਾ। ਆਨਮਤ ਦੇ ਕਰਮ ਨਿਸਤਾਰੇ ਦੀ ਸ਼ਕਤ ਤੋਂ ਸਭ ਅਸ਼ਕਤ ਅਤੇ ਬੇਮਕਦੂਰੇ ਹਨ। ਪੌੜੀ ਗੰਗਾ ਖਟ ਸ਼ਾਸਤਰ ਹੋਏ ਗਿਆਤਾ, ਪੂਰਕ ਕੁੰਭਕ ਰੇਚਕ ਕਰਮਾਤਾ, ਗਿਆਨ ਧਿਆਨ ਤੀਰਥ ਇਸ਼ਨਾਨੀ, ਸੋਮ ਪਾਕ ਅਪਰਸ ਉਦਿਆਨੀ, ਰਾਮ ਨਾਮ ਸੰਗ ਮਨ ਨਹੀਂ ਹੇਤਾ, ਜੋ ਕਛ ਕੀਨੋ ਸੋ ਅਨੇਤਾ, ਉਆਤੇ ਊਤਮ ਗਨੋ ਚੰਡਾਲਾ, ਨਾਨਕ ਜਿਹ ਮਨ ਬਸੈ ਗੋਪਾਲਾ। ਗੌੜੀ 52 ਅੱਖਰੀ ਮਹਲਾ ਪੰਜਵਾਂ। ਭਾਵ ਨੰਗੇ ਅੱਖਰ ਦੁਆਰਾ ਉਪਦੇਸ਼ ਕਰਕੇ ਗੁਰੂ ਸਾਹਿਬ ਇਹ ਫੁਰਮਾਨ ਫਰਮਾਉਂਦੇ ਹਨ, ਭਾਵੇਂ ਕੋਈ ਪੁਰਸ਼ 6 ਸ਼ਾਸਤਰਾਂ ਦਾ ਗਿਆਤਾ ਗਿਆਨਵਾਨ ਹੋਵੇ, अर्थात कपिल का सांख शास्त्र, गौतम का न्याय शास्त्र, पतंजलि का योग शास्त्र, उत्तर मीमांसा, पूर्व मीमांसा, वेदांत शास्त्र, 6 ਹੀ ਸ਼ਾਸਤਰਾਂ ਦਾ ਗਿਆਨ ਪ੍ਰਬੀਨ ਹੋਵੇ ਅਤੇ ਇਹਨਾਂ 6 ਹੀ ਸ਼ਾਸਤਰਾਂ ਦੇ ਦ੍ਰਿੜਾਏ ਕਰਮਾਂ ਦਾ ਅਨੁਸਾਰੀ ਕਰਮ ਕਰਨਹਾਰੀ ਹੋਵੇ।
ਤੇ ਪੂਰਕ ਕੁੰਭਕ ਰੇਚਕ ਯੋਗ ਹਠ ਯੋਗ ਦੇ ਤੇਹਾਂ ਪ੍ਰਾਣਾਯਾਮੀ ਹਠ ਕਰਮਾਂ ਅਰਥਾਤ ਪੂਰਕ ਦੁਆਰਾ ਆਪਣੇ ਪ੍ਰਾਣਾਂ ਨੂੰ ਉਤਾਹਾਂ ਚੜਾਉਣਾ ਸਿੱਖ ਲਵੇ, ਕੁੰਭਕ ਕਰਮ ਦੁਆਰਾ ਸਵਾਸਾਂ ਨੂੰ ਉੱਪਰ ਰੋਕੀ ਰੱਖਣ ਦੀ ਪ੍ਰੈਕਟਿਸ ਵਿੱਚ ਪ੍ਰਬੀਨ ਹੋ ਜਾਵੇ, ਰੇਚਕ ਕਰਮ ਦੁਆਰਾ ਸਵਾਸਾਂ ਨੂੰ ਉਤਾਰਨ ਬਾਹਰ ਕੱਢਣ ਦੀ ਯੁਕਤੀ ਦਾ ਯਕੀਨੀ ਮਾਹਰ ਹੋ ਜਾਵੇ, ਇਤ ਉਤ ਹਠ ਯੋਗ ਕਰਮਾਰੀ ਗਿਆਨੀ ਧਿਆਨੀ ਬਣ ਜਾਵੇ, ਅਥਵਾ ਹੋਰ ਆਨਮਤ ਫਲਸਫਿਆਂ ਦਾ ਸਰਟੀਫਾਈਡ ਗਿਆਨੀ ਡਿਗਰੀਦਾਰ ਗਿਆਨੀ ਹੋ ਜਾਵੇ, ਜਾਂ ਆਨਮਤ ਮਤੀਸ਼ਰੀ ਗਿਆਨੀ ਬਣਨ ਦੀ ਪ੍ਰਸਿੱਧਤਾ ਪ੍ਰਾਪਤ ਕਰ ਲਵੇ, ਭਾਵੇਂ ਲੱਖ ਮੈਡੀਟੇਸ਼ਨੀ ਆਨਮਤ ਧਿਆਨ ਇਲਮਾਂ ਦਾ ਧਿਆਨੀ ਬਣ ਲਵੇ ਅਤੇ ਫੋਕੇ ਧਿਆਨ ਜਮਾਉਣ ਸਿੱਖ ਲਵੇ ਅਤੇ ਸਿੱਖ ਕੇ ਆਪਣੇ ਆਪ ਨੂੰ ਧਿਆਨ ਕਰਮੀ ਸਦਾ ਲਵੇ। ਇਹ ਆਨਮਤ ਕਰਮ ਸਭੇ ਹੀ ਨਿਸਫਲ ਹਨ। ਕਈ ਆਨਮਤ ਗ੍ਰਸੇ ਕਰਮਾਚਾਰੀ ਚੰਦਰਮਾ ਦੀ ਰੋਸ਼ਨੀ ਵਿੱਚ ਪੱਕੇ ਹੋਏ ਫਲਾਂ ਦਾ ਆਹਾਰ ਕਰਨ ਨੂੰ ਹੀ ਵਿਸੇਖ ਸਮਝਦੇ ਹਨ ਅਤੇ ਚੰਦਰਮਾ ਦੀ ਘਟਦੀ ਵੱਧਦੀ ਕਲਾ ਨੂੰ ਦੇਖ ਕੇ ਉਸ ਦੇ ਘਟਾਓ ਵਧਾਓ ਅਨੁਸਾਰ ਆਪਣੇ ਆਹਾਰ ਨੂੰ ਘਟਾਉਣ ਵਧਾਉਣ ਦੀ ਕਿਰਿਆ ਵਿੱਚ ਖਚਤ ਰਹਿੰਦੇ ਹਨ। ਐਸੇ ਕਰਮਾਚਾਰੀ ਆਪਣੇ ਆਪ ਨੂੰ ਸੋਮ ਪਾਕੀਏ ਕਹਾਉਂਦੇ ਹਨ। ਕਈ ਅਪਰਸੀਏ ਕਿਸੇ ਨਾਲ ਪਰਸਦੇ ਛੂੰਹਦੇ ਨਹੀਂ ਤੇ ਇਸ ਅਪਰਸ ਕਰਮ ਦੀ ਸ਼ੇਖੀ ਤੇ ਭਰਮੇ ਰਹਿੰਦੇ ਹਨ। ਕਈ ਆਨਮਤ ਕਰਮਾਚਾਰੀ ਉਦਿਆਨ ਉਜਾੜਾਂ ਵਿੱਚ ਵਾਸਾ ਰੱਖਣੇ ਨੂੰ ਮੁਕਤੀ ਦਾ ਕਾਰਨ ਮੰਨਦੇ ਹਨ। ਇਹ ਉੱਪਰ ਦੱਸੇ ਸਾਰੇ ਕਰਮ ਨਾਸਵੰਤ ਹਨ ਅਤੇ ਇਹਨਾਂ ਕਰਮਾਂ ਦੇ ਕੀਤਿਆਂ ਨਾਮ ਨਾਲ ਨਿਉ ਨਹੀਂ ਲੱਗਦਾ। ਅਜਿਹੇ ਕਰਮ ਕੀਤੇ ਸਾਰੇ ਅਜਾਈ ਜਾਂਦੇ ਹਨ। ਇਹਨਾਂ ਤੋਂ ਕੋਈ ਵੀ ਲਾਭ ਨਹੀਂ, ਨਾ ਹੀ ਪਰਮਾਰਥਕ ਤੇ ਨਾ ਹੀ ਆਰਥਕ। ਅਜਿਹੇ ਕਰਮ ਅਭਿਮਾਨੀਆਂ ਨਾਲੋਂ ਚੰਡਾਲਾਂ ਦੇ ਘਰ ਜਨਮ ਲੈਣ ਵਾਲਾ ਉਹ ਪ੍ਰਾਣੀ ਉੱਤਮ ਹੈ ਜਿਸ ਦੇ ਹਿਰਦੇ ਅੰਦਰ ਗੋਬਿੰਦ ਗੋਪਾਲ ਦਾ ਨਾਮ ਵਸਿਆ ਹੋਇਆ ਹੋਵੇ। ਉਹ ਆਨਮਤ ਕਰਮ ਜੋ ਪਾਪਾਂ ਦੇ ਨਾਸ਼ ਕਰਨ ਲਈ ਪ੍ਰਾਸ਼ਚਿਤ ਵਜੋਂ ਕੀਤੇ ਜਾਂਦੇ ਹਨ ਕਿਸੇ ਲੇਖੇ ਨਹੀਂ, ਚਾਹੇ ਅਜਿਹੇ ਅਨੇਕਾਂ ਹੀ ਕਰਮ ਕੀਤੇ ਜਾਣ, ਇਹਨਾਂ ਦੁਆਰਾ ਪ੍ਰਾਣੀ ਦਾ ਉੱਕਾ ਹੀ ਨਿਸਤਾਰਾ ਨਹੀਂ ਹੁੰਦਾ। ਗੁਰਮਤ ਨਾਮ ਰੂਪੀ ਸਿਫਤ ਸਲਾਹ ਵਾਲਾ ਜਾਪ ਅਭਿਆਸ ਸੱਚੜਾ ਕਰਮ ਕੋਟਾਨ ਕੋਟ ਪਾਪਾਂ ਨੂੰ ਪਰਹਰਨ ਲਈ ਸਮਰੱਥ ਹੈ। ਯਥਾ ਗੁਰਵਾਕ ਅਨਿਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾ ਪਰ ਹਰੈ। ਗੌੜੀ ਸੁਖਮਨੀ ਮਹਲਾ ਪੰਜਵਾਂ। ਚਾਹੇ ਕਿਤਨੇ ਹੀ ਆਨਮਤ ਕਰਮ ਕੀਤੇ ਜਾਣ, ਵੇਦ ਪੁਰਾਨ ਸਿਮਰਤੀਆਂ ਨੂੰ ਚਾਹੇ ਕਿਤਨਾ ਹੀ ਘੋਖਿਆ ਜਾਵੇ ਅਤੇ ਉਹਨਾਂ ਦੇ ਅਨੁਸਾਰੀ ਹੋ ਕੇ ਭਾਵੇਂ ਸਾਰੇ ਕਰਮ ਸਾਰੀ ਉਮਰ ਕੋਈ ਕਰਦਾ ਰਹੇ, ਪਰ ਇਹਨਾਂ ਦੇ ਕੀਤਿਆਂ ਜਨਮ ਮਰਨ ਨਹੀਂ ਮਿਟਦਾ, ਜੂਨੀਆਂ ਵਿੱਚ ਹੀ ਭਰਮਣਾ ਪੈਂਦਾ ਹੈ। ਯਥਾ ਗੁਰਵਾਕ ਵੇਦ ਪੁਰਾਨ ਸਿਮਰਿਤ ਸੁਨੇ ਬਹੁ ਕਰੋ ਵਿਚਾਰ। ਗੌੜੀ ਥਿੱਤੀ ਮਹਲਾ ਪੰਜਵਾਂ। ਜਨਮ ਮਰਨ ਬਹੁ ਜੋਨ ਭ੍ਰਮਣ ਕੀਨੇ ਕਰਮ ਅਨੇਕ। ਗੌੜੀ ਥਿੱਤੀ ਮਹਲਾ ਪੰਜਵਾਂ। ਆਨਮਤੀ ਲੋਗ ਆਨਮਤਾਂ ਦੇ ਨੇਤਾ ਸਾਧਕ ਸਿਰ ਸੁਰ ਨਰ ਮੁੰਜਨ ਬਥੇਰੇ ਕਰਮਾਂ ਧਰਮਾਂ ਵਿੱਚ ਪ੍ਰਵਿਰਤ ਹੁੰਦੇ ਹਨ, ਪਰ ਆਪਣਾ ਜਨਮ ਅਜਾਈਂ ਗਵਾ ਲੈਂਦੇ ਹਨ। ਅਨੇਕਾਂ ਆਨਮਤ ਕਰਮ ਕਰੰਦਿਆਂ ਨੂੰ ਮਾਇਆ ਮਲੋ ਮਲੀ ਆ ਚਿਮੜਦੀ ਹੈ। ਇਸ ਚਮੇੜ ਤੋਂ ਉਹ ਇਹਨਾਂ ਕਰਮਾਂ ਦੁਆਰਾ ਛੁਟਕਾਰਾ ਨਹੀਂ ਪਾ ਸਕਦੇ, ਜਿਵੇਂ ਕਿ ਗੁਰਵਾਕ ਹੈ। ਰਾਗ ਆਸਾ ਘਰ ਦੂਜਾ ਮਹਲਾ ਪੰਜਵਾਂ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ, ਜਿਨ ਸੁਖ ਬੈਠਾਲੀ ਤਿਸ ਭਉ ਬਹੁਤ ਦਿਖਾਇਆ। ਭਾਈ ਮੀਤ ਕੁਟੰਬ ਦੇਖ ਬਿਬਾਦੇ, ਹਮ ਆਈ ਵਸਗਤ ਗੁਰ ਪ੍ਰਸਾਦੇ। ਐਸਾ ਦੇਖ ਬਿਮੋਹਿਤ ਹੋਏ, ਸਾਧਕ ਸਿੱਧ ਸੁਰਦੇਵ ਮਨੁੱਖਾ। ਬਿਨ ਸਾਧੂ ਸਭ ਧਰੋਹਨ ਧਰੋਹੇ। ਰਹਾਉ ਇੱਕ ਫਿਰੈ ਉਦਾਸੀ ਤਿਨ ਕਾਮ ਵਿਆਪੈ, ਇੱਕ ਸੰਚੈ ਗਿਰਹੀ ਤਿਨ ਹੋਏ ਨਾ ਆਪੈ। ਇੱਕ ਸਤੀ ਕਹਾਵੈ ਤਿਨ ਬਹੁਤ ਕਲ ਪਾਵੈ, ਹਮ ਹਰ ਰਾਖੇ ਲਗ ਸਤਿਗੁਰ ਪਾਵੈ। ਤਪ ਕਰਤੇ ਤਪਸੀ ਭੁਲਾਏ, ਪੰਡਿਤ ਮੋਹੇ ਲੋਭ ਸਬਾਏ। ਤ੍ਰੈ ਗੁਣ ਮੋਹੇ ਮੋਹਿਆ ਆਕਾਸ਼, ਹਮ ਸਤਿਗੁਰ ਰਾਖੇ ਦੇ ਕਰ ਹਾਥ। ਗਿਆਨੀ ਕੀ ਹੋਏ ਵਰਤੀ ਦਾਸ, ਕਰ ਜੋੜੇ ਸੇਵਾ ਕਰੇ ਅਰਦਾਸ। ਜੋ ਤੂੰ ਕਹੈਂ ਸੋ ਕਾਰ ਕਮਾਵਾਂ, ਜਨ ਨਾਨਕ ਗੁਰਮੁਖ ਨੇੜ ਨਾ ਆਵਾਂ। ਵਿਆਖਿਆ ਜਿਸ ਪ੍ਰਾਣੀ ਨੇ ਮਾਇਆ ਨਾਲ ਮੋਹ ਪਾਇਆ ਹੈ, ਮੋਹ ਮਮਤਾ ਮਈ ਪ੍ਰੀਤ ਲਾਈ ਹੈ, ਉਸ ਨੂੰ ਇਹ ਡਾਇਣ ਮਾਇਆ ਖਾ ਜਾਂਦੀ ਹੈ। ਜਿਸ ਕਿਸੇ ਨੇ ਇਸ ਨੂੰ ਆਦਰ ਦਿੱਤਾ ਹੈ, ਉਸ ਨੂੰ ਇਸ ਨੇ ਉਲਟ ਬਹੁਤ ਭੈਜਲ ਦਿਖਾਇਆ ਹੈ। ਸਕਿਆਂ ਤੋਂ ਸਕੇ ਭਾਈ, ਪਰਸਪਰ ਮਿੱਤਰਚਾਰੀ ਰੱਖਣ ਵਾਲੇ ਮਿੱਤਰ ਸੱਜਣ ਅਤੇ ਕੁਟੁੰਬਾਂ ਦੇ ਜੀਵ, ਪਰਿਵਾਰਾਂ ਦੇ ਪਰਿਵਾਰ ਮਾਇਆ ਕਾਰਨ ਲੜ ਲੜ ਅਤੇ ਖਹਿ ਖਹਿ ਮਰਦੇ ਹਨ। ਗੁਰੂ ਦੀ ਕਿਰਪਾ ਨਾਲ ਗੁਰਮੁਖਾਂ ਦੇ ਇਹ ਮਾਇਆ ਸਦਾ ਵਸਗਤ ਅਧੀਨ ਹੀ ਰਹਿੰਦੀ ਹੈ।
ਪਹੁੰਦੀ ਨਹੀਂ, ਹੋਰ ਸਭਨਾਂ ਨੂੰ ਪੋਹ ਮੋਹ ਲੈਂਦੀ ਹੈ, ਚਾਹੇ ਕਿਤਨੇ ਹੀ ਆਨਮਤ ਕਰਮਾਂ ਦੇ ਕਰਨਹਾਰੇ ਹੋਣ। ਕੇਵਲ ਗੁਰਮੁਖਾਂ ਨੇ ਹੀ ਇਸ ਉੱਤੇ ਆਪਣਾ ਵਸੀਕਾਰ ਪਾਇਆ ਹੈ। ਮਾਇਆ ਦਾ ਐਸਾ ਪ੍ਰਭਾਵ ਹੈ ਕਿ ਇਸ ਨੂੰ ਦੇਖ ਕੇ ਗੁਰਮੁਖਾਂ ਤੋਂ ਬਿਨਾਂ ਸਭੇ ਹੀ ਨਮਤ ਕਰਮਾਚਾਰੀ ਬਿਲਕੁਲ ਮੋਹੇ ਜਾਂਦੇ ਹਨ। ਕਰਨੀਆਂ ਸਾਧਨਾ ਵਾਲੇ ਸਿੱਧ ਦੇਵਤੇ ਅਤੇ ਮਨੁੱਖ ਇਸ ਠੱਗਣੀ ਨੇ ਸਭ ਠੱਗ ਲਏ ਹਨ। ਬਚੇ ਹਨ ਤਾਂ ਗੁਰੂ ਘਰ ਦੇ ਗੁਰਮੁਖ ਸਾਧੂ ਜਨ ਹੀ ਨਾਮ ਦੇ ਪ੍ਰਤਾਪ ਕਰ ਬਚੇ ਹਨ। ਅਗਿਣਤ ਐਸੇ ਲੋਕ ਹਨ ਜੋ ਗ੍ਰਹਸਥ ਤੋਂ ਉਪਰਾਮ ਹੋ ਕੇ ਉਦਾਸੀ ਭੇਖ ਧਾਰਨ ਕਰਕੇ ਅਤੇ ਸੰਨਿਆਸੀ ਬਣ ਕੇ ਬਣਾਂ ਵਿੱਚ ਜਾ ਵਿਚਰਦੇ ਹਨ। ਤਿਨਾਂ ਨੂੰ ਵੀ ਮਾਇਆ ਦੀ ਕਾਮਨਾ ਜਾ ਵਿਆਪਦੀ ਹੈ। ਬਣ ਬੈਠਿਆਂ ਅਤੇ ਗ੍ਰਸਤੋਂ ਬਾਹਰ ਫਿਰਦਿਆਂ ਨੂੰ ਵੀ ਜਾ ਚਿਮੜਦੀ ਹੈ। ਜਿਹੜੇ ਗ੍ਰਸਤੀ ਹਨ, ਗ੍ਰਸਤੀ ਬਣ ਕੇ ਗ੍ਰਹਸਥ ਧਰਮ ਧਾਰਨ ਕਰਦੇ ਹਨ, ਆਨਮਤਾਂ ਦੇ ਆਸਰੇ ਆਨਮਤ ਕਰਮ ਧਰਮ ਕਰਦੇ ਹਨ, ਉਹ ਇਸ ਮਾਇਆ ਨੂੰ ਇਕੱਠੀ ਕਰਨ ਵਿੱਚ ਰਚ ਪਚ ਜਾਂਦੇ ਹਨ। ਪਰ ਉਹ ਇਹਨਾਂ ਦੀ ਬਣਦੀ ਨਹੀਂ, ਇਹਨਾਂ ਦੇ ਕਾਬੂ ਵਿੱਚ ਹੀ ਨਹੀਂ ਰਹਿੰਦੀ, ਸਗੋਂ ਧੋਖਾ ਦੇ ਜਾਂਦੀ ਹੈ। ਪਏ ਐਵੇਂ ਖੱਪ ਮਰਦੇ ਹਨ ਮਾਇਆ ਧਾਰੀ। ਜਿਨ੍ਹਾਂ ਦੇ ਘਰ ਬਹੁਤੀ ਹੁੰਦੀ ਹੈ ਉਹ ਚਿੰਤਾ ਰੋਗ ਦੇ ਗ੍ਰਸੇ ਰਹਿੰਦੇ ਹਨ। ਜਿਨ੍ਹਾਂ ਕੋਲੇ ਥੋੜੀ ਹੁੰਦੀ ਹੈ ਦੁਆਰੇ ਦੁਆਰੇ ਭਰਮਦੇ ਫਿਰਦੇ ਹਨ। ਇੱਕ ਗ੍ਰਸਤ ਵਿੱਚ ਰਹਿ ਕੇ 7 ਧਰਮੀ ਸਦਾਉਂਦੇ ਹਨ। ਤਿਨਾਂ ਨੂੰ ਸਗੋਂ ਇਹ ਮਾਇਆ ਹੋਰ ਕਲਪਾਉਂਦੀ ਹੈ। ਭਾਂਤ ਭਾਂਤ ਰੂਪਾਂ ਵਿੱਚ ਭਾਂਤ ਭਾਂਤ ਦੇ ਦੁੱਖ ਦੇ ਕੇ ਕਣਤਾਉਂਦੀ ਸਤਾਉਂਦੀ ਹੈ ਅਤੇ ਉਹਨਾਂ ਦੇ 7 ਧਰਮ ਨੂੰ ਭੰਗ ਕਰ ਦਿੰਦੀ ਹੈ। ਇਹਨਾਂ ਆਨਮਤੀਆਂ ਦੇ ਆਨਮਤ 7 ਧਰਮ ਕਰਮ ਨੂੰ ਭ੍ਰਿਸ਼ਟ ਕਰ ਦਿੰਦੀ ਹੈ। ਤਿਨਾਂ ਦੇ ਕੀਤੇ ਧਰਮ ਕਰਮ ਮਾਇਆ ਉੱਤੇ ਕਾਬੂ ਨਹੀਂ ਪਾ ਸਕਦੇ, ਸਗੋਂ ਇਹ ਧਰਮੀ ਕਰਮੀ ਆਪ ਹੀ ਉਸ ਦੇ ਕਾਬੂ ਵਿੱਚ ਆ ਜਾਂਦੇ ਹਨ। ਮਾਇਆ ਦੇ ਪੰਜੇ ਵਿੱਚ ਫਸ ਕੇ ਜਕੜੇ ਜਾਂਦੇ ਹਨ। ਗੁਰੂ ਦੇ ਸਿੱਖ ਹੀ ਗ੍ਰਹਸਥ ਧਰਮ ਵਿੱਚ ਰਹਿ ਕੇ ਗੁਰਮਤ ਕਰਮ ਧਰਮ ਕਰਦਿਆਂ ਸਤਿਗੁਰੂ ਗੁਰੂ ਨਾਨਕ ਦੇ ਚਰਨ ਸ਼ਰਨੀ ਧਿਆਨ ਧਰਦੇ ਹੋਏ ਇਸ ਮਾਇਆ ਤੋਂ ਅਲੇਪ ਰਹਿ ਸਕਦੇ ਹਨ, ਸਦਾ ਅਲੇਪ ਹੀ ਰਹਿੰਦੇ ਹਨ। ਤਿਨਾਂ ਨੂੰ ਕੋਈ ਲੇਸ ਨਹੀਂ ਲੱਗਦਾ ਇਸ ਬਪੜੀ ਮਾਇਆ ਦਾ। ਤਪ ਕਰਨ ਹਾਰੇ ਤਪਸੀਆਂ ਆਨਮਤਾਂ ਦੇ ਬੜੇ ਬੜੇ ਤਪੀਸਰਾਂ ਨੂੰ ਇਸ ਮਾਇਆ ਨੇ ਲੁਭਾ ਕੇ 7 ਮਾਰਗ ਤੋਂ ਤਤ ਪਰਮਾਰਥ ਤੋਂ ਗੁੰਮਰਾਹ ਕਰ ਦਿੱਤਾ ਹੈ। ਗੁੰਮਰਾਹ ਕੀ, ਸਗੋਂ ਤਿਨਾਂ ਤਪੱਸੀਆਂ ਨੂੰ ਇਹ ਪਰਮਾਰਥ ਵੱਲ ਲੱਗਣ ਹੀ ਨਹੀਂ ਦਿੰਦੀ। ਬਥੇਰਾ ਆਨਮਤ ਦਾ ਤਪ ਕਰ ਕਰ ਤਪੀਸ਼ਰ ਜਨ ਜ਼ੋਰ ਲਾ ਥੱਕਦੇ ਹਨ। ਉਹਨਾਂ ਦੇ ਕੀਤੇ ਤਪ ਕਿਸੇ ਬਿੱਲੇ ਨਹੀਂ ਲੱਗਦੇ। ਐਸੀ ਕਰਮ ਕਮਾਉਣੀ ਉਹਨਾਂ ਤੇ ਪੈਂਦੀ ਹੈ ਕਿ ਉਹ ਮਾਇਆ ਵਿੱਚ ਹੀ ਉਲਝ ਜਾਂਦੇ ਹਨ, ਤਪ ਕਰਨੋਂ ਹੀ ਰਹਿ ਖੜੋਂਦੇ ਹਨ। ਬੜੇ ਬੜੇ ਵੇਦ ਵੇਤਾ, ਪੰਡਿਤ ਬੇਦਾਚਾਰੀ, ਕਰਮਾਂ ਧਰਮਾਂ ਦੇ ਪੁਜਾਰੀ ਸਾਰੇ ਮਾਇਆ ਮੋਹ ਵਿੱਚ ਲੁਭਾਏ ਜਾਂਦੇ ਹਨ। ਮਾਇਆ ਉਹਨਾਂ ਨੂੰ ਵੀ ਲੁਭਾਏ ਲੈਂਦੀ ਹੈ। ਕੋਈ ਵੀ ਸੁੱਕਾ ਨਹੀਂ ਬਚਦਾ। ਇਸ ਧਰਤੀ ਤੇ ਤ੍ਰੈਗੁਣੀ ਜੀਵ ਸਾਰੇ ਮਾਇਆ ਦੇ ਹੀ ਫੱਟੇ ਮੋਹੇ ਤੇ ਜਕੜੇ ਹੋਏ ਹਨ ਅਤੇ ਗਗਨ ਮੰਡਲੀ ਤਾਰਾਗਣ ਪ੍ਰਿਥਵੀਆਂ ਦੇ ਆਕਾਸ਼ਵਾਸੀ ਦੇਵਲੋਕ ਵੀ ਮਾਇਆ ਦੇ ਮੋਹੇ ਪਏ ਹਨ। ਕੇਵਲ ਸਤਿਗੁਰੂ ਨਾਨਕ ਸਾਹਿਬ ਦੀ ਛਤਰ ਛਾਇਆ ਹੇਠ ਰਹਿਣ ਵਾਲਿਆਂ ਗੁਰਮੁਖ ਜਨਾਂ ਨੂੰ ਹੀ ਸਤਿਗੁਰੂ ਹੱਥ ਦੇ ਕੇ ਰੱਖਦਾ ਹੈ। ਜਿਨ੍ਹਾਂ ਨੂੰ ਸੱਚੇ ਸਤਿਗੁਰੂ ਨੇ ਗੁਰਮਤ ਗਿਆਨ ਬਖਸ਼ਿਆ ਹੈ, ਤਿਨਾਂ ਨਾਮ ਹੁਲਾਸੀ ਰਸ ਜੋਤ ਵਿਗਾਸੀ ਗਿਆਨੀਆਂ ਦੀ ਇਹ ਮਾਇਆ ਉਲਟੀ ਦਾਸੀ ਬਣ ਕੇ ਰਹਿੰਦੀ ਹੈ। ਹੱਥ ਜੋੜ ਕੇ ਅਰਦਾਸ ਕਰਦੀ ਹੈ ਗੁਰਮੁਖ ਗਿਆਨ ਪ੍ਰਕਾਸ਼ੀ ਸਿੱਖ ਦੇ ਅੱਗੇ ਕਿ ਜੋ ਤੁਸੀਂ ਫਰਮਾਓਗੇ ਉਹੀ ਕਾਰ ਕਮਾਵਾਂਗੀ। ਗੁਰੂ ਨਾਨਕ ਦੇ ਵਰੋਸਾਏ ਗੁਰਮੁਖਾਂ ਦੇ ਨੇੜੇ ਨਹੀਂ ਜਾਵਾਂਗੀ, ਦੂਰ ਹੀ ਹੱਥ ਜੋੜ ਕੇ ਖੜੀ ਰਹਾਂਗੀ। ਕਰਮ ਧਰਮ ਦੀ ਤਤਸਾਰ ਸੋਝੀ ਤੋਂ ਸਖਣੇ ਆਨਮਤੀ ਲੋਕਾਂ ਦੀ ਮੁਕਤੀ ਵੱਲ ਸੁਰਤੀ ਨਹੀਂ। ਉਹਨਾਂ ਨੂੰ ਮੁਕਤੀ ਕਦਾਚਿਤ ਪ੍ਰਾਪਤ ਨਹੀਂ ਹੋ ਸਕਦੀ। ਸ਼ਬਦ ਸੁਰਤ ਦੇ ਪਰਮਾਰਥੀ ਪੰਥ ਉੱਤੇ ਉਹ ਪੈਂਦੇ ਹੀ ਨਹੀਂ, ਜਿਸ ਦੇ ਜ਼ਰੀਏ ਕਿ ਪਰਮਾਰਥ ਦੀ ਮੰਜ਼ਲ ਦੀ ਟੀਸੀ ਤੇ ਪਹੁੰਚੀਦਾ ਹੈ। ਇਸ ਪਰਮ ਪਦ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਦੇ ਗੁਰਮੁਖ ਸਿੱਖ ਹੀ ਗੁਰ ਸ਼ਬਦ ਦੀ ਬਰਕਤ ਨਾਲ ਪ੍ਰਾਪਤ ਹੁੰਦੇ ਹਨ। ਉਹ ਦਿਨ ਰਾਤ ਸਿਫਤ ਸਲਾਹ ਦੇ ਸੱਚੜੇ ਗੁਰਮਤ ਕਰਮ ਦੀ ਅਭਿਆਸ ਕਮਾਈ ਵਿੱਚ ਹੀ ਜੁਟੇ ਰਹਿੰਦੇ ਹਨ। ਆਨਮਤੀਆਂ ਵਾਲੇ ਹੋਰ ਕਰਮ ਕਰਨ ਦੀ ਉਹਨਾਂ ਨੂੰ ਲੋੜ ਨਹੀਂ। ਇਹਨਾਂ ਫੋਕੇ ਆਨਮਤ ਕਰਮਾਂ ਵਿੱਚ ਉਹ ਪੈਂਦੇ ਹੀ ਨਹੀਂ। ਯਥਾ ਗੁਰਵਾਕ ਕਰਮ ਧਰਮ ਕੀ ਸਾਰ ਨਾ ਜਾਣੈ, ਸੁਰਤ ਮੁਕਤ ਕਿਉ ਪਾਈਐ, ਨਾਨਕ ਗੁਰਮੁਖ ਸ਼ਬਦ ਪਛਾਣੈ, ਅਹਨਸ ਨਾਮ ਧਿਆਈਐ। ਆਸਾ ਮਹਲਾ ਪਹਿਲਾ। ਸਗਲੇ ਆਨਮਤ ਕਰਮਾਂ ਨੂੰ ਅਗਲੇ ਗੁਰਵਾਕ ਅੰਦਰ ਗਿਣ ਗਿਣ ਕੇ ਰੱਦ ਕੀਤਾ ਹੈ। ਯਥਾ ਗੁਰਵਾਕ। ਮਹਲਾ ਪਹਿਲਾ।
ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪਰਵਾਨ, ਲੱਖ ਤਪ ਉੱਪਰ ਤੀਰਥਾਂ, ਸਹਿਜ ਜੋਗ ਬੇਬਾਨ, ਲੱਖ ਸੂਤਨ ਸੰਗਰਾਮ, ਰਣ ਮੈਂ ਛੁਟੈ ਪ੍ਰਾਣ, ਲੱਖ ਸੁਰਤੀ ਲਖ ਗਿਆਨ ਧਿਆਨ, ਪੜ੍ਹੀਆਂ ਪਾਠ ਪੁਰਾਣ, ਜਿਨ ਕਰਤਾ ਕਰਣਾ ਕੀਆ, ਲਿਖਿਆ ਆਵਣ ਜਾਣ, ਨਾਨਕ ਮੱਤੀ ਮਿਥਿਆ, ਕਰਮ ਸੱਚਾ ਨਿਸ਼ਾਨ। ਆਸਾ ਦੀ ਵਾਰ। ਵਿਆਖਿਆ। ਮਹਿਜ਼ ਇਖਲਾਕੀ ਨੇਕੀਆਂ, ਹਉਮੈ ਭਰੀਆਂ ਚੰਗਿਆਈਆਂ ਦੇ ਕਰਮ ਕਰਕੇ ਭਾਵੇਂ ਕੋਈ ਲੱਖ ਪੁੰਨਾ ਨਾਉਂ ਵਾਲਾ ਪ੍ਰਸਿੱਧ ਪੁੰਨ ਕਰਮੀ ਮਸ਼ਹੂਰ ਹੋ ਗਿਆ ਹੋਵੇ ਅਤੇ ਉਸ ਦਾ ਨਾਉਂ ਲੱਖ ਪੁੰਨਾ ਲੱਖ ਪੁੰਨ ਕਰਨ ਵਾਲਾ ਪੈ ਗਿਆ ਹੋਵੇ, ਤਾਂ ਵੀ ਉਸ ਦੇ ਲੱਖ ਪੁੰਨ ਕਰਮ ਲੱਖਾਂ ਨੇਕੀਆਂ ਚੰਗਿਆਈਆਂ ਵਾਲੇ ਕੀਤੇ ਕਿਸੇ ਲੇਖੇ ਨਹੀਂ ਪੈਂਦੇ। ਨਿਰਾ ਹਉਮੈ ਨੂੰ ਹੀ ਵਧਾਉਂਦੇ ਹਨ, ਹਉਮੈ ਨੂੰ ਹੀ ਪੱਠੇ ਪਾਉਂਦੇ ਹਨ। ਤੀਰਥਾਂ ਤੇ ਜਾ ਜਾ ਕੇ ਨਿਵਾਸ ਕਰ ਕਰਕੇ ਭਾਵੇਂ ਲੱਖਾਂ ਤਪ ਕੀਤੇ ਜਾਣ, ਬਿਆਬਾਨਾਂ ਜੰਗਲਾਂ ਵਿੱਚ ਜਾ ਕੇ ਜੋਗੀਆਂ ਦੇ ਦਸਮ ਦੁਆਰ ਵਿੱਚ ਪ੍ਰਾਣ ਚਾੜ ਕੇ ਸਮਾਧੀ ਲਾਉਣ ਦੇ ਸਾਧਨ ਰੂਪੀ ਨਾਮ ਧਰੀਕ ਸਹਿਜ ਯੋਗ ਅਭਿਆਸ ਕਰਮ ਭਾਵੇਂ ਲੱਖ ਕਮਾਏ ਜਾਣ, ਹਉਮੈ ਅੰਦਰ ਮੈਦਾਨੇ ਜੰਗ ਜੂਝੇ ਜਾਣ, ਓੜਕ ਜੰਗ ਯੁੱਧ ਦੀ ਰਣ ਭੂਮੀ ਵਿੱਚ ਹੀ ਲੜ ਕੇ ਪ੍ਰਾਣ ਤਿਆਗੇ ਜਾਣ, ਸੁਰਤੀਆਂ ਸਿਮਰਤੀਆਂ ਦੇ ਲੱਖਾਂ ਪਾਠ ਅਤੇ ਇਹਨਾਂ ਸੁਰਤੀਆਂ ਸਿਮਰਤੀਆਂ ਦੇ ਅਨੁਸਾਰੀ ਲੱਖਾਂ ਗਿਆਨ ਧਿਆਨ ਸਾਧੇ ਜਾਣ ਅਤੇ ਵੇਦਾਂ ਪੁਰਾਣਾਂ ਨੂੰ ਲੱਖਾਂ ਵਾਰ ਭਾਵੇਂ ਪੜ੍ਹਿਆ ਘੋਖਿਆ ਜਾਵੇ, ਇਹ ਸਭ ਉੱਪਰ ਵਰਣਨ ਕੀਤੀਆਂ ਆਨਮਤ ਮਤੀਆਂ ਸਭ ਮਿਥਿਆ ਹਨ ਅਤੇ ਇਹਨਾਂ ਆਨਮਤ ਮਤੀਆਂ ਅਨੁਸਾਰੀ ਕਰਮ ਕੀਤੇ ਵੀ ਮਿਥਿਆ ਅਤੇ ਬਿਰਥੇ ਹੀ ਹਨ। ਝੂਠ ਮਤਾਂਤਰੀ ਕਰਮ ਵੀ ਸਭ ਝੂਠੇ ਹਨ। ਕਾਰਨ ਕਰਨ ਸਮਰੱਥ ਕਰਤੇ ਕਰਨਹਾਰ ਨੇ ਉਹਨਾਂ ਦੀ ਕਿਸਮਤ ਵਿੱਚ ਆਵਣ ਜਾਣ ਹੀ ਲਿਖਿਆ ਹੈ। ਭਾਣੇ ਦੇ ਮਾਲਕ ਦੀ ਭਾਣੇ ਦੀ ਖੇਡ ਅੰਦਰ ਉੱਪਰਲੇ ਆਨਮਤ ਕਰਮਾਂ ਦੇ ਕਰਨਹਾਰੇ ਸਭੇ 84 ਦੇ ਗੇੜ ਵਿੱਚ ਹੀ ਪੈਂਦੇ ਹਨ। ਇਸ ਕਰਕੇ ਇਹ ਸਭੇ ਆਨਮਤ ਮਤ ਮਤਾਂਤਰੀ ਮਤੀਆਂ ਵਾਲੇ ਕਰਮ ਅਸਤ ਹਨ, ਝੂਠੇ ਹਨ। ਗੁਰਮਤ ਜਪ ਨਿਸ਼ਾਨੀ ਕਰਮ ਹੀ ਸੱਚਾ ਹੈ, ਅਰਥਾਤ ਸਿਫਤ ਸਲਾਹ ਹੀ ਸੱਚਾ ਸਤ ਕਰਮ ਹੈ। ਹੋਰ ਸਭ ਕਰਮ ਤੋੜ ਨਾ ਨਿਭਣ ਵਾਲੇ ਹੋਣ ਕਰਕੇ ਮਿਥਿਆ ਹੀ ਹਨ। ਕਰਨਹਾਰ ਪ੍ਰਾਣੀ ਨੂੰ ਸਹਾਈ ਨਹੀਂ ਹੁੰਦੇ, ਨਾ ਇੱਥੇ ਇਸ ਲੋਕ ਵਿਖੇ, ਨਾ ਉੱਥੇ ਅਗਲੇ ਲੋਕ ਅਰਥਾਤ ਪਰਲੋਕ ਵਿਖੇ। ਤ੍ਰੈਕਾਲਦਰਸੀ ਸਾਹਿਬੇ ਕਸ਼ਫ ਸਤਿਗੁਰੂ ਨਾਨਕ ਪੰਚਮ ਗੁਰੂ ਨੇ ਸਾਰੇ ਸ਼ਾਸਤਰ ਵੇਦ ਪੁਰਾਣ ਸੋਧ ਕੇ ਦੇਖ ਲਏ ਅਤੇ ਸਿਮਰਤੀਆਂ ਦਾ ਤੱਤ ਵੀ ਨਿਚੋੜ ਕੇ ਭਾਂਪ ਲਿਆ। ਇਹਨਾਂ ਦੇ ਪੜਿਆਂ ਇਹਨਾਂ ਦੀ ਅਨੁਸਾਰਤਾ ਅਨੁਸਾਰ ਕਰਮ ਕਮਾਇਆ ਕਿਸੇ ਵੀ ਪ੍ਰਾਣੀ ਦਾ ਨਿਸਤਾਰਾ ਨਹੀਂ ਹੋ ਸਕਦਾ। ਨਿਸਤਾਰਾ ਕਰਨਹਾਰ ਭਵ ਸਾਗਰ ਤੋਂ ਪਾਰ ਉਤਾਰਨਹਾਰ ਉਦਾਹਰਨਹਾਰ ਹੈ ਤਾਂ ਦੀਨਾਨਾਥ ਪ੍ਰਾਨਪਤ ਪੂਰਨ ਪਾਰ ਬ੍ਰਹਮ ਪੂਰਾ ਪ੍ਰਭੂ ਪਰਮਾਤਮਾ ਅਤੇ ਪੂਰੇ ਪ੍ਰਭੂ ਦਾ ਪੂਰਾ ਨਾਮ ਹੀ ਹੈ, ਜੋ ਕੇਵਲ ਗੁਰਮਤ ਦੁਆਰਾ ਹੀ ਕਮਾਇਆ ਅਬਸਿਆਇਆ ਜਾ ਸਕਦਾ ਹੈ। ਆਨਮਤ ਮਤਾਂਤਰੀ ਕਰਮ ਕਮਾਏ ਸਭ ਬਿਅਰਥ ਹਨ। ਯਥਾ ਗੁਰਵਾਕ। ਸ਼ਾਸਤਰ ਵੇਦ ਪੁਰਾਣ ਅਵਿਲੋਕੇ ਸਿਮਰਿਤ ਤਤ ਵਿਚਾਰਾ ਦੀਨਾਨਾਥ ਪ੍ਰਾਨਪਤ ਪੂਰਨ ਭਵਜਲ ਉਧਰਨ ਹਾਰਾ। ਦੇਵ ਗੰਧਾਰੀ ਮਹਲਾ ਪੰਜਵਾਂ। ਵਾਹਿਗੁਰੂ ਦੇ ਚਰਨ ਕਮਲਾਂ ਨੂੰ ਪਰਸਣ ਲਈ ਪ੍ਰਤੱਖ ਦਰਸ਼ਨ ਲਈ ਜਪ ਤਪ ਵਰਤ ਆਦਿ ਕਰਮ ਕੀਤੇ ਸਭੇ ਹੀ ਅਕਾਰਤ ਹਨ। ਇਹਨਾਂ ਆਨਮਤ ਕਰਮਾਂ ਦੇ ਕੀਤਿਆਂ ਤਪਤ ਨਹੀਂ ਬੁਝਦੀ, ਬੁਝਦੀ ਹੈ ਤਾਂ ਸਮਰੱਥ ਸੁਆਮੀ ਅਕਾਲ ਪੁਰਖ ਦੇ ਚਰਨ ਸ਼ਰਨ ਆਇਆ ਹੀ ਬੁਝਦੀ ਹੈ ਅਤੇ ਅਕਾਲ ਪੁਰਖ ਦੀ ਚਰਨ ਸ਼ਰਨ ਨੂੰ ਪ੍ਰਾਪਤ ਹੋਈਦਾ ਹੈ ਤਾਂ ਨਿਰੰਕਾਰੀ ਸਤਿਗੁਰੂ ਦੇ ਬਖਸ਼ੇ ਨਿਰੰਕਾਰੀ ਨਾਮ ਦੀ ਗੁਰਮਤਿ ਦਰਸਾਈ ਅਭਿਆਸ ਕਮਾਈ ਦੁਆਰਾ ਪ੍ਰਾਪਤ ਹੋਈਦਾ ਹੈ। ਯਥਾ ਗੁਰਵਾਕ। ਜਪ ਤਪ ਵਰਤ ਕੀਨੇ ਪੇਖਨ ਕੋ ਚਰਣਾ ਰਾਮ ਤਪਤ ਨ ਕਤਹਿ ਬੁਝੈ ਬਿਨ ਸੁਆਮੀ ਸ਼ਰਣਾ ਰਾਮ। ਬਿਹਾਗੜਾ ਮਹਲਾ ਪੰਜਵਾਂ। ਹਿੰਦੂ ਮਤ ਦੇ ਮੰਨੇ ਪ੍ਰਮੰਨੇ ਵੱਡੇ ਤੋਂ ਵੱਡੇ ਤਿੰਨ ਦੇਵਤੇ ਬ੍ਰਹਮਾ ਵਿਸ਼ਨ ਮਹੇਸ਼ ਸ਼ਿਵਜੀ ਹਨ। ਤਿਹਾਂ ਦੀ ਜੋ ਗਤ ਗੁਰਬਾਣੀ ਅੰਦਰ ਦੱਸੀ ਗਈ ਹੈ ਉਹ ਇਸ ਅਗਲੇ ਗੁਰਵਾਕ ਦੇ ਭਾਵ ਤੋਂ ਜਾਣੀ ਜਾ ਸਕਦੀ ਹੈ। ਯਥਾ ਗੁਰਵਾਕ। ਬ੍ਰਹਮੈ ਵੇਦ ਬਾਣੀ ਪ੍ਰਗਾਸੀ ਮਾਇਆ ਮੋਹ ਪਸਾਰਾ ਮਹਾਦੇਵ ਗਿਆਨੀ ਵਰਤੈ ਘਰ ਆਪਣਾ ਤਾਮਸ ਬਹੁਤ ਅਹੰਕਾਰਾ ਕਿਸ਼ਨ ਸਦਾ ਅਵਤਾਰੀ ਰੁਦਾ ਕਿਤ ਲਗ ਤਰੈ ਸੰਸਾਰਾ। ਵਡਹੰਸ ਮਹਲਾ ਤੀਜਾ। ਬ੍ਰਹਮੇ ਨੇ ਵੇਦ ਰਚੇ ਤੇ ਉਹਨਾਂ ਵੇਦਾਂ ਦੁਆਰਾ ਜੋ ਬਾਣੀ ਪ੍ਰਗਟ ਕੀਤੀ ਉਸ ਵਿੱਚ ਨਿਰਾ ਹੀ ਮੋਹ ਮਾਇਆ ਦਾ ਪਸਾਰਾ ਹੀ ਪਸਰਿਆ ਭਰਿਆ ਪਿਆ ਹੈ। ਸੋ ਜੋ ਵੇਦਾਂ ਨੂੰ ਪੜ੍ਹਦੇ ਹਨ ਉਹ ਮੋਹ ਮਾਇਆ ਵਿੱਚ ਹੀ ਨਾਸ ਗਰਕ ਹੋ ਜਾਂਦੇ ਹਨ। ਬ੍ਰਹਮਾ ਖੁਦ ਵੀ ਮੋਹ ਮਾਇਆ ਵਿੱਚ ਫਸ ਗਿਆ। ਜਦ ਵੇਦ ਦੇ ਰਚਨਹਾਰ ਅਤੇ ਵੇਦ ਬਾਣੀ ਕਥਨਹਾਰੇ ਵੇਦ ਬਾਣੀ ਪ੍ਰਗਾਸਨਹਾਰੇ ਦੀ ਹੀ ਇਹ ਗਤੀ ਹੈ
ਤਾਂ ਬ੍ਰਹਮਾ ਦੀ ਵੇਦਾਂ ਦੁਆਰਾ ਦਿੱਤੀ ਸਿੱਖਿਆ ਉੱਤੇ ਚੱਲਣ ਹਾਰੇ ਲੋਕਾਂ ਦੀ ਗਤੀ ਕੀ ਹੋਵੇਗੀ? ਵੇਦਾਂ ਨੂੰ ਪੜ੍ਹਨ ਗੁੜਨ ਹਾਰੇ ਵੇਦਾਂ ਦੀ ਦਰਸਾਈ ਕਰਮਾਚਾਰੀ ਤੇ ਚੱਲਣ ਵਾਲਿਆਂ ਦੀ ਕੀ ਗਤੀ ਹੋਵੇਗੀ? ਅਰਥਾਤ ਕੁਝ ਵੀ ਨਹੀਂ ਹੋਣੀ, ਨਫੀ ਬਰਾਬਰ ਹੀ ਹੈ, ਨਹੀਂ ਹੋਣੀ ਤੇ ਨਹੀਂ ਹੋਣੀ। ਅਤੇ ਮਹਾਦੇਵ ਜੋ ਆਪਣੇ ਭਾਣੇ ਆਪਣੇ ਘਰ ਬੈਠਾ ਹੀ ਆਪਣੇ ਆਪ ਨੂੰ ਗਿਆਨੀ ਅਖਵਾਉਂਦਾ ਹੈ, ਉਹ ਆਪ ਹੀ ਤਮੋਗੁਣ, ਕ੍ਰੋਧ ਅਤੇ ਹੰਕਾਰ ਦਾ ਨਿਰਾ ਪੁਤਲਾ ਹੈ। ਉਸ ਦੇ ਪਿੱਛ ਲੱਗੂਆਂ ਦਾ ਬਹੁਤਾ ਕ੍ਰੋਧ, ਗੁੱਸਾ ਤੇ ਹੰਕਾਰ ਹੀ ਵੱਧਦਾ ਹੈ। ਅਤੇ ਤੀਜਾ ਦੇਵਤਾ ਜੋ ਹਿੰਦੂਆਂ ਦਾ ਹੈ ਵਿਸ਼ਨੂੰ, ਉਹ ਕ੍ਰਿਸ਼ਨ ਦਾ ਰੂਪ ਵਟਊਆ ਹੋ ਕੇ ਸਦਾ ਅਵਤਾਰ ਧਾਰਨ ਵਿੱਚ ਹੀ ਲੱਗਿਆ ਰਹਿੰਦਾ ਹੈ। ਤਾਂ ਦੱਸੋ ਸੰਸਾਰ ਕਿਹੜੇ ਦੇਵਤੇ ਦੇ ਪਿੱਛੇ ਲੱਗ ਕੇ ਤੁਰੇ? ਸੰਸਾਰੀ ਲੋਕਾਂ ਦੇ ਇਹਨਾਂ ਤਿਹਾਂ ਦੇਵਤਿਆਂ ਦੇ ਪਿੱਛ ਲੱਗ ਕਰਮਾਚਾਰੀ ਬੰਦਿਆਂ ਦਾ ਕਿਵੇਂ ਨਿਸਤਾਰਾ ਹੋਵੇ? ਇਹ ਤਿੰਨੇ ਹੀ ਫੋਕਟ ਕਰਮ ਦੜਾਉਣ ਹਾਰੇ ਹਨ, ਤਾਂ ਹਿੰਦੂ ਮਤ ਦੇ ਵਿਸਥਾਰਤ ਸਭੇ ਕਰਮ ਹੀ ਨਿਸਫਲ ਹਨ। ਅਗਲਾ ਗੁਰਵਾਕ ਆਨਮਤ ਕਰਮਾਂ ਦੀ ਗਤ ਖੂਬ ਨਿਖਾਰਦਾ ਹੈ। ਯਥਾ ਗੁਰਵਾਕ, ਘਰ ਘਰ ਪੜ ਪੜ ਪੰਡਿਤ ਥੱਕੇ, ਸਿੱਧ ਸਮਾਧ ਲਗਾਏ, ਇਹੋ ਮਨ ਵਸ ਨ ਆਵਈ, ਥੱਕੇ ਕਰਮ ਕਮਾਏ, ਭੇਖ ਧਾਰੀ ਭੇਖ ਕਰ ਥੱਕੇ, 68 ਤੀਰਥ ਨਹਾਏ, ਮਨ ਕੀ ਸਾਰ ਨਾ ਜਾਣਨੀ, ਹਉਮੈ ਭਰਮ ਭੁਲਾਏ। ਵਾਰ ਸੋਰਠ ਮਹਲਾ ਤੀਜਾ। ਭਾਵ ਆਨਮਤ ਧਰਮ ਪੁਸਤਕਾਂ ਨੂੰ ਪੜ ਪੜ ਕੇ ਘਰ ਘਰ ਵਿਖੇ, ਅਨੇਕ ਘਰਾਂ ਵਿਖੇ, ਥਾਂ ਥਾਈਂ ਅਨੇਕ ਥਾਵਾਂ ਤੇ ਉਪਦੇਸ਼ ਦੇ ਕੇ ਤਿੰਨਾਂ ਉਪਦੇਸ਼ਾਂ ਦੇ ਅਨੁਸਾਰੀ ਕਰਮ ਕਰ ਅਤੇ ਕਰਾ ਥੱਕੇ ਅਤੇ ਬਥੇਰੇ ਸਿੱਧ ਸਮਾਧੀਆਂ ਨੂੰ ਲਾ ਲਾ ਕੇ ਹਾਰ ਗਏ, ਪਰ ਅਜਿਹੇ ਕਰਮ ਕਮਾਵਣ ਹਾਰਿਆਂ ਦੇ ਮਨ ਨਾ ਹੀ ਵਸ ਵਿੱਚ ਆਏ। ਇਹਨਾਂ ਕੀਤੇ ਆਨਮਤ ਕਰਮਾਂ ਦੀ ਕੋਈ ਪੇਸ਼ ਨਾ ਗਈ, ਮਨ ਕਾਬੂ ਵਿੱਚ ਨਹੀਂ ਆਇਆ। ਅਨੇਕਾਂ ਆਨਮਤੀ ਭੇਖਧਾਰੀ ਭਾਂਤ ਭਾਂਤ ਦੇ ਭੇਖ ਕਰ ਕਰ ਥੱਕੇ ਅਤੇ ਅਠਾਠਾਂ ਹਿੰਦੂ ਮਤ ਦੇ ਤੀਰਥਾਂ ਵਿੱਚ ਨਹਾਏ ਕੇ ਹੰਬ ਹੱਟੇ, ਪਰ ਇਹ ਉਹਨਾਂ ਦੇ ਨਿਰੇ ਹਉਮੈ ਗ੍ਰਸੇ ਕਰਮ ਹੀ ਰਹੇ। ਮਨ ਵਸ ਆਉਣ ਦੀ ਜੁਗਤੀ ਦਾ ਉਹਨਾਂ ਨੂੰ ਪਤਾ ਨਹੀਂ ਲੱਗਾ। ਹਉਮੈ ਵਿਆਪੇ ਕਰਮਾਂ ਨੇ ਉਹਨਾਂ ਨੂੰ ਭਰਮਾਂ ਵਿੱਚ ਪਾ ਛੱਡਿਆ। ਹੁਣ ਜ਼ਰਾ ਅਗਲਾ ਗੁਰਵਾਕ ਵੀ ਵਿਚਾਰੋ। ਯਥਾ ਗੁਰਵਾਕ, ਪੰਡਿਤ ਮੈਲ ਨ ਚੁੱਕਈ, ਜੇ ਵੇਦ ਪੜ੍ਹੈ ਜੁਗ ਚਾਰ, ਤ੍ਰੈ ਗੁਣ ਮਾਇਆ ਮੂਲ ਹੈ, ਵਿੱਚ ਹਉਮੈ ਨਾਮ ਵਿਸਾਰ, ਪੰਡਿਤ ਭੂਲੇ ਦੂਜੈ ਲਾਗੇ, ਮਾਇਆ ਕਹਿ ਵਾਪਾਰ, ਅੰਤਰ ਤ੍ਰਿਸ਼ਨਾ ਭੁੱਖ ਹੈ, ਮੂਰਖ ਭੁੱਖਿਆਂ ਮੋਏ ਗਵਾਰ। ਵਾਰ ਸੋਰਠ, ਸ਼ਲੋਕ ਮਹਲਾ ਤੀਜਾ। ਭਾਵ ਵੇਦ ਪੜ੍ਹਨ ਹਾਰੇ ਵਿਦਵਾਨ ਪੰਡਤਾਂ ਦੇ ਮਨ ਦੀ ਮੈਲ ਦੂਰ ਨਾ ਹੋਈ, ਨਾ ਕਦੇ ਹੋ ਸਕਦੀ ਹੈ, ਭਾਵੇਂ ਚੌਹਾਂ ਯੁੱਗਾਂ ਪ੍ਰਯੰਤ ਵੇਦ ਪੜ੍ਹਦੇ ਰਹਿਣ, ਕਿਉਂਕਿ ਵੇਦਾਂ ਦੀ ਪੜ੍ਹਾਈ ਅੰਦਰ ਜੀਵਨ ਪਲਟਾਉਣ ਹਾਰਾ ਪਾਰਸ ਗੁਣ ਹੀ ਕੋਈ ਨਹੀਂ। ਵੇਦਾਂ ਅੰਦਰ ਤ੍ਰੈ ਗੁਣਾਂ ਦੀ ਵਿਦਿਆ ਪੜ੍ਹਾਈ ਹੀ ਹੈ ਅਤੇ ਤ੍ਰੈ ਗੁਣ ਮਾਇਆ ਦਾ ਹੀ ਮੂਲ ਹਨ। ਇਹਨਾਂ ਤ੍ਰੈ ਗੁਣ ਪੂਰਤ ਵੇਦਾਂ ਨੂੰ ਪੜ੍ਹਨ ਹਾਰੇ ਹਉਮੈ ਦੇ ਹੀ ਤ੍ਰੈ ਗੁਣੀ ਕਰਮ ਕਮਾਉਂਦੇ ਹਨ। ਹਉਮੈ ਦੇ ਕਰਮਾਂ ਨੂੰ ਕੀਤਿਆਂ ਨਾਮ ਤਾਂ ਉੱਕਾ ਹੀ ਵਿਸਰ ਜਾਂਦਾ ਹੈ। ਵੇਦ ਬੇਤਾ, ਵੇਦ ਗਿਆਤਾ ਕਰਮਾਚਾਰੀ ਪੰਡਿਤ ਹਉਮੈ ਦੇ ਵਿੱਚ ਭੁੱਲੇ ਹੋਏ ਦੂਜੇ ਭਾਏ ਦੇ ਮਾਇਆ ਵਪਾਰ ਦੇ ਕਰਮਾਂ ਵਿੱਚ ਲੱਗ ਗਏ। ਜਿਸ ਮਾਇਆ ਦੇ ਤ੍ਰਿਸ਼ਨਾਲੂ ਹੋ ਕੇ ਉਹ ਦੂਜੇ ਭਾਏ ਦੇ ਕਰਮਾਂ ਵਿੱਚ ਪ੍ਰਵਿਰਤ ਹੋਏ, ਉਹਨਾਂ ਦੀ ਉਹ ਤ੍ਰਿਸ਼ਨਾ ਭੁੱਖ ਵੀ ਨਾ ਲੱਥੀ। ਅੰਦਰ ਖਾਨੇ ਉਹਨਾਂ ਦੇ ਤ੍ਰਿਸ਼ਨਾ ਭੁੱਖ ਦੀ ਅਗਨੀ ਭੜਕਦੀ ਹੀ ਰਹੀ। ਅਜਿਹੇ ਮਹਾਮੂਰਖ ਗਵਾਰ ਲੋਕ ਵੇਦਾਂ ਦੇ ਵੇਤਾ ਪੰਡਿਤ ਕਹਾਉਂਦੇ ਹੋਏ ਹੀ ਅੰਤੇ ਕਾਲ ਭੁੱਖੇ ਹੀ ਮਰ ਗਏ। ਭੁੱਖੇ ਹੀ ਤ੍ਰਿਸ਼ਨਾ ਅੰਦਰ ਦੀ ਅੰਦਰ ਲੈ ਕੇ ਤੁਰ ਗਏ। ਅਜਿਹੇ ਆਨਮਤ ਕਰਮਾਂ ਨੇ ਉਹਨਾਂ ਦਾ ਕੀ ਸਾਰਿਆ ਸੰਵਾਰਿਆ, ਸਗੋਂ ਵਿਗਾੜਿਆ ਹੀ ਵਿਗਾੜਿਆ। ਪਰਮਾਰਥ ਤਾਂ ਉਹਨਾਂ ਦਾ ਉੱਕਾ ਹੀ ਵਿਗੜ ਗਿਆ। ਅਗਲੇ ਗੁਰਵਾਕ ਅੰਦਰ ਵੀ ਆਨਮਤ ਕਰਮਾਂ ਦੀ ਕਪੋਲਤਾ ਖੂਬ ਕਲਈ ਖੋਲੀ ਹੈ। ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ ਘਰ ਪਹਿਲਾ, ਇੱਕ ਓੰਕਾਰ ਸਤ ਗੁਰ ਪ੍ਰਸਾਦ। ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਿਰ ਨਾਈ, ਓਇਲੇ ਜਾਰੇ ਓਇਲੇ ਗਾਡੇ, ਤੇਰੀ ਗਤ ਦੁਹੂ ਨਾ ਪਾਈ। ਮਨ ਰੇ ਸੰਸਾਰ ਅੰਧ ਗਹਿਰਾ, ਚੌਂਦਿਸ ਪਸਰਿਓ ਹੈ ਜਮ ਜੇਵਰਾ। ਰਹਾਓ, ਕਬਿਤ ਪੜ੍ਹੇ ਪੜ ਕਬਿਤਾ ਮੂਏ, ਕਪੜ ਕਿਦਾਰੈ ਜਾਈ, ਜਟਾ ਧਾਰ ਧਾਰ ਜੋਗੀ ਮੂਏ, ਤੇਰੀ ਗਤ ਇਨਹਿ ਨਾ ਪਾਈ। ਦਰਬ ਸੰਚ ਸੰਚ ਰਾਜੇ ਮੂਏ, ਗੜਲੇ ਕੰਚਨ ਭਾਰੀ, ਵੇਦ ਪੜ੍ਹੇ ਪੜ ਪੰਡਿਤ ਮੂਏ, ਰੂਪ ਦੇਖ ਦੇਖ ਨਾਰੀ। ਰਾਮ ਨਾਮ ਬਿਨ ਸਭੈ ਬਿਗੂਤੇ, ਦੇਖੋ ਨਿਰਖ ਸਰੀਰਾ, ਹਰ ਕੇ ਨਾਮ ਬਿਨ ਕਿਨ ਗਤ ਪਾਈ, ਕਹਿ ਉਪਦੇਸ਼ ਕਬੀਰਾ। ਵਿਆਖਿਆ, ਹਿੰਦੂ ਮਤ ਤਾਂ ਮੁੱਢ ਤੋਂ ਹੀ ਬੁੱਤ ਪੂਜਾ ਦਾ ਮਰਕਜ਼ ਹੈ। ਇਹਨਾਂ ਦਾ ਸਰਗੁਣ ਉਪਾਸ਼ਕਾਂ ਦਾ ਅਸੂਲ ਕੇਵਲ ਬੁੱਤ ਪ੍ਰਸਤੀ ਤੇ ਹੀ ਨਿਰਭਰ ਰੱਖਦਾ ਹੈ। ਹਿੰਦੂ ਈਸ਼ਰ ਪੂਜਾ ਵਿੱਚ ਸਦਾ ਹੀ ਬੁੱਤ ਪ੍ਰਸਤ ਰਹੇ ਹਨ।
ਹਿੰਦੂ ਮਤ ਅਵਲੰਬੀਆਂ ਦੇ ਬੜੇ ਨੇਤਾਵਾਂ ਦੇ ਬੁੱਤ ਬਣਦੇ ਰਹੇ ਹਨ। ਬੁੱਧ ਦੇ ਬੁੱਤ ਤਾਂ ਹਰ ਮੁਲਕ ਵਿੱਚ ਬਣਾਏ ਗਏ ਹਨ। ਪੱਥਰਾਂ ਦੇ ਨਾਨਾ ਪ੍ਰਕਾਰੀ ਅਨੇਕਾਂ ਦੇਸ਼ਾਂ ਦੇ ਪੁਰਾਣੇ ਖੰਡਰਾਤ ਤੋਂ ਹੁਣ ਤਾਈਂ ਮਿਲਦੇ ਰਹੇ ਹਨ। ਹਿੰਦੂਆਂ ਦਾ ਜੈਨ ਮਤ ਵੀ ਬੁੱਤ ਪੂਜਾ ਦਾ ਹੀ ਉਪਾਸ਼ਕ ਰਿਹਾ ਹੈ। ਅੱਜ ਕੱਲ੍ਹ ਦੇ ਨਵੀਨ ਜ਼ਮਾਨੇ ਦੇ ਹਿੰਦੂ ਨੇਤਾਵਾਂ ਨੇ ਤਾਂ ਇਸ ਬੁੱਤ ਪ੍ਰਸਤੀ ਦੀ ਹੱਦ ਕਰ ਗੁਜ਼ਾਰੀ। ਗਾਂਧੀ ਜੈਨਮਤੀ ਦੇ ਬੁੱਤ ਦੀ ਜੋ ਪੂਜਾ ਸਰਕਾਰੀ ਹੁਕਮ ਨਾਲ ਇਸ ਹਿੰਦ ਭਾਰਤੀ ਸਰਕਾਰ ਨੇ ਕਰਾਈ ਹੈ, ਉਸਨੇ ਤਾਂ ਸਾਫ਼ ਇਸ ਗੱਲ ਦਾ ਸਬੂਤ ਦੇ ਦਿੱਤਾ ਹੈ ਕਿ ਇਹ ਹਿੰਦ ਸਰਕਾਰ ਨਹੀਂ, ਹਿੰਦੂ ਸਰਕਾਰ ਹੈ। ਇਸ ਬੁੱਤ ਪ੍ਰਸਤੀ ਤੋਂ ਖਾਲੀ ਨਾ ਹੀ ਹਿੰਦੂ ਮਤ ਹੈ, ਨਾ ਹੀ ਮੁਸਲਮਾਨੀ ਮਜ਼ਹਬ ਹੈ। ਜਿੱਥੇ ਬੁੱਤ ਪੂਜ ਹਿੰਦੂ ਮੂਏ ਦਾ ਫਤਵਾ ਗੁਰਬਾਣੀ ਹਿੰਦੂਆਂ ਤੇ ਲਾਉਂਦੀ ਹੈ, ਉੱਥੇ ਨਾਲ ਹੀ ਤੁਰਕ ਮੂਏ ਸਿਰਨਾਈ ਵਾਲੀ ਬੁੱਤ ਪ੍ਰਸਤੀ ਦਾ ਹਰਫ ਮੁਸਲਮਾਨਾਂ ਉੱਤੇ ਵੀ ਆਉਂਦਾ ਹੈ। ਸਮੁੱਚੀ ਦੀ ਸਮੁੱਚੀ ਮੁਸਲਮਾਨ ਲੋਕਾਈ ਦਿਨ ਦੀ 5 ਵਾਰ ਕਾਬੇ ਵੱਲ ਸਿਰ ਨਿਵਾ ਕੇ ਨਮਾਜ਼ ਪੜ੍ਹਦੀ ਹੈ। ਮੱਕੇ ਕਾਬੇ ਵਿੱਚ ਕੀ ਧਰਿਆ ਪਿਆ ਹੈ? ਸੰਗੇ ਅਸਵਦ, ਕਾਲਾ ਪੱਥਰ, ਚਾਹੇ ਘੜਿਆ ਹੋਇਆ ਬੁੱਤ ਨਹੀਂ, ਨਿਰਾ ਪੱਥਰ ਹੀ ਪੱਥਰ ਹੈ। ਪਰ ਪੱਥਰ ਵੱਲ ਸਿਰ ਨਿਵਾ ਕੇ ਸਿਜਦਾ ਕਰਨਾ ਮੁਸਲਮਾਨਾਂ ਦੀ ਨਿਰੀ ਬੁੱਤ ਪ੍ਰਸਤੀ ਹੈ। ਇਸ ਕਰਕੇ ਤੁਰਕ ਮੂਏ ਸਿਰਨਾਈ ਵਾਲੀ ਗੁਰਵਾਕ ਦੀ ਘਟਨਾ ਇਨ ਬਿਨ ਤੁਰਕਾਂ ਦੀ ਬੁੱਤ ਅਤੇ ਮੱਕੇ ਵੱਲ ਨੂੰ ਮੂੰਹ ਕਰਕੇ ਸਿਰ ਨਿਵਾਉਣ ਵਾਲੀ ਬੁੱਤ ਪ੍ਰਸਤੀ ਤੇ ਹੀ ਘਟਦੀ ਹੈ। ਫਿਰ ਹਿੰਦੂ ਤਾਂ ਮੁਰਦਿਆਂ ਨੂੰ ਜਾਲ ਕੇ ਮੜੀਆਂ ਬਣਾ ਲੈਂਦੇ ਹਨ, ਮੁਸਲਮਾਨ ਮੁਰਦਿਆਂ ਨੂੰ ਦੱਬ ਕੇ ਕਬਰਾਂ ਬਣਾਉਂਦੇ ਹਨ। ਤਾਂ ਤੇ ਇਹਨਾਂ ਦੋਹਾਂ ਵੱਡੀਆਂ ਬੁੱਤ ਪ੍ਰਸਤ ਕੌਮਾਂ ਹਿੰਦੂਆਂ ਤੇ ਮੁਸਲਮਾਨਾਂ ਨੇ ਕਾਦਰ ਕਰੀਮ ਕਰਤੇ ਕਰਨਹਾਰ ਨਿਰੰਕਾਰ ਦੀ ਗੱਤ ਨਹੀਂ ਪਾਈ। ਸਾਰਾ ਸੰਸਾਰ ਹੀ ਅੰਧ ਵਿਸ਼ਵਾਸੀ ਦਾ ਅੰਨਾ ਖਾਤਾ ਬਣਿਆ ਹੋਇਆ ਹੈ, ਜਿਸ ਕਰਕੇ ਇਸ ਦੀਆਂ ਦਸੇ ਹੀ ਦਿਸ਼ਾਵਾਂ ਦੇ ਉਦਾਲੇ ਦੁਆਲੇ ਜਮ ਦੇ ਜਾਲ ਦਾ ਜਿਉੜਾ ਫੰਦਾ ਪਿਆ ਹੋਇਆ ਹੈ, ਜਿਸ ਫੰਦੇ ਵਿੱਚੋਂ ਇਹ ਆਨਮਤ ਸੰਸਾਰੀ ਲੋਕ ਕਦੇ ਨਿਕਲ ਹੀ ਨਹੀਂ ਸਕਦੇ, ਕਿਉਂਕਿ ਇਹ ਕਰਮ ਹੀ ਅਜਿਹੇ ਕਮਾਉਂਦੇ ਹਨ ਜੋ ਜਮ ਜਾਲ ਵਿੱਚ ਫਸਣ ਵਾਲੇ ਹੋਣ। ਬਸ ਇਹਨਾਂ ਕਰਮਾਂ ਵਿੱਚ ਹੀ ਫਸ ਕੇ ਮਰ ਮੁੱਕਦੇ ਹਨ। ਕਵੀਸ਼ਰ ਲੋਕ ਕਵੀਸ਼ਰੀਆਂ ਪੜ੍ਹ ਕੇ ਹੀ ਮਰ ਗਏ, ਮਰਦੇ ਚਲੇ ਆ ਰਹੇ ਹਨ ਯੁੱਗਾਂ ਤੋਂ, ਅਤੇ ਹੁਣ ਵੀ ਮਰ ਰਹੇ ਹਨ। ਕਵੀਸ਼ਰੀਆਂ ਦੀ ਕੱਜ ਖਿਆਲੀ ਕਰਮਬਾਜ਼ੀ ਵਿੱਚ। ਹਿੰਦੂਆਂ ਦਾ ਇੱਕ ਕਾਪੜੀਆਂ ਦਾ ਇੱਕ ਫਿਰਕਾ ਹੈ, ਉਹ ਕੇਦਾਰਨਾਥ ਦੇ ਜਾਣ ਨੂੰ ਹੀ ਪੁੰਨ ਕਰਮ ਸਮਝਦਾ ਹੈ, ਅਤੇ ਹਿੰਦੂ ਮਤ ਦਾ ਜੋਗੀਆਂ ਦਾ ਜਰਗਾ ਫਿਰਕਾ ਭਸਮ ਲਾ ਕੇ ਲੰਮੀਆਂ ਜਟਾਂ ਵਧਾਉਣ ਨੂੰ ਹੀ ਕਲਿਆਣਕਾਰੀ ਕਰਮ ਸਮਝਦਾ ਹੈ। ਬਸ ਸਾਰੇ ਜੋਗੀ ਜਟਾਂ ਧਾਰ ਕੇ ਹੀ ਮਰ ਗਏ, ਪਰ ਉਹਨਾਂ ਦੀ ਕਲਿਆਣ ਨਾ ਹੋਈ। ਗਤ ਹੋਣ ਦੇ ਥਾਂ ਦੁਰਗਤ ਹੀ ਹੋਈ। ਜਦ ਉਹਨਾਂ ਦੀ ਆਪਣੀ ਹੀ ਗਤ ਨਹੀਂ ਹੋ ਸਕਦੀ, ਤਾਂ ਉਹਨਾਂ ਨਿਰੰਕਾਰ ਪਰਮਾਤਮਾ ਦੀ ਗਤ ਕੀ ਪਾ ਸਕਣੀ ਸੀ? ਪਾ ਹੀ ਨਹੀਂ ਹੋਈ, ਨਾ ਹੀ ਪਾਈ ਗਈ ਜੋਗੀਆਂ ਤੋਂ ਪਰਮੇਸ਼ਰ ਦੀ ਗਤੀ। ਜੋਗ ਸੰਨਿਆਸ ਦਾ ਤਾਂ ਇਹ ਹਸ਼ਰ ਹੋਇਆ, ਹੁਣ ਰਿਹਾ ਗ੍ਰਸਤ ਆਸ਼ਰਮ। ਦੋਹਾਂ ਮਤਾਂ ਦੇ ਵੱਡੇ ਰਾਜੇ ਸ਼ਾਹ ਸੁਲਤਾਨ ਅਰਬਾਂ ਖਰਬਾਂ ਦੇ ਖਜ਼ਾਨੇ ਦਿਰਮ ਦਰਬਾਂ ਨਾਲ ਭਰ ਕੇ ਮਰ ਗਏ। ਸਾਰੀ ਉਮਰ ਉਹਨਾਂ ਦੀ ਇਸ ਦਰਬ ਸੰਚਨੀ ਮਾਇਆ ਇਕੱਤਰ ਕਰਨ ਵਿੱਚ ਹੀ ਵਿਹਾ ਗਈ, ਪਰ ਉਹਨਾਂ ਦੇ ਹੱਥ ਕੱਖ ਵੀ ਨਾ ਆਇਆ। ਨਾ ਉਹਨਾਂ ਦਾ ਕੱਖ ਰਿਹਾ, ਨਾ ਉਹਨਾਂ ਦੇ ਦਰਬ ਭਰੇ ਭੰਡਾਰ ਦਾ ਕੱਖ ਰਿਹਾ। ਸਗੋਂ ਇਸ ਦਰਬ ਸੰਚਨੀ ਹਵਸ ਵਿੱਚ ਉਹ ਆਪਣਾ ਦੀਨੋ ਇਮਾਨ ਵੀ ਗਵਾ ਬੈਠੇ। ਤਪੋਂ ਰਾਜੋਂ ਨਰਕ ਵਾਲੀ ਦੁਰਗਤੀ ਉਹਨਾਂ ਦੀ ਹੋਈ। ਸੋਨੇ ਦੇ ਭਾਰੀ ਕਿਲੇ ਬਣਾਉਣ ਵਾਲਿਆਂ ਰਾਜਿਆਂ ਦਾ ਕੱਖ ਨਾ ਰਿਹਾ, ਨਾ ਹੀ ਉਹਨਾਂ ਨੂੰ ਕੱਖ ਮਿਲਿਆ। ਮਾਇਆ ਮਿਲੀ ਨਾ ਰਾਮ। ਬੜੇ ਵੇਦ ਵੇਤਾ ਅਤੇ ਵੇਦ ਗਿਆਤਾ ਪੰਡਿਤ ਫਿਲਾਸਫਰ ਵੇਦਾਂ ਨੂੰ ਪੜ੍ਹ ਮਰ ਗਏ। ਇਹਨਾਂ ਵੇਦਾਚਾਰੀ ਪੰਡਤਾਂ ਦੀ ਸਗੋਂ ਉਲਟੀ ਦੁਰਗਤੀ ਹੋਈ। ਹੋਰ ਤਾਂ ਹੋਰ ਸਭ ਤੋਂ ਵੱਡਾ ਵੇਦਾਚਾਰੀ ਪੰਡਿਤ ਵੇਦਾਂ ਦੇ ਰਚਨਹਾਰਾ ਬ੍ਰਹਮਾ ਵੇਦਾਂ ਦਾ ਕਰਤਾ ਹੁੰਦਾ ਹੋਇਆ ਅੰਤ ਦੁਰਗਤੀ ਪਾ ਕੇ ਹੀ ਮਰਿਆ। ਨਾਰੀ ਦਾ ਰੂਪ ਦੇਖ ਕੇ ਮਰਨ ਹਾਰੇ ਪੰਡਤਾਂ ਦੀ ਗਤੀ ਵੀ ਕਦੇ ਹੋ ਸਕਦੀ ਹੈ? ਭਾਵੇਂ ਸਾਰੀ ਉਮਰ ਵੇਦਾਚਾਰ ਕਰਮ ਕਰ ਹਫ ਥੱਕਿਆ ਹੋਵੇ। ਐਸੇ ਦੁਰਗਤੀ ਪਾ ਕੇ ਮਰਨ ਵਾਲੇ ਵੇਦ ਪੰਡਤਾਂ ਨੇ ਭਲਾ ਅਭਿਗਤ ਪਰਮਾਤਮਾ ਦੀ ਗਤ ਨੂੰ ਕੀ ਜਾਣ ਸਕਣਾ ਸੀ? ਅਭਿਗਤ ਸੋ ਹੈ ਜਿਸ ਦੀ ਗਤ ਨੂੰ ਕੋਈ ਅਲਪੱਗ ਪੁਰਸ਼ ਨਹੀਂ ਪਾ ਸਕਦਾ, ਚਾਹੇ ਬ੍ਰਹਮ ਸਾਰਖਾ ਵੇਦ ਕਰਮਾਰੀ ਕਰਮ ਫਿਲਾਸਫਰ ਹੋਵੇ। ਕ੍ਰਿਸ਼ਨ ਜੀ ਨੇ ਪਾਂਡਵਾਂ ਨੂੰ ਕਰਮ ਫਿਲਾਸਫੀ ਸਿਖਲਾਈ ਦ੍ਰਿੜਾਈ, ਪਰ ਕਿਸੇ ਕੰਮ ਨਾ ਆਈ। ਉਹ ਹਿਮਾਲਾ ਪਰਬਤ ਦੀਆਂ ਬਰਫਾਂ ਵਿੱਚ ਹੀ ਜਾ ਗਲੇ। ਵਾਹਿਗੁਰੂ ਦੇ ਨਿਰੰਕਾਰੀ ਨਾਮ ਬਿਨਾ ਸਾਰੇ ਹੀ ਖੁਆਰ ਹੋ ਕੇ ਮਰੇ। ਆਪਣੇ ਅੰਦਰ ਹੀ ਝਾਤੀ ਮਾਰ ਕੇ ਗਹੁ ਕਰਕੇ ਦੇਖ ਲੈਣ ਕਿ ਉੱਪਰਲਿਆਂ ਫੋਕਟ ਕਰਮਾਚਾਰੀਆਂ ਦੀ ਕੀ ਗਤ ਹੋਈ ਹੈ ਅਤੇ ਉਹਨਾਂ ਨੇ ਕਿੰਨੀ ਕੁ ਗਤ ਪਾਈ ਹੈ।
ਸ੍ਰੀ ਕਬੀਰ ਸਾਹਿਬ ਨੇ ਤਾਂ ਸਤਿਗੁਰੂ ਦਿਵ ਦ੍ਰਿਸ਼ਟਾਈ ਦ੍ਰਿਸ਼ਟੀ ਦੁਆਰਾ ਨਿਸ਼ਚਿੰਤ ਕਰਕੇ ਫੈਸਲਾ ਦੇ ਦਿੱਤਾ ਹੈ ਕਿ ਕਿਸੇ ਦੀ ਵੀ ਇਹਨਾਂ ਵਿੱਚੋਂ ਗਤ ਕਲਿਆਣ ਨਹੀਂ ਹੋਈ। ਭਗਤ ਜਨਾਂ ਦੀ ਕਬੀਰ ਸਾਰਖੇ ਪੁੱਗੇ ਹੋਏ ਭਗਤ ਜਨਾਂ ਦੀ ਅੰਤਰ ਸਿਮਰਨ ਸ਼ਕਤੀ ਅਕਾਲ ਪੁਰਖ ਨਾਲ ਇਕਮਿਕ ਹੋਈ ਸੁਰਤ ਫਿਲਾਸਫੀ ਦਾ ਇਹ ਸਿੱਟਾ ਹੈ। ਜੋ ਕੁਝ ਉੱਪਰਲੇ ਕਰਮਾਚਾਰੀਆਂ ਦਾ ਫੋਟੋ ਖਿੱਚਿਆ ਗਿਆ ਹੈ, ਉੱਪਰਲੇ ਕਰਮਾਚਾਰੀਆਂ ਦੇ ਆਨਮਤ ਪੁਜਾਰੀ ਅਤੇ ਪੈਰੋਕਾਰ ਵੀ ਆਪੋ ਆਪਣੇ ਮਨਾਂ ਵਿੱਚ ਕੰਘੀ ਮਾਰ ਕੇ ਅਤੇ ਆਪਣੇ ਗਰੇਵਾਨ ਵਿੱਚ ਧੌਣ ਪਾ ਕੇ ਤੱਕ ਲੈਣ ਅਤੇ ਆਪੋ ਆਪਣੀ ਮੰਜੀ ਹੇਠਾਂ ਡੰਗੋਰੀ ਫੇਰ ਕੇ ਨਿਰਖ ਲੈਣ, ਨਿਰਣਾ ਕਰ ਲੈਣ। ਕਬੀਰ ਸਾਹਿਬ ਦੀ ਕਸ਼ਫ ਉਪਦੇਸ਼ਨੀ ਸਾਰੀ ਤਤ ਬਿਆਨੀ ਹਰਫ ਸਹੀ ਹੈ ਅਤੇ ਸਦਾਕਤ ਭਰੀ ਹਕੀਕਤ ਭਰੀ ਹੈ। ਆਨਮਤ ਕਰਮਾਂ ਦੀ ਨਿਸ਼ਫਲਤਾ ਜਨਕ ਨਿਖੇਧੀ ਅਗਲੇ ਗੁਰਵਾਕ ਅੰਦਰ ਕੈਸੀ ਨਿਖਾਰ ਕੇ ਕੀਤੀ ਹੈ, ਕੋਈ ਕਸਰ ਬਾਕੀ ਨਹੀਂ ਛੱਡੀ। ਯਥਾ ਗੁਰਵਾਕ वेद पुराण सभै मत सुनकै करी कर्म की आसा, काल ग्रस्त सब लोग सियाने उठ पंडित पै चले निरासा। मन रे सरे उना एक काजा, भजियो न रघुपत राजा। रहाओ बनखंड जाए जोग तप कीनो, कंद मूल चुन खाया। नादी बेदी शब्दी मोनी, जम के पटै लिखाया। भगत नार दी हृदय न आई, काच कूच तन दीना। राग रागनी डिंब होए बैठा, उन हर पह क्या लीना। पर्यो काल सभै जग ऊपर, माह लिखे भ्रम ज्ञानी। कहो कबीर जन भये खालसे, प्रेम भगत जह जानी। ਸੋਰਠ ਕਬੀਰ ਜੀ। ਵਿਆਖਿਆ ਹਿੰਦੂ ਮਤ ਦੇ ਵੇਦਾਂ ਤੇ ਪੁਰਾਣਾਂ ਦੇ ਸਾਰੇ ਸਿਧਾਂਤ ਸੁਣ ਕੇ ਜਿਨ੍ਹਾਂ ਸ਼ੁਭ ਆਸਾ ਬੰਧੂਆਂ ਨੇ ਉਹਨਾਂ ਸਿਧਾਂਤਾਂ ਅਨੁਸਾਰ ਕਰਮ ਕੀਤੇ ਅਤੇ ਕਰਮਾਂ ਅਨੁਸਾਰੀ ਹੀ ਉਹਨਾਂ ਦੀ ਜਣਾਈ ਹੋਈ ਫਲ ਪ੍ਰਦਾਤਨੀ ਆਸਾ ਕੀਤੀ, ਸੋ ਐਵੇਂ ਅਜਾਈ ਹੀ ਗਈ। ਨਾ ਹੀ ਉਹਨਾਂ ਨੂੰ ਕੀਤੇ ਕਰਮਾਂ ਦੇ ਵਾਂਛਿਤ ਫਲ ਪ੍ਰਾਪਤ ਹੋਏ, ਨਾ ਹੀ ਉਹਨਾਂ ਦੀ ਮੁਰਾਦ ਆਸ਼ਾ ਪੂਰੀ ਹੋਈ। ਉਹਨਾਂ ਦੀ ਕਲਿਆਣ ਤਾਂ ਕੀ ਹੋਣੀ ਸੀ, ਉਲਟੇ ਉਹ ਕਾਲ ਨੇ ਹੀ ਗ੍ਰਸ ਲਏ ਅਤੇ ਕਾਲ ਦਾ ਹੀ ਲੁਕਮਾ ਹੋ ਕੇ 84 ਵਿੱਚ ਜਾ ਪਏ। ਰਹਿੰਦੇ ਖੁੰਦੇ ਕਰਮ ਕਾਂਡੀ ਵਿਦਿਆ ਅਕਲੀ ਸਿਆਣੇ ਲੋਕ ਆਪਣੇ ਆਪ ਨੂੰ ਹੀ ਹੋਰਨਾਂ ਦੀ ਤਰ੍ਹਾਂ ਕਾਲ ਦਾ ਸ਼ਿਕਾਰ ਹੁੰਦੇ ਦੇਖ ਕੇ ਅਤੇ 84 ਦੇ ਚੱਕਰ ਵਿੱਚ ਪੈਂਦੇ ਦੇਖ ਕੇ ਵੇਦਾਂ ਪੁਰਾਣਾਂ ਤੋਂ, ਵੇਦਾਚਾਰੀ ਪੁਰਾਣ ਕਥਾਊ ਪੰਡਤਾਂ ਤੋਂ ਵੀ ਅਸ਼ਰਦਕ ਅਤੇ ਨਿਰਾਸ਼ੇ ਹੋ ਗਏ। ਫੋਕੀ ਸਿਆਣਪਾਂ ਦੇ ਪੁਤਲੇ ਕਰਮਕਾਂਡੀ ਮਨ ਦੇ ਮਾਲਕਾਂ ਮੁਨੀਸ਼ਰਾਂ ਜੋਗੀਆਂ ਤਪੀਸ਼ਰਾਂ ਪਾਸੋਂ ਅਨੇਕਾਂ ਵੇਦਾਂ ਪੁਰਾਣਾਂ ਦਾ ਹੀ ਕਰਮ ਕਰਕੇ ਉਹਨਾਂ ਦਾ ਕੋਈ ਵੀ ਮਨੋਰਥ ਪੂਰਾ ਨਾ ਹੋ ਸਕਿਆ। ਅਨੇਕਾਂ ਕਰਮ ਕੀਤੇ ਬਿਰਥੇ ਗਏ, ਅਵਰ ਕਰਮ ਕਾਜ ਕਿਸੇ ਕੰਮ ਦੇ ਨਹੀਂ। ਜਦ ਇੱਕੋ ਕਰਨ ਜੋਗ ਕੰਮ ਨਾਮ ਸਿਫਤ ਸਲਾਹੀ ਕਰਮ ਉਹਨਾਂ ਤੋਂ ਨਾ ਸਰਿਆ, ਸਰ ਹੀ ਨਹੀਂ ਸਕਦਾ, ਕਿਉਂਕਿ ਇਹਨਾਂ ਆਨਮਤ ਧਰਮ ਪੁਸਤਕਾਂ ਵਿੱਚ ਕੇਵਲ ਫੋਕਟ ਕਰਮ ਕਾਂਡ ਕਰਨ ਦੀ ਹੀ ਤਾਲੀਮ ਮਿਲਦੀ ਹੈ ਜੋ ਕਾਮਨਾ ਅਰਥ ਕੀਤੇ ਜਾਂਦੇ ਹਨ। ਨਾਮ ਨਹਿਕਾਮ ਦੀ ਇਹਨਾਂ ਪੁਸਤਕਾਂ ਵੇਦਾਂ ਪੁਰਾਣਾਂ ਅੰਦਰ ਕਰਮ ਸੁਕਰਮੀ ਹੋਣ ਦਾ ਜ਼ਿਕਰ ਹੀ ਨਹੀਂ ਕੀਤਾ ਹੋਇਆ। ਇਹ ਸਾਰ ਪਦਾਰਥ ਤਾਂ ਗੁਰੂ ਘਰ ਤੋਂ ਹੀ ਮਿਲਦਾ ਹੈ। ਜਦ ਤਾਈਂ ਸੱਚੇ ਰਮਤ ਰਾਮ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਸਿਮਰਨ ਭਜਨ ਨਾ ਕੀਤਾ ਜਾਵੇ ਅਤੇ ਸੱਚੜਾ ਸਿਫਤ ਸਲਾਹੀ ਕਰਮ ਨਾ ਕੀਤਾ ਜਾਵੇ, ਉਦੋਂ ਤਾਈਂ ਫੋਕਟ ਕਰਮ ਕਰਨ ਹਾਰਿਆਂ ਦਾ ਕੱਖ ਨਹੀਂ ਬਣਦਾ। ਫੋਕਟ ਕਰਮ ਕੀਤੇ ਤੋਂ ਰਤਾ ਭਰ ਵੀ ਆਸ ਪੂਰਤੀ ਨਹੀਂ ਹੁੰਦੀ। ਕਬੀਰ ਸਾਹਿਬ ਦੇ ਸਮੇਂ ਖਾਸ ਕਰਕੇ ਅਤੇ ਹੁਣ ਵੀ ਆਮ ਤੌਰ ਤੇ ਹਿੰਦੂਆਂ ਅੰਦਰ ਰਮਤ ਰਾਮ ਨੂੰ ਰਾਮ ਰਾਜਾ ਜਾਂ ਰਘੁਪਤ ਰਾਜਾ ਕਹਿ ਕੇ ਪੁਕਾਰਨ ਦੀ ਅਲ ਪਈ ਹੋਈ ਸੀ। ਪਰੰਤੂ ਕਬੀਰ ਸਾਹਿਬ ਦਾ ਅਤੇ ਹੋਰ ਸਾਰੇ ਹਕੀਕਤ ਮਾਰਫਤ ਦਰਸੀ ਭਗਤ ਜਨਾਂ ਦਾ ਵਿਸ਼ੇਸ਼ ਕਰਕੇ ਗੁਰਮਤ ਮਾਰਗੀਆਂ ਦਾ ਨਿਸ਼ਾਨਾ ਅਪਰੰਪਰ ਨਿਰੰਕਾਰੀ ਰਾਮ ਤੋਂ ਹੀ ਹੈ। ਹਿੰਦੂਆਂ ਦੀ ਆਨਮਤਰੀ ਸੰਬੋਧਨ ਕਰਕੇ ਪ੍ਰਚਲਿਤ ਪੜਤ ਪਈ ਹੋਈ ਅਨੁਸਾਰ ਚਾਹੇ ਕੁਝ ਕਹਿ ਕੇ ਸੰਬੋਧਿਆ ਜਾਵੇ, ਬੀਠਲ, ਰਾਜਾ ਰਾਮਚੰਦ, ਰਘੁਨਾਥ, ਰਘੁਪਤ ਆਦਿ ਪਦ ਗੁਰਮਤ ਅੰਦਰ ਇੱਕ ਅਕਾਲ ਪੁਰਖ ਦੀ ਹਸਤੀ, ਨਿਰਗੁਣ ਸਰੂਪ ਹਸਤੀ ਦੇ ਹੀ ਲਖਾਇਕ ਹਨ, ਸਰਗੁਣ ਹਸਤੀ ਦੇ ਜਣਾਇਕ ਨਹੀਂ। ਅੱਗੇ ਫਿਰ ਅਗਲੀ ਦੁਤਕੀ ਅੰਦਰ ਇਸੇ ਕਰਮ ਕਾਂਡਨੀ ਉਪਾਸ਼ਨਾ ਦੀ ਇਉਂ ਨਿਖੇਧੀ ਕੀਤੀ ਗਈ ਹੈ। ਬਨਾ ਖੰਡਾਂ ਜੰਗਲਾਂ ਵਿੱਚ ਜਾ ਕੇ ਜੋਗ ਸਾਧਿਆਂ, ਤਪ ਦੇ ਭਰਮਣ ਕੀਤਿਆਂ ਅਤੇ ਜੜ੍ਹਾਂ ਬੂਟੀਆਂ ਫਲਾਂ ਨੂੰ ਖਾ ਕੇ ਨਿਰਬਾਹ ਕਰਦਿਆਂ ਇਹ ਜੋਗ ਤਪ ਆਦਿਕ ਆਨਮਤ ਕਰਮ ਕਰਕੇ ਵੀ ਕੁਛ ਨਹੀਂ ਬਣਦਾ। ਨਾਦੀ ਬੇਦੀ ਸ਼ਬਦੀ ਮੁਨੀ, ਚੌਹਾਂ ਭੇਖਾਂ ਵਾਲੇ ਅਰਥਾਤ ਨਾਦ ਨਰ ਸਿੰਘੇ ਵਜਾਉਣ ਵਾਲੇ ਜੋਗੀ, ਵੇਦ ਦੀਆਂ ਰਿਚੀਆਂ ਉੱਚੀਆਂ ਧੁਨੀਆਂ ਨਾਲ ਉਚਾਰਨ ਹਾਰੇ ਸੁਆਮੀ ਸੰਨਿਆਸੀ, ਅਲੱਖ ਅਲੱਖ ਜਗਾ ਕੇ ਉੱਚੀ ਸੁਰ ਨਾਲ ਪੁਕਾਰਨ ਵਾਲੇ ਦੱਤਾਤਰੈ ਸਾਰਖੇ ਅਵਧੂਤ,
ਅਤੇ ਮੌਨ ਧਾਰਨਹਾਰੇ ਮੋਨੀ ਮੁਨੀ, ਇਹ ਸਭੇ ਜਮ ਦੇ ਪਟੇ ਵਿੱਚ ਲਿਖੇ ਗਏ ਹਨ। ਜਮਦੂਤਾਂ ਦੇ ਹਵਾਲੇ ਹੀ ਹੋਣਗੇ। ਜਮ ਨੂੰ ਜੋ ਸਨਦ ਮਿਲੀ ਹੋਈ ਹੈ ਸੱਚੀ ਰੱਬੀ ਸਰਕਾਰ ਵੱਲੋਂ ਕਿ ਫਲਾਣੇ ਫਲਾਣੇ ਕਰਮਾਂ ਵਾਲੇ ਪੁਰਸ਼ ਤੇਰੇ ਸੀਗੇ ਵਿੱਚ ਲਿਖੇ ਗਏ ਹਨ, ਇਹ ਚਾਰੇ ਉੱਪਰ ਦੱਸੇ ਭੇਖਾਂ ਵਾਲੇ ਉਸੇ ਪਟੇ ਵਾਲੀ ਫਰਿਸਤ ਵਿੱਚ ਆ ਗਏ ਅਤੇ ਜਮਦੂਤਾਂ ਦੇ ਸਪੁਰਦ ਹੋਣਾ ਤਿਨਾਂ ਦਾ ਲਿਖਿਆ ਗਿਆ। ਉਸ ਪ੍ਰਕਾਰ ਦੀ ਭਗਤੀ ਜੋ ਨਾਰਦ ਰਿਖੀ ਨੇ ਦੱਸੀ ਦ੍ਰਿੜਾਈ, ਉਹ ਤਾਂ ਉਹਨਾਂ ਦੇ ਹਿਰਦੇ ਵਿੱਚ ਨਾ ਆਈ ਨਾ ਸਮਾਈ। ਤਿਸ ਭਗਤੀ ਨੇ ਕੁਝ ਕਾਟ ਨਾ ਕੀਤੀ, ਕੁਝ ਅਸਰ ਨਾ ਕੀਤਾ। ਸਰੀਰ ਨੂੰ ਤੁੱਛ ਮੁੱਛ ਕੇ ਹੀ ਬਣਾਈ ਸਵਾਰੀ ਰੱਖਣ ਦੀ ਹੀ ਨਾਰਦ ਮੁਨੀ ਵਾਲੀ ਰੀਝ ਰੀਸ ਕੀਤੀ। ਡਿੰਬ ਭਗਤੀ ਹੀ ਸਾਧੀ, ਸਰੀਰ ਸਾਧਿਆ, ਮਨ ਨਹੀਂ ਸਾਧਿਆ। ਮਨ ਸਾਧਿਆ ਹੀ ਨਹੀਂ ਜਾ ਸਕਦਾ ਪ੍ਰੇਮਾ ਭਗਤੀ ਗੁਰਮਤ ਭਗਤੀ ਤੋਂ ਬਿਨਾਂ। ਐਵੇਂ ਰਾਗ ਰਾਗਨੀ ਦਾ ਪਖੰਡ ਹੀ ਖਿਲਾਰਿਆ ਹੈ। ਮੂਰਤੀਆਂ ਅੱਗੇ ਰਾਗ ਰਾਗਨੀ ਗਾਏ ਕੇ ਲੋਕਾਂ ਨੂੰ ਰਜਾਉਣ ਦਾ ਡਿੰਬ ਹੀ ਰਚਿਆ ਹੈ। ਇਹ ਬਿਦ ਆਪਣੇ ਆਪ ਨੂੰ ਬੜਾ ਭਗਤ ਪ੍ਰਸਿੱਧ ਕੀਤਾ। ਜਿਨ੍ਹਾਂ ਨੂੰ ਇਸ ਪਖੰਡ ਦੁਆਰਾ ਲੋਕਾਂ ਵਿੱਚ ਡਿੰਬੀ ਹੋ ਕੇ ਬੈਠਣ ਦਾ ਚਸਕਾ ਪਿਆ ਹੋਇਆ ਹੈ, ਉਹਨਾਂ ਨੂੰ ਭਲਾ ਪ੍ਰੇਮ ਭਗਤੀ ਨਾਲ ਕੀ ਵਾਸਤਾ ਹੈ। ਉਹਨਾਂ ਨੇ ਤਾਂ ਜਮਾਂ ਦੇ ਵਸ ਹੀ ਪੈਣਾ ਹੈ। ਹਰੀ ਪਰਮਾਤਮਾ ਪਰਮੇਸ਼ਰ ਦੇ ਤਾਂ ਉਹ ਰਾਹ ਹੀ ਨਹੀਂ ਚੱਲਦੇ। ਪਰਮੇਸ਼ਰ ਪਾਸੋਂ ਉਹਨਾਂ ਨੇ ਕੀ ਲੈਣਾ ਹੈ, ਨਾਲੇ ਪਰਮਾਰਥ ਦੇ ਰਾਹ ਪੈਣ ਦਾ ਉਹਨਾਂ ਦਾ ਵਾਸਤਾ ਹੀ ਕੋਈ ਨਹੀਂ। ਐਸੇ ਡਿੰਬੀਆਂ ਕਰਮ ਕਾਂਡੀਆਂ ਨੂੰ ਨਾ ਪਰਮਾਰਥ ਦੀ ਪ੍ਰਾਪਤੀ ਹੋਣੀ ਹੈ ਨਾ ਹੀ ਪਰਮੇਸ਼ਰ ਦੀ। ਉਹਨਾਂ ਦੇ ਪੱਲੇ ਤਾਂ ਡਿੰਬ ਕਰਮ ਹੀ ਰਹਿ ਜਾਣੇ ਹਨ, ਜਿਨ੍ਹਾਂ ਕਰਕੇ ਉਹ ਜਮਾਂ ਦੇ ਹਵਾਲੇ ਹੀ ਹੋਣਗੇ। ਨਾ ਉਹਨਾਂ ਨੂੰ ਪਰਮਾਰਥ ਦੀ ਪ੍ਰਾਪਤੀ ਹੁੰਦੀ ਹੈ ਨਾ ਪਰਮਾਤਮਾ ਦੀ। ਸਾਰੇ ਸੰਸਾਰ ਅਤੇ ਸੰਸਾਰ ਭਰ ਦੇ ਸਮੂਹ ਆਨਮਤ ਕਰਮਾਚਾਰੀਆਂ ਨੂੰ ਕਾਲ ਦੇ ਚੱਕਰ ਨੇ ਗਰਾਸ ਲਿਆ ਹੈ, ਜਿਸ ਕਾਰਨ ਉਹਨਾਂ ਨੂੰ 84 ਦੇ ਗੇੜ ਵਿੱਚ ਪੈਣਾ ਪੈਂਦਾ ਹੈ। ਉਸ ਗੇੜ ਦੇ ਲੇਖੇ ਵਿੱਚ ਜਮ ਦੇ ਪਟੇ ਵਿੱਚ ਭਰਮ ਗਿਆਨੀ ਵੀ ਲਿਖੇ ਗਏ ਹਨ। ਗਿਆਨੀ ਕਹਾਉਣ ਵਾਲੇ ਜਿਹੜੇ ਅਜੇ ਭਰਮਦੇ ਹੀ ਫਿਰਦੇ ਹਨ, ਉਹਨਾਂ ਦਾ ਨਾਮ ਭਰਮ ਗਿਆਨੀ ਹੈ। ਆਨਮਤ ਗਿਆਨ ਦੇ ਗਿਆਨੀ ਸਭ ਭਰਮ ਗਿਆਨੀ ਹੀ ਹਨ। ਸਭ ਕਾਲ ਦੇ ਚੱਕਰ ਅਤੇ 84 ਦੇ ਗੇੜ ਅੰਦਰ ਗਿਣੇ ਗਏ ਹਨ। ਕਰਮ ਕਾਂਡ ਦੀ ਬੰਧਨਾਂ ਵਿੱਚ ਸਾਰੇ ਹੀ ਆਨਮਤ ਫੋਕਟ ਗਿਆਨੀ ਹਨ। ਉਹ ਜਨ ਇਹਨਾਂ ਬੰਧਨਾਂ ਤੋਂ ਆਜ਼ਾਦ ਹੋਏ ਹਨ, ਜਿਨ੍ਹਾਂ ਨੂੰ ਗੁਰੂ ਦੁਆਰਿਓਂ ਗੁਰੂ ਘਰ ਤੋਂ ਪ੍ਰੇਮਾ ਭਗਤੀ ਪ੍ਰਾਪਤ ਹੋਈ ਹੈ। ਸੋਈ ਜਨ ਪ੍ਰੇਮਾ ਭਗਤੀ ਦੀ ਕਮਾਈ ਕਰਕੇ ਸੱਚੀ ਆਜ਼ਾਦੀ ਨੂੰ ਪ੍ਰਾਪਤ ਹੋਏ ਹਨ ਅਤੇ ਸੱਚੇ ਖਾਲਸੇ ਆਨਮਤੀ ਕਰਮਾਂ ਦੀ ਕੈਦ ਤੋਂ ਰਹਿਤ ਖਾਲਸ ਜਨ ਹੋ ਗਏ ਹਨ। ਆਨਮਤ ਕਰਮੀਏ ਕਦੇ ਇਸ ਆਜ਼ਾਦੀ ਨੂੰ ਪ੍ਰਾਪਤ ਨਹੀਂ ਹੋ ਸਕਦੇ। ਉਹ ਸਦਾ ਬੰਧਨ ਬੱਧੇ 84 ਦੇ ਗੇੜ ਵਿੱਚ ਹੀ ਘੁੰਮਦੇ ਰਹਿੰਦੇ ਹਨ, ਭਾਵੇਂ ਕਿਤਨੇ ਹੀ ਉਗਰ ਕਰਮ ਆਨਮਤ ਧਰਮ ਦੇ ਕਰ ਲੈਣ। ਅਗਲੇ ਗੁਰਵਾਕ ਅੰਦਰ ਵੀ ਆਨਮਤ ਫੋਕਟ ਕਰਮਾਂ ਦੀ ਪੋਲ ਖੋਲੀ ਹੈ। ਯਥਾ ਗੁਰਵਾਕ। ਧਨਾਸਰੀ ਮਹੱਲਾ ਪੰਜਵਾਂ। ਪੂਜਾ ਵਰਤ ਤਿਲਕ ਇਸ਼ਨਾਨਾ, ਪੁੰਨ ਦਾਨ ਬਹੁ ਦੈਨ, ਕਹੂੰ ਨਾ ਭੀਜੈ ਸੰਜਮ ਸੁਆਮੀ, ਬੋਲੈ ਮੀਠੇ ਬੈਨ। ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਬਹੁ ਪ੍ਰਕਾਰ ਖੋਜੈ ਸਭ ਤਾਕੋ, ਬਿਖਮ ਨ ਜਾਈ ਲੈਨ। ਰਹਾਓ। ਜਾਪ ਤਾਪ ਭ੍ਰਮਨ ਬਸੁਧਾ ਕਰ, ਉਰਧ ਤਾਪ ਲੈ ਗੈਨ, ਇਹ ਬਿਦ ਨਹਿ ਪਤਿਆਨੋ ਠਾਕੁਰ, ਜੋਗ ਜੁਗਤ ਕਰ ਜੈਨ। ਅੰਮ੍ਰਿਤ ਨਾਮ ਨਿਰਮੋਲਕ ਹਰ ਜਸ, ਤਿਨ ਪਾਇਓ ਜਿਸ ਕਿਰਪੈਨ, ਸਾਧ ਸੰਗ ਰੰਗ ਪ੍ਰਭ ਭੇਟੇ, ਨਾਨਕ ਸੁਖ ਜਨ ਰੈਨ। ਇਸ ਗੁਰਵਾਕ ਦਾ ਤਤ ਭਾਵ ਇਸ ਬਿਦ ਵਿਆਖਤ ਹੈ। ਕਈ ਮਤਾਂ ਦੇ ਕਰਮਾਂ ਵਾਲੇ ਪੂਜਾ ਵਰਤ ਰੱਖਣੇ ਜਿਤਨੇ ਵੀ ਨੇਮ ਹਨ, ਨਹਾ ਕੇ ਮੱਥੇ ਟਿੱਕੇ ਲਾਉਣੇ ਆਦਿਕ ਕਿਰਿਆ ਵਾਲੇ ਜਿਤਨੇ ਵੀ ਪਖੰਡ ਹਨ, ਬਹੁਤਾ ਦਾਨ ਦੇਣ ਵਾਲੇ ਜਿਤਨੇ ਵੀ ਆਨਮਤ ਕਰਮ ਹਨ, ਸਭ ਫੋਕਟ ਹਨ। ਇਹਨਾਂ ਸੰਜਮਾਂ ਵਿੱਚੋਂ ਕਿਸੇ ਸੰਜਮ ਦੁਆਰਾ ਵੀ ਸੁਆਮੀ ਪਰਮਾਤਮ ਦੇਵ ਨਹੀਂ ਭਿਜਦਾ ਰੀਝਦਾ। ਮੁੱਖੋਂ ਮਿੱਠੇ ਬੋਲ ਬੋਲਿਆਂ ਵੀ ਕੁਝ ਨਹੀਂ ਬਣਦਾ। ਅਕਸਰ ਇਹ ਮਿੱਠ ਬੋਲੀਏ ਉੱਪਰੋਂ ਹੀ ਮਿੱਠਾ ਬੋਲਦੇ ਹਨ, ਅੰਦਰ ਉਹਨਾਂ ਦੇ ਕਪਟ ਵਿਕਾਰ ਕੁਟਲਤਾ ਦੀ ਕਾਤੀ ਹਰਦਮ ਫਿਰਦੀ ਰਹਿੰਦੀ ਹੈ। ਇਉਂ ਭਲਾ ਅੰਤਰਜਾਮੀ ਪਰਮਾਤਮ ਪਤੀ ਰੀਝਦਾ ਹੈ? ਕਦਾਚਿਤ ਨਹੀਂ। ਹੋਰ ਕਿਸੇ ਕਰਮ ਕੀਤਿਆਂ ਮਨ ਨਹੀਂ ਪਰਚਦਾ। ਮਨ ਨੂੰ ਕਿਸੇ ਵੀ ਆਨਮਤ ਕਰਮ ਦੇ ਕਰਨ ਤੋਂ ਚੈਨ ਨਹੀਂ ਆਉਂਦੀ। ਕੇਵਲ ਵਾਹਿਗੁਰੂ ਦਾ ਨਾਮ ਜਪਿਆਂ ਹੀ ਚੈਨ ਪੈਂਦੀ ਹੈ। ਆਨਮਤ ਕਰਮਾਚਾਰੀ ਅਨੇਕ ਪ੍ਰਕਾਰ ਦੇ ਨਾਨਾ ਵਿਧੀ ਕਰਮ ਕਰਕੇ ਵਾਹਿਗੁਰੂ ਪ੍ਰਾਪਤੀ ਦੀ ਖੋਜ ਕਰਦੇ ਹਨ, ਪਰੰਤੂ ਵਾਹਿਗੁਰੂ ਪ੍ਰਾਪਤੀ ਦਾ ਪਰਮਾਰਥੀ ਪੈਂਡਾ ਬੜਾ ਹੀ ਬਿਖਮ ਹੈ, ਕਠਨ ਤੋਂ ਕਠਨ ਹੈ। ਆਨਮਤ ਕਰਮਾਂ ਦਾ ਉੱਥੇ ਵਸ ਨਹੀਂ ਵਸਾਉਂਦਾ ਅਤੇ ਇਨਬਿਦ ਅਗਮ ਅਗੋਚਰ ਵਾਹਿਗੁਰੂ ਵਸ ਨਹੀਂ ਆਉਂਦਾ, ਲਿਆ ਨਹੀਂ ਜਾਂਦਾ। ਅਨੇਕ ਪ੍ਰਕਾਰ ਦੇ ਆਨਮਤ ਜਾਪ ਤਾਪ ਦੇ ਕਰਮ ਸਾਧਣੇ
ਧਰਤੀ ਉੱਤੇ ਥਾਂ-ਥਾਈਂ ਭਰਮਦਿਆਂ ਫਿਰਨਾ, ਕਿਤੇ ਟਿਕਣਾ ਹੀ ਨਾ ਅਤੇ ਅਸਮਾਨ ਵੱਲੇ ਉੱਚੀਆਂ ਬਾਹਾਂ ਕਰਕੇ ਬਹਿਣਾ, ਇਉਂ ਉਰਦ-ਬਾਹੂ ਆਸਣ ਜਮਾ ਕੇ ਘੁੱਗੂ ਮੱਠ ਸਮਾਧੀਆਂ ਲਗਾਣੀਆਂ ਅਤੇ ਜੈਨ ਮਤ ਦੀਆਂ ਜੁਗਤੀਆਂ ਵਰਤਣੀਆਂ, ਹੋਰ ਵੀ ਅਨੇਕ ਪ੍ਰਕਾਰੀ ਯੋਗ ਸਾਧਨਾਵਾਂ ਕਰਨੀਆਂ, ਇਹ ਸਭ ਬਿਰਥੇ ਅਤੇ ਫੋਕਟ ਕਰਮ ਹਨ। ਇਹਨਾਂ ਦੇ ਕੀਤਿਆਂ ਠਾਕੁਰ ਨਹੀਂ ਪਤਿਆਉਂਦਾ। ਜਿਸ ਜਨ ਉੱਤੇ ਕਿਰਪਾਲੂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਉਸ ਨੂੰ ਗੁਰੂ ਦੁਆਰਿਓਂ, ਗੁਰੂ ਘਰ ਦੇ ਪੰਜਾਂ ਪਿਆਰਿਆਂ ਗੁਰਮੁਖਾਂ ਤੋਂ ਅੰਮ੍ਰਿਤ ਨਾਮ ਦੀ ਪ੍ਰਾਪਤੀ ਹੁੰਦੀ ਹੈ ਅਤੇ ਸਿਫਤ ਸਲਾਹ ਦਾ ਨਿਰਮੋਲਕ ਖਜ਼ਾਨਾ ਮਿਲਦਾ ਹੈ, ਜਿਸ ਦਾ ਮੁੱਲ ਹੀ ਕੋਈ ਨਹੀਂ। ਗੁਰੂ ਘਰ ਦੇ ਸਤਸੰਗ ਵਿੱਚ ਪ੍ਰੇਮ ਰੰਗ ਨਾਲ ਕੀਰਤਨ ਹਰੀ ਜਸ ਕੀਤਿਆਂ ਸੁਣਿਆ ਅਤੇ ਅੰਮ੍ਰਿਤ ਨਾਮ ਦੀ ਅਭਿਆਸ ਕਮਾਈ ਕੀਤਿਆਂ ਹੀ ਵਾਹਿਗੁਰੂ ਭਿਜਦਾ ਪਤੀਜਦਾ ਹੈ ਅਤੇ ਕੇਵਲ ਇਸੇ ਬਿਧ ਹੀ ਪ੍ਰਾਪਤ ਹੁੰਦਾ ਹੈ, ਹੋਰ ਕਿਸੇ ਬਿਧ ਨਹੀਂ, ਕਿਸੇ ਕਰਮ ਕੀਤਿਆਂ ਨਹੀਂ। ਵਾਹਿਗੁਰੂ ਨਾਮ ਦੇ ਰੰਗਾਂ ਵਿੱਚ, ਨਾਮ ਕੀਰਤਨ ਦੀਆਂ ਕੀਤੀਆਂ ਅਭਿਆਸ ਕਮਾਈਆਂ ਦੇ ਤਰੰਗਾਂ ਵਿੱਚ ਗੁਰਮੁਖ ਨਾਮ ਅਭਿਆਸੀਆਂ ਦੀ ਸਾਰੀ ਆਰਬਲਾ ਆਯੂ ਹੀ ਸੱਚੜੇ ਆਤਮ ਸੁੱਖਾਂ ਵਿੱਚ ਵਿਆਉਂਦੀ ਹੈ। ਬਸ ਸਾਰ ਸਿੱਟਾ ਇਹੀ ਹੈ ਕਿ ਵਾਹਿਗੁਰੂ ਨੂੰ ਕੇਵਲ ਗੁਰਮੁਖ ਜਨ ਹੀ ਗੁਰਮਤਿ ਨਾਮ ਦੀ ਅਭਿਆਸ ਕਮਾਈ ਕਰਕੇ ਮਿਲ ਸਕਦੇ ਹਨ, ਨਹੀਂ ਤਾਂ ਵਾਹਿਗੁਰੂ ਨੂੰ ਚੌਹਾਂ ਵੇਦਾਂ ਦੇ ਬਖਤਾ ਬ੍ਰਹਮਾ ਨੇ ਵੀ ਨਹੀਂ ਜਾਣਿਆ। ਵੇਦਾਂ ਅੰਦਰ ਦਰਸਾਏ ਕਰਮਾਂ ਕਾਂਡਾਂ ਦੁਆਰਾ ਤਾਂ ਵਾਹਿਗੁਰੂ ਦਾ ਗਿਆਨ ਕਿਸੇ ਨੂੰ ਕੀ ਹੋ ਸਕਦਾ ਹੈ। ਸਿਮਰਤੀਆਂ ਪੁਰਾਣਾਂ ਵਾਲੇ ਰਿਖੀ ਮੁਨੀ ਵੀ ਵਾਹਿਗੁਰੂ ਦੇ ਤਤ ਗਿਆਨ ਤੋਂ ਥੋਥੇ ਹੀ ਹਨ, ਤਾਂ ਉਹਨਾਂ ਦੇ ਬਣਾਏ ਉਚਾਰੇ ਪ੍ਰਾਣਾਂ ਤੇ ਸਿਮਰਤੀਆਂ ਨੇ ਕੀ ਸਾਰਨਾ ਸੀ। ਪਰਮਾਤਮ ਗਿਆਨ ਪਰਥਾਏ ਇੱਕ ਕਸੀਰੇ ਦਾ ਕੰਮ ਵੀ ਨਹੀਂ ਦੇ ਸਕਦੇ ਸਿਮਰਿਤ ਸ਼ਾਸਤਰ ਪੁਰਾਣ ਆਦਿਕ। ਯਥਾ ਗੁਰਵਾਕ ਚਾਰ ਵੇਦ ਅਰ ਸਿਮਰਿਤ ਪੁਰਾਨਾ, ਕਮਲਾ ਪਤ ਕਵਲਾ ਨਹੀਂ ਜਾਨਾ, ਕਹਿ ਕਬੀਰ ਸੋ ਭਰਮੈ ਨਾਹੀ, ਪਗ ਲਗ ਰਾਮ ਰਹਿ ਸ਼ਰਨਾਹੀ। ਧਨਾਸਰੀ ਕਬੀਰ ਜੀ। ਇਸ ਗੁਰਵਾਕ ਤੋਂ ਇਹ ਵੀ ਸਿੱਧ ਹੋਇਆ ਕਿ ਲక్ష్ਮੀ ਦੇ ਪਤੀ ਵਿਸ਼ਨੂੰ ਨੇ ਵੀ ਨਿਰੰਕਾਰ ਵਾਹਿਗੁਰੂ ਨੂੰ ਨਹੀਂ ਜਾਣਿਆ। ਤਤ ਗਿਆਨ ਬਿਗਸਾਨੇ ਇੱਕ ਮਿਕਤਾ ਵਾਲੇ ਮੇਲ ਕਰ। ਲక్ష్ਮੀ ਕੌਲਾਂ ਨੂੰ ਤਾਂ ਪਰਮਾਤਮ ਮਿਲਾਵੇ ਦਾ ਤਤ ਗਿਆਨ ਕੀ ਹੋਣਾ ਸੀ, ਹੋ ਸਕਦਾ ਹੀ ਨਹੀਂ। ਐਵੇਂ ਭਰਮਦੇ ਹੀ ਫਿਰਦੇ ਹਨ ਲక్ష్ਮੀ ਵੀ ਅਤੇ ਲక్ష్ਮੀ ਦਾ ਪਤੀ ਅਵਤਾਰੀ ਰੂਧਾ ਵਿਸ਼ਨੂੰ ਵੀ। ਕੇਵਲ ਉਹ ਪੁਰਸ਼ ਅਗਿਆਨ ਵਿੱਚ ਨਹੀਂ ਭਰਮਦਾ ਜੋ ਅਗਿਆਨ ਕਰਮ ਵਿੱਚ ਨਹੀਂ ਪੈਂਦਾ ਅਤੇ ਗੁਰ ਪ੍ਰਸਾਦ ਕਰ ਵਾਹਿਗੁਰੂ ਦੇ ਚਰਨਾਂ ਨਾਲ ਪ੍ਰਾਪਤ ਹੋ ਕੇ ਵਾਹਿਗੁਰੂ ਦੀ ਸ਼ਰਨੀ ਹੀ ਸਮਾਇਆ ਰਹਿੰਦਾ ਹੈ। ਵਾਹਿਗੁਰੂ ਨਾਮ ਦਾ ਅਭਿਆਸ ਕਰਦਿਆਂ ਕਰਦਿਆਂ ਵਾਹਿਗੁਰੂ ਵਿੱਚ ਹੀ ਲੀਨ ਹੋ ਜਾਂਦਾ ਹੈ। ਆਨਮਤ ਕਰਮਾਂ ਦੀ ਗਤੀ ਦੇ ਪੋਲ ਨੂੰ ਅਗਲਾ ਗੁਰਵਾਕ ਖੂਬ ਖੋਲਦਾ ਹੈ। ਯਥਾ ਗੁਰਵਾਕ ਧਨਾਸਰੀ ਬਾਣੀ ਭਗਤਾਂ ਕੀ ਤਿਰਲੋਚਨ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮ ਰੀ ਰਹਾਓ। ਸੰਕਰਾ ਮਸਤਕ ਬਸਤਾ ਸੁਰਸਰੀ ਇਸ਼ਨਾਨ ਰੇ, ਕੁਲ ਜਨ ਮਧੇ ਮਿਲਿਓ ਸਾਰੰਗ ਪਾਨ ਰੇ। ਕਰਮ ਕਰ ਕਲੰਕ ਮਫੀਟਸ ਰੀ, ਬਿਸਵ ਕਾ ਦੀਪਕ ਸੁਆਮੀ ਤਾਂਚੇ ਰੇ ਸਵਾਰਥੀ। ਪੰਖੀ ਰਾਏ ਗਰੁੜ ਤਾਂਚੇ ਬਾਂਧਵਾ, ਕਰਮ ਕਰ ਅਰੁਣ ਪਿੰਗਲਾ ਰੀ। ਅਨਿਕ ਪਾਤਿਕ ਹਰਤਾ ਪ੍ਰਭਮਨ ਨਾਥ ਰੀ, ਤੀਰਥ ਤੀਰਥ ਭ੍ਰਮਤਾ ਲਹੈ ਨਾ ਪਾਰ ਰੀ। ਕਰਮ ਕਰ ਕਪਾਲ ਮਫੀਟਸ ਰੀ। ਅੰਮ੍ਰਿਤ ਸਸੀ ਧੇਨ ਲక్ష్ਮੀ, ਕਲਪਤਰ ਸ਼ਿਖਰ ਸੁਨਾਗਰ ਨਦੀ ਚੇ ਨਾਥੰ। ਕਰਮ ਕਰ ਖਾਰ ਮਫੀਟਸ ਰੀ। ਦਾਧੀ ਲੈ ਲੰਕਾ ਗੜ ਉਪਾੜੀ ਲੈ ਰਾਵਣ ਬਣ, ਸਲ ਬਿਸਲ ਆਣ ਤੋ ਖੀਲੇ ਹਰੀ। ਕਰਮ ਕਰ ਕਛੋਟੀ ਮਫੀਟਸ ਰੀ। ਪੂਰਬ ਲੋ ਕ੍ਰਿਤ ਕਰਮ ਨਾ ਮਿਟੈਰੀ ਘਰ ਗੇਹਣ, ਤਾਂਚੇ ਮੋਹਿ ਜਾਪੀਐਲੇ ਰਾਮ ਚੇ ਨਾਮੰ। ਬਦਤ ਤਿਰਲੋਚਨ ਰਾਮ ਜੀ। ਪੁੰਨ ਅਤੇ ਪਾਪਮਈ ਆਨਮਤੀ ਕਰਮ ਕੀਤੇ ਭੁਗਤਣੇ ਹੀ ਪੈਂਦੇ ਹਨ। ਇਹਨਾਂ ਦਾ ਫਲ ਅਮਿੱਟ ਹੈ, ਚਾਹੇ ਇਹਨਾਂ ਕਰਮਾਂ ਦੇ ਕਰਨਹਾਰ ਦੇ ਹਰਦਮ ਸਹਾਈ ਵੱਡੇ ਵੱਡੇ ਮੰਨੇ ਪਰਮੰਨੇ ਦੇਵਤੇ ਹੀ ਹੋਣ। ਆਨਮਤ ਕਰਮਾਂ ਦੀ ਲਾਗ ਤੇ ਲਬੇੜ ਬਣੀ ਹੀ ਰਹਿੰਦੀ ਹੈ। ਆਨਮਤੀ ਮੰਨੇ ਪਰਮੰਨੇ ਅਵਤਾਰਾਂ ਦੇ ਸਤਾਰੇ ਵੀ ਨਹੀਂ ਮਿਟਾ ਸਕਦੇ। ਇਹ ਉੱਪਰਲਾ ਗੁਰਵਾਕ ਇਸੇ ਪ੍ਰਥਾਏ ਉਚਾਰਨ ਹੋਇਆ ਹੈ ਅਤੇ ਕਰਮ ਗਤੀ ਦਾ ਹੂ ਬਹੂ ਫੋਟੋ ਖਿੱਚਦਾ ਹੈ। ਪ੍ਰਥਾਉ ਤਾਂ ਇਸ ਦਾ ਇਹ ਹੈ ਕਿ ਤਿਰਲੋਚਨ ਭਗਤ ਦੀ ਇਸਤਰੀ ਨੂੰ ਭਗਤ ਦੀ ਇਸਤਰੀ ਹੋਣ ਕਰ ਹੀ ਇਹ ਖਿਆਲ ਉੱਠਿਆ ਕਿ ਮੇਰੇ ਘਰ ਕੋਈ ਪੁੱਤਰ ਹੋਵੇ, ਨਿਪੁੱਤੀ ਨਾ ਜਾਵਾਂ। ਇਸ ਆਸ਼ੇ ਨੂੰ ਮੁੱਖ ਰੱਖ ਕੇ ਉਸਨੇ ਪਰਮਾਤਮਾ ਅੱਗੇ ਬੇਨਤੀ ਕੀਤੀ ਕਿ ਹੇ ਪਰਮਾਤਮਾ, ਮੇਰੇ ਘਰ ਸਪੁੱਤਰ ਹੋਵੇ ਅਤੇ ਸਪੁੱਤਰ ਹੋਣ ਤੋਂ ਪਹਿਲਾਂ ਇੱਕ ਐਸਾ ਹੋਣਹਾਰ ਸੇਵਕ ਨੌਕਰ ਬਖਸ਼ੋ ਜੋ ਹਰ ਪ੍ਰਕਾਰ ਆਗਿਆਕਾਰ ਹੋਵੇ,
ਮਨ ਬਾਂਛਤ ਸੇਵਾ ਕਰੇ। ਆਪਣੇ ਭਗਤ ਦੀ ਇਸਤਰੀ ਹੋਣ ਕਰ ਪਰਮਾਤਮਾ ਨੇ ਉਸ ਦੀ ਬੇਨਤੀ ਪ੍ਰਵਾਨ ਕਰ ਲਈ ਅਤੇ ਆਪ ਹੀ ਸੇਵਕ ਦਾ ਰੂਪ ਧਾਰ ਕੇ ਪਰਮੇਸ਼ਰ ਭਗਤ ਵਛਲ ਭਗਤਾਂ ਦਾ ਪਿਆਰਾ ਤਰਲੋਚਨ ਦੇ ਘਰ ਅੱਗੇ ਆ ਕੇ ਕਹਿਣ ਲੱਗਾ ਕਿ ਮੈਨੂੰ ਨੌਕਰ ਰੱਖਣਾ ਤਾਂ ਰੱਖ ਲਵੇ, ਜੋ ਕਹੋ ਸੋ ਕਰੂੰਗਾ, ਜੋ ਕਾਰ ਕਹੋਗੇ ਮੈਂ ਕਮਾਵਾਂਗਾ, ਮੈਨੂੰ ਸਭ ਮਨਜ਼ੂਰ ਹੈ। ਪਰ ਇੱਕ ਮੇਰਾ ਸੁਭਾਅ ਹੈ ਕਿ ਮੈਂ ਆਪਣੀ ਨਿੰਦਿਆ ਨਹੀਂ ਸੁਣੂੰਗਾ। ਜਦੋਂ ਮੇਰੀ ਨਿੰਦਿਆ ਕਰੋਗੇ ਮੈਂ ਉਦੋਂ ਹੀ ਤਤ ਛਿਨ ਬਿਨਾਂ ਪੁੱਛੇ ਤੋਂ ਚਲਿਆ ਜਾਊਂਗਾ। ਉਸ ਨੂੰ ਨੌਕਰ ਰੱਖ ਲਿਆ। ਕੰਮ ਮਨ ਬਾਂਛਤ ਬਹੁਤ ਕਰੇ, ਕਦੇ ਵੀ ਕੰਮ ਕਰਦਾ ਨਾ ਥੱਕੇ, ਪਰ ਅੰਨ ਖਾਂਦਾ ਕਦੇ ਮੂੰਹੋਂ ਇਉਂ ਨਾ ਕਹੇ ਕਿ ਮੈਂ ਰੱਜ ਗਿਆ ਹਾਂ, ਤ੍ਰਿਪਤ ਹੋ ਗਿਆ ਹਾਂ। ਇੱਕ ਦਿਨ ਤਰਲੋਚਨ ਭਗਤ ਦੀ ਇਸਤਰੀ ਆਪਣੀ ਪੜੋਸਣ ਪਾਸ ਆਪਣੇ ਨੌਕਰ ਦੀਆਂ ਸਿਫਤਾਂ ਕਰਦੀ ਕਰਦੀ ਇਹ ਵੀ ਕਹਿ ਬੈਠੀ ਕਿ ਨੌਕਰ ਤਾਂ ਚੰਗਾ ਮਿਲਿਆ ਹੈ, ਪਰ ਰੱਜਦਾ ਕਦੇ ਨਹੀਂ, ਕਦੇ ਮੂੰਹੋਂ ਨਹੀਂ ਆਖਦਾ ਕਿ ਮੈਂ ਰੱਜ ਗਿਆ ਹਾਂ, ਇਸ ਨੂੰ ਰੱਜ ਨਹੀਂ ਆਉਂਦਾ। ਇਹ ਨਿੰਦਾ ਹੋਣ ਸਾਰ ਨੌਕਰ ਨੌਕਰੀ ਛੱਡ ਕੇ ਬਿਨ ਪੁੱਛੇ ਨੱਸ ਗਿਆ। ਪਿੱਛੋਂ ਤਰਲੋਚਨ ਦੀ ਇਸਤਰੀ ਪਰਮਾਤਮਾ ਨੂੰ ਕੋਸਣ ਨਿੰਦਣ ਲੱਗੀ ਕਿ ਪਰਮੇਸ਼ਰ ਬੜਾ ਅਨਿਆਈ ਹੈ, ਮੇਰੇ ਘਰ ਬੇਟਾ ਨਹੀਂ ਦਿੱਤਾ, ਹੋਰਨਾਂ ਦੇ ਘਰ ਬਥੇਰੇ ਬੇਟੇ ਪੁੱਤਰ ਦਿੱਤੇ ਹਨ। ਸੇਵਕ ਟਹਿਲੂਆ ਰੱਖਿਆ ਸੋ ਵੀ ਨਿਰਦਈ ਪਰਮਾਤਮਾ ਨੂੰ ਨਾ ਰੁਚਿਆ, ਨਾ ਭਾਇਆ ਸੋ ਵੀ ਨੱਸ ਗਿਆ। ਅਜਿਹੀ ਨਿੰਦਿਆ ਪਰਮੇਸ਼ਰ ਦੀ ਆਪਣੀ ਇਸਤਰੀ ਦੇ ਮੁਖੋਂ ਸੁਣ ਕੇ ਤਰਲੋਚਨ ਭਗਤ ਆਪਣੀ ਇਸਤਰੀ ਸੋਹੇ ਇਹ ਬਚਨ ਉਚਾਰਦੇ ਹਨ ਕਿ ਪਰਮੇਸ਼ਰ ਦੀ ਗਿਆਨ ਗਤੀ ਤੋਂ ਭੁੱਲੀ ਹੋਈ ਹੇ ਗੰਵਾਰ ਇਸਤਰੀ ਮੂਰਖ, ਤੂੰ ਨਾਰਾਇਣ ਦੀ ਨਿੰਦਿਆ ਕਿਉਂ ਕਰਦੀ ਹੈ? ਉਹ ਤਾਂ ਕਰਮਾਂ ਦਾ ਫਲ ਸਭ ਨੂੰ ਦਿੰਦਾ ਹੈ, ਇਹ ਤਾਂ ਤੇਰੇ ਪੁੰਨ ਪਾਪ ਦਾ ਹੀ ਫਲ ਹੈ। ਦੁੱਖ ਸੁੱਖ ਤੇਰੇ ਦੁਕ੍ਰਿਤ ਸੁਕ੍ਰਿਤ ਕਰਮ ਕਰਨ ਤੋਂ ਹੀ ਮਿਲਦੇ ਹਨ। ਇਸ ਵਿੱਚ ਕਰਮ ਭੁਗਤਾਉਣ ਹਾਰੇ ਪਰਮਾਤਮਾ ਦਾ ਕੀ ਦੋਸ਼ ਹੈ? ਕਰਮ ਕੀਤੇ ਕਦੇ ਮਿਟਦੇ ਨਹੀਂ। ਇਹ ਪਰਥਾਏ ਉਪਦੇਸ਼ ਸਭ ਸੰਸਾਰੀਆਂ ਨੂੰ ਸਾਂਝਾ ਹੈ। ਸਭਨਾਂ ਨੂੰ ਦੁਕ੍ਰਿਤ ਸੁਕ੍ਰਿਤ ਕਰਮ ਕਰਕੇ ਆਨਮਤ ਦਰਸਾਏ ਪੁੰਨ ਪਾਪ ਦੇ ਕਰਮਾਂ ਦੇ ਕਰਨ ਕਰਕੇ ਦੁੱਖ ਸੁੱਖ ਭੋਗਣੇ ਹੀ ਪੈਂਦੇ ਹਨ। ਕਰਮਾਂ ਦਾ ਫਲ ਕਦੇ ਮਿਟਦਾ ਨਹੀਂ, ਭੋਗਣਾ ਹੀ ਪੈਂਦਾ ਹੈ। ਇਸ ਬਾਰੇ ਕਈ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹਨ ਕਿ ਆਪਣੇ ਕਰਮ ਹੀ ਦੁੱਖ ਸੁੱਖ ਦਿੰਦੇ ਹਨ। ਇਸ ਨੁਕਤੇ ਨੂੰ ਬੜੇ ਬੜੇ ਸ਼ਰਧਾਵਾਨਾਂ ਕਰਮਾਚਾਰੀਆਂ ਦੇ ਦ੍ਰਿਸ਼ਟਾਂਤ ਦੇ ਕੇ ਪ੍ਰਤਿਪਾਦਨ ਕਰਦੇ ਹਨ। ਪਹਿਲਾ ਦ੍ਰਿਸ਼ਟਾਂਤ ਤਰਲੋਚਨ ਭਗਤ ਇਹ ਦਿੰਦੇ ਹਨ ਕਿ ਹਿੰਦੂ ਮਾਈਥੋਲੋਜੀ ਅਨੁਸਾਰ ਸ਼ੰਕਰ ਸ਼ਿਵਜੀ ਦੇ ਮੱਥੇ ਤੇ ਵਾਸਾ ਰੱਖਣ ਵਾਲਾ ਚੰਦਰਮਾ ਰੋਜ਼ ਦਿਨ ਰਾਤ ਹਿੰਦੂਆਂ ਦੀ ਮੰਨੀ ਸ਼ਰਧਾ ਅਨੁਸਾਰ ਮਹਾਪਵਿੱਤਰ ਸੁਰਸਰੀ ਗੰਗਾ ਵਿੱਚ ਇਸ਼ਨਾਨ ਕਰਦਾ ਹੈ, ਕਿਉਂਕਿ ਹਿੰਦੂ ਮਾਈਥੋਲੋਜੀ ਦੀ ਮੰਨੀ ਹੋਈ ਗੰਗਾ ਸ਼ਿਵਜੀ ਦੀਆਂ ਜਟਾਂ ਲਟਾਂ ਵਿੱਚ ਰਹਿੰਦੀ ਹੈ। ਫਿਰ ਉਸੇ ਦੇ ਨਾਮ ਪ੍ਰਚਲਿਤ ਹੋਈ ਵੀ ਚੰਦਰਬੰਸੀ ਕੁਲ ਵਿੱਚ ਉਸੀ ਦੇ ਕੁਲ ਦਾ ਪੁਰਖ ਆਪ ਭਗਵਾਨ ਧਨਖਧਾਰੀ ਕ੍ਰਿਸ਼ਨ ਉਸ ਦੀ ਕੁਲ ਵਿੱਚ ਉਤਪੰਨ ਹੋਏ। ਜਿਸ ਚੰਦਰਮਾ ਦੇ ਐਸੇ ਵੱਡੇ ਸਹਾਈ ਹੋਣ, ਉਸ ਦੀ ਕਰਮ ਰੇਖਾ ਵੀ ਨਹੀਂ ਮਿਟੀ। ਕਰਮਾਂ ਕਰ ਲੱਗਾ ਕਲੰਕ ਦਾਗ ਉਸ ਦੇ ਚਿਹਰੇ ਤੋਂ ਨਹੀਂ ਮਿਟਦਾ, ਹੁਣ ਤਾਈਂ ਨਹੀਂ ਮਿਟਿਆ। ਇੱਥੇ ਉਸ ਕਲੰਕ ਵੱਲ ਇਸ਼ਾਰਾ ਹੈ ਜੋ ਚੰਦ ਨੂੰ ਗੌਤਮ ਰਿਸ਼ੀ ਦੇ ਸਰਾਪ ਤੋਂ ਉਸ ਦੀ ਇਸਤਰੀ ਅਹਿਲਿਆ ਦਾ ਸਤ ਭੰਗ ਕਰਨ ਵਿੱਚ ਇੰਦਰ ਦੀ ਸਹਾਇਤਾ ਦੇਣ ਦੇ ਦੋਸ਼ ਤੋਂ ਮਿਲਿਆ ਸੀ। ਉਸ ਕਰਮ ਦਾ ਦੋਸ਼ ਉਸ ਦਾ ਅਮੇਟ ਹੀ ਰਿਹਾ, ਮਿਟਿਆ ਨਹੀਂ। ਹੋਰ ਕਿਹਦਾ ਕਰਮ ਦੋਸ਼ ਮਿਟ ਸਕਦਾ ਹੈ? ਦੂਜਾ ਦ੍ਰਿਸ਼ਟਾਂਤ ਸਾਰੇ ਵਿਸ਼ਵ ਸੰਸਾਰ ਦਾ ਦੀਪਕ ਦੀਵੇ ਰੂਪ ਸੁਆਮੀ ਜੋ ਸੂਰਜ ਹੈ, ਤਿਸ ਦਾ ਅਰੁਣ ਨਾਮੇ ਰਥਵਾਹੀ ਸਾਰਥੀ ਹੋਇਆ ਹੈ। ਤਿਸ ਅਰੁਣ ਰਥਵਾਹੀ ਦਾ ਸੱਕਾ ਭਰਾ ਸਾਰੇ ਪੰਛੀਆਂ ਦਾ ਰਾਜਾ ਅਤੇ ਵਿਸ਼ਨੂੰ ਦਾ ਵਾਹਨ ਗਰੜ ਭਗਵਾਨ ਹਿੰਦੂਆਂ ਦਾ ਮੰਨਿਆ ਹੋਇਆ ਹੈ। ਵਿਸ਼ਨੂੰ ਦੇ ਵਾਹਨ ਅਤੇ ਸਰਬ ਪੰਛੀਆਂ ਦੇ ਰਾਜੇ ਗਰੜ ਭਗਵਾਨ ਦੇ ਸੱਕੇ ਭਰਾ ਅਰੁਣ ਦਾ ਸੂਰਜ ਭਗਵਾਨ ਜਿਸ ਦਾ ਮਾਲਕ ਹੋਵੇ, ਪਿੰਗਲਾਪਣ ਵੀ ਦੂਰ ਨਾ ਹੋਇਆ। ਬੜੇ ਸਹਾਈਆਂ ਤੋਂ ਆਪਣਾ ਪਿੰਗਲਾਪਣ ਦੂਰ ਨਾ ਕਰਾ ਸਕਿਆ, ਜੋ ਪਿੰਗਲਾਪਣ ਉਸ ਦੇ ਪੂਰਬਲੇ ਕਰਮਾਂ ਕਰਕੇ ਉਸ ਨੂੰ ਹੋਇਆ ਸੀ। ਪਿਛਲੇ ਜਨਮ ਵਿੱਚ ਅਰੁਣ ਨੇ ਇੱਕ ਜੀਵ ਬਿੰਡੇ ਦੀਆਂ ਲੱਤਾਂ ਤੋੜ ਕੇ ਉਸ ਨੂੰ ਸੀਖ ਤੇ ਪਵਾਇਆ ਸੀ। ਇਸ ਕਰਮ ਦੋਸ਼ ਵਿੱਚ ਅਰੁਣ ਪਿੰਗਲਾ ਹੋਇਆ ਸੀ। ਇਹ ਪਿੰਗਲਾਪਣ ਉਸ ਦਾ ਨਾ ਮਿਟਿਆ, ਨਾ ਹੀ ਉਸ ਦੇ ਪਾਪ ਦਾ ਕਰਮ ਦੋਸ਼ ਮਿਟਿਆ। ਐਡੇ ਵੱਡੇ ਸਹਾਈਆਂ ਦੇ ਹੁੰਦਿਆਂ ਨਾ ਮਿਟਿਆ। ਬੜੇ ਸਹਾਈਆਂ ਤੋਂ ਆਪਣੀਆਂ ਲੱਤਾਂ ਨਾ ਸੰਵਰਾ ਸਕਿਆ ਅਤੇ ਪਿੰਗਲਾਪਣ ਦੂਰ ਨਾ ਕਰਾ ਸਕਿਆ, ਤਾਂ ਤੇ ਹੋਰ ਕੌਣ ਆਪਣੇ ਕਰਮ ਫਲ ਮਿਟਵਾ ਸਕਦਾ ਹੈ? ਨਾ ਹੀ ਕੋਈ ਐਡਾ ਵੱਡਾ ਵਡੇਰਾ ਮੇਟਣ ਨੂੰ ਸਮਰੱਥ ਹੈ। ਆਪਣੇ ਕਰਮਾਂ ਕਰ ਅਰੁਣ ਪਿੰਗਲਾ ਹੋਇਆ ਅਤੇ ਪਿੰਗਲਾ ਹੀ ਰਿਹਾ। ਤੀਜਾ ਦ੍ਰਿਸ਼ਟਾਂਤ ਸਾਰੀ ਲੋਕੀ ਦਾ ਨਾਥ ਸਦਾਉਣ ਵਾਲਾ ਅਤੇ ਆਪਣੇ ਪੈਰੋਕਾਰ ਭਗਤਾਂ ਦੇ ਪਾਤਕ ਹਰਨ ਵਾਲਾ
ਪਾਪ ਨਾਸ ਕਰਨ ਵਾਲਾ ਮਹਾਦੇਵ ਅਨੇਕਾਂ ਭਾਂਤ-ਭਾਂਤ ਦੇ ਤੀਰਥਾਂ ਤੇ ਭਰਮਦਾ ਫਿਰਿਆ, ਪਰ ਉਸ ਦੀ ਬ੍ਰਹਮਾ ਦੇ ਪੰਜਵੇਂ ਸਿਰ ਕਪਾਲ ਨੂੰ ਵੱਢਣ ਦੀ ਪਾਪ ਹੱਤਿਆ ਨਾ ਉਤਰੀ। ਨਾ ਬ੍ਰਹਮਾ ਦਾ ਕਪਾਲ ਸਿਰ ਉਸ ਦੇ ਮਹਾਦੇਵ ਦੇ ਹੱਥ ਨੂੰ ਲੱਗਿਆ ਉਤਰਿਆ। ਪ੍ਰਸੰਗ ਇਉਂ ਹੈ ਕਿ ਬ੍ਰਹਮਾ ਆਪਣੀ ਪੁੱਤਰੀ ਸਰਸਤੀ ਦੇ ਰੂਪ ਤੇ ਮੋਹਿਤ ਹੋ ਕੇ ਉਸ ਦੇ ਪਿੱਛੇ ਦੌੜਿਆ ਸੀ ਉਸ ਨੂੰ ਫੜਨ ਲਈ ਅਤੇ ਫੜ ਕੇ ਉਸ ਨਾਲ ਭੋਗ ਕਰਨ ਲਈ। ਉਹ ਵਿਚਾਰੀ ਆਪਣੇ ਸੱਤ ਨੂੰ ਬਚਾਉਣ ਲਈ ਮਹਾਦੇਵ ਦੀ ਸਹਾਇਤਾ ਹਿਤ ਧਾਈ ਦੌੜੀ। ਮਹਾਦੇਵ ਨੇ ਬ੍ਰਹਮਾ ਤੋਂ ਤੈਸ਼ ਖਾ ਕੇ ਬ੍ਰਹਮਾ ਨੂੰ ਸੋਧਣ ਲਈ ਉਸ ਦਾ ਪਿੱਛਾ ਕੀਤਾ ਅਤੇ ਉਸ ਦਾ ਪੰਜਵਾਂ ਸਿਰ ਵੱਢ ਹੀ ਲਿਆ। ਪਰ ਉਹ ਸਿਰ ਕਪਾਲ ਮਹਾਦੇਵ ਦੇ ਹੱਥ ਨੂੰ ਚਿਮੜ ਗਿਆ। ਚਿਮੜਿਆ ਹੋਇਆ ਉਤਰੇ ਨਾ। ਬਥੇਰਾ ਤੀਰਥਾਂ ਤੇ ਭੱਜਿਆ ਗਿਆ। ਤੀਰਥ ਭਰਮਦਾ ਭਰਮਦਾ ਹੱਥ ਤੋਂ ਕਪਾਲ ਦੀ ਨਿਵਰਤੀ ਰੂਪੀ ਪਾਰ ਨਾ ਪਿਆ। ਧੰਦਾ ਨਾ ਸਰਿਆ ਕਪਾਲ ਨੂੰ ਹੱਥੋਂ ਦੂਰ ਕਰਨ ਦਾ। ਜਦ ਤਾਈਂ ਕਪਾਲ ਮੋਚਨ ਨਾ ਪੁੱਜਾ, ਤਦ ਤਾਈਂ ਕਪਾਲ ਹੱਥੋਂ ਨਾ ਲੱਥਾ। ਬ੍ਰਹਮਾ ਦੇ ਸਿਰ ਵੱਢਣ ਦੇ ਦੋਸ਼ ਤੋਂ ਮਹਾਦੇਵ ਦੇ ਹੱਥ ਲੱਗੀ ਕਪਾਲੀ ਅਮੇਟ ਰਹੀ, ਦੂਰ ਨਾ ਹੋਈ। ਕਰਮ ਨਾ ਮਿਟਿਆ, ਅਮੇਟ ਹੀ ਰਿਹਾ। ਜਦ ਐਸੇ ਸਮਰੱਥ ਮੰਨੇ ਪਰਮੰਨੇ ਸਮਰੱਥ ਮਹਾਦੇਵ ਦਾ ਕਰਮ ਦੋਸ਼ ਨਾ ਮਿਟਿਆ, ਉਸ ਨੂੰ ਭੋਗਣਾ ਹੀ ਪਿਆ, ਤਾਂ ਹੋਰ ਕਿਸ ਦਾ ਮਿਟੇਗਾ। ਸਭ ਨੂੰ ਆਪੋ ਆਪਣੇ ਕੀਤੇ ਕਰਮ ਫਲ ਭੋਗਣੇ ਪੈਣਗੇ। ਸਭ ਦੋਸ਼ ਕਰਮਾਂ ਦੇ ਰਾਹੀਂ ਹੀ ਅਰਥਾਤ ਕਰਮ ਭੁਗਤ ਕੇ ਲੈਣਗੇ। ਚੌਥਾ ਉਦਾਹਰਣੀ ਦ੍ਰਿਸ਼ਟਾਂਤ ਆਨਮਤ ਕਰਮ ਫਲ ਨਾ ਮੇਟੇ ਜਾਣ ਦਾ ਇਹ ਹੈ ਕਿ ਭਾਵੇਂ ਨਦੀਆਂ ਦੇ ਨਾਥ ਸਮੁੰਦਰ ਵਿੱਚੋਂ ਅੰਮ੍ਰਿਤ, ਚੰਦਰਮਾ, ਕਾਮਧੇਨ, ਲక్ష్ਮੀ, ਸਾਰੀਆਂ ਕਾਮਨਾ ਪੂਰਨ ਕਰਨ ਵਾਲਾ ਕਲਪ ਬ੍ਰਿਛ, ਘੋੜਾ, ਬੜਾ ਚਤਰ ਵੈਦ ਧਨੰਤਰ ਇਤ ਆਦਿਕ ਅਮੋਲਕ ਰਤਨ ਨਿਕਲੇ ਹਨ, ਪਰ ਤਿਸ ਸਮੁੰਦਰ ਦਾ ਵੀ ਕਰਮਾਂ ਦੇ ਮਾਰੇ ਦਾ ਖਾਰਾਪਣ ਨਾ ਮਿਟਿਆ। ਸਮੁੰਦਰ ਨੇ ਅਗਸਤ ਮੁਨੀ ਰਿਸ਼ੀ ਦੇ ਬ੍ਰਹਮ ਭੋਜ ਤੇ ਨਾ ਜਾਣ ਕਰਕੇ ਉਸ ਰਿਸ਼ੀ ਨੂੰ ਗੁੱਸਾ ਕੀਤਾ ਸੀ, ਜਿਸ ਕਰੋਪੀ ਕਰਕੇ ਅਗਸਤ ਮੁਨੀ ਨੇ ਸਾਰਾ ਸਮੁੰਦਰ ਸਰਾਪ ਦੇ ਕੇ ਖਾਰਾ ਕਰ ਦਿੱਤਾ। ਪਰ ਸਮੁੰਦਰ ਦਾ ਉਹ ਖਾਰਾਪਣ ਨਾ ਮਿਟਿਆ। ਖਾਰਾਪਣ ਅਮੇਟ ਰਿਹਾ। ਪੰਜਵਾਂ ਦ੍ਰਿਸ਼ਟਾਂਤ ਹਨੂਮਾਨ ਨੇ ਆਪਣੇ ਬਲ ਅਤੇ ਸੁਆਮੀ ਦਾ ਪ੍ਰਤਾਪ ਪ੍ਰਸਿੱਧ ਕਰਨ ਹੇਤ ਆਪਣੀ ਪੂਛ ਨਾਲ ਲੰਕਾ ਗੜ੍ਹ ਜਲਾ ਦਿੱਤਾ ਅਤੇ ਰਾਵਣ ਦਾ ਅਸ਼ੋਕ ਬਣ ਨਾਮੀ ਬਾਗ ਉਖਾੜ ਕੇ ਬਰਬਾਦ ਕਰ ਦਿੱਤਾ ਅਤੇ ਲਛਮਣ ਦੇ ਘਾਉ ਸੱਲ ਰਾਜ਼ੀ ਕਰਨ ਲਈ ਘਾਉ ਹਰਨੀ ਬਿਸਲ ਕਰਨੇ ਵਾਲੀ ਸੰਜੀਵਨੀ ਬੂਟੀ ਹਿਮਾਲਾ ਪਰਬਤ ਤੋਂ ਲਿਆ ਕੇ ਸ੍ਰੀ ਰਾਮਚੰਦਰ ਜੀ ਨੂੰ ਪ੍ਰਸੰਨ ਕਰ ਦਿੱਤਾ। ਇਉਂ ਤੋਖੀਲੇ ਹਰੀ ਇੰਨੇ ਵੱਡੇ ਕੰਮ ਕੀਤੇ ਵੱਡਿਆਂ ਦੀ ਪ੍ਰਸੰਨਤਾ ਲਈ, ਪਰ ਕਰਮ ਦੀ ਮਾਰ ਲੰਗੋਟੀ ਵਾਲਾ ਸਰਾਪ ਉਸ ਦੇ ਗਲੋਂ ਨਾ ਲੱਥਾ। ਉਹ ਕਿਉਂਕਿ ਹਨੂਮਾਨ ਨੇ ਇੱਕ ਰਿਖੀ ਦੇ ਸਾਰੇ ਬਸਤਰ ਪਾੜ ਸੁੱਟੇ ਸਨ, ਇੱਕ ਲੰਗੋਟੀ ਹੀ ਉਸ ਦੀ ਰਹਿਣ ਦਿੱਤੀ ਸੀ। ਲੰਗੋਟੀ ਮਾਤਰ ਲੈ ਕੇ ਰਿਖੀ ਵੱਲ ਸਿੱਟੀ, ਲੈ ਸਾਂਭ। ਰਿਖੀ ਨੇ ਲੈ ਕੇ ਆਖਿਆ, ਬੇਟਾ ਤੈਨੂੰ ਵੀ ਇੰਨਾ ਹੀ ਬਸਤਰ ਮਿਲੂਗਾ। ਸੋ ਜਦੋਂ ਉਹ ਬੂਟੀ ਲੈ ਕੇ ਆਇਆ, ਸ੍ਰੀ ਰਾਮਚੰਦਰ ਜੀ ਇਸ਼ਨਾਨ ਕਰ ਰਹੇ ਸਨ। ਉਹਨਾਂ ਬੜੀ ਕਿਰਪਾ ਕੀਤੀ, ਉਸ ਨੂੰ ਕਛੌਟੀ ਕਛਨੀ ਦਿੱਤੀ। ਜਾਂ ਤੇ ਕਰਮ ਦਾ ਫਲ ਅਮੇਟ ਰਿਹਾ, ਬੜੇ ਸੁਆਮੀ ਤੋਂ ਵੀ ਨਾ ਮਿਟਿਆ। ਹੋਰਨਾਂ ਜੀਵਾਂ ਦੇ ਕਰਮ ਭੋਗੇ ਬਿਨਾਂ ਕਿਵੇਂ ਮਿਟ ਸਕਦੇ ਹਨ। ਪੂਰਬਲੇ ਜਨਮਾਂ ਦੇ ਕ੍ਰਿਤ ਕਰਮ ਭੋਗੇ ਬਿਨਾਂ ਬੜੇ ਬੜੇ ਸਮਰੱਥ ਪੁਰਸ਼ਾਂ ਤੋਂ ਵੀ ਨਾ ਮਿਟੇ। ਹੇ ਘਰ ਦੀ ਗੇਹਣ ਇਸਤਰੀ, ਤਾਂ ਤੇ ਮੈਂ ਸਰਬ ਕਰਮਾਂ ਨੂੰ ਮੇਟਣ ਹਾਰ ਇੱਕੋ ਨਿਰੰਕਾਰੀ ਨਾਮ ਜਪਿਆ ਹੈ, ਤੂੰ ਵੀ ਜਪਿਆ ਕਰ। ਵਾਹਿਗੁਰੂ ਦਾ ਨਾਮ ਕੋਟ ਕਰਮਾਂ ਨੂੰ ਕੱਟਣ ਹਾਰਾ ਹੈ। ਇਹ ਕੇਵਲ ਗੁਰਮਤਿ ਨਾਮ ਸਤਨਾਮ ਹੀ ਹੈ, ਜੋ ਸਮੁੱਚੇ ਕਰਮਾਂ ਨੂੰ ਦਗਦ ਕਰਦਾ ਹੈ। ਇਸ ਦੇ ਤੁਲ ਹੋਰ ਕੋਈ ਕਰਮ ਨਹੀਂ। ਆਨਮਤ ਧਰਮਾਂ ਦੇ ਸਭ ਕਰਮ ਫੋਕਟ ਹਨ। ਉਹ ਜੀਵ ਦਾ ਜਨਮ ਮਰਨ ਵੀ ਨਹੀਂ ਕੱਟ ਸਕਦੇ, ਸਗੋਂ 84 ਦੇ ਗੇੜ ਵਿੱਚ ਪਾਉਂਦੇ ਹਨ। ਤਾਂ ਹੀ ਤੇ ਉੱਪਰਲੇ ਗੁਰਵਾਕ ਵਿਖੇ ਦਰਸਾਏ ਕਰਮਾਂ ਦੀ ਅਸਫਲਤਾ ਨਿਪੁੰਸਕਤਾ ਮਈ ਨਿਖੇਧੀ ਕੀਤੀ ਗਈ ਹੈ।